राग तनासरी मैला पंजवा हा 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 प्रभ राख लियो हम ते किछु न होए मेरे स्वामी कर कृपा अपना नाम देओ रहाओ हा हा प्रभ राख ले हो 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 हा हा प्रभ हम ते किछु ना होए मेरे स्वामी कर कृपा अपना नाम देवो हम ते किछु ना होए मेरे स्वामी कर कृपा अपना नाम देहो हा हा प्रभ राख ले हो हा हा प्रभ हा हा प्रभ हम ते किछु ना होए मेरे स्वामी कर कृपा अपना नाम देओ हम ते किछु ना होए मेरे स्वामी कृपा नाम देओ हा हा प्रभ राख ले हो हा हा प्रभ राख ले हो हा हा प्रभ अग्न कुटुंब सागर संसार अग्न कुटुंब सागर संसार परम मोह अज्ञान अंधार अग्न कुटुंब सागर संसार परम मोह अज्ञान अंधार परम अज्ञान अंधार प्रभ राख ले हो हा हा प्रभ राख ले हो हा हा प्रभ हम ते किछु होए मेरे स्वामी कर कृपा अपना नाम देओ हम ते किछु ना होए मेरे अपना नाम देहो हा हा प्रभ राख ले हो हा हा प्रभ राख ले हो हा हा प्रभ ऊंच नीच सुख दुख
त्रापस नाही तृष्णा भूख, त्रापस तृष्णा भूख, ऊंच नीच सुख दुख, त्रापस नाही तृष्णा भूख, त्रापस हा प्रभु राख ले हो, हा प्रभु राख ले हो, हा प्रभु हम ते किछु ना होए, मेरे स्वामी करके रूपा अपना नाम दे हो, हम ते किछु ना होए, मेरे स्वामी करके रूपा नाम दे हो, हा प्रभु राख ले हो, हा प्रभु राख ले हो, हा प्रभु मन बासना रच बिखै ब्याद, पंच दूत संग महासाद, मन बासना रच बिखै ब्याद, मन बासना रच बिखै, पंच दूत संग महासाद, पंच हा प्रभु राख ले हो, हा प्रभु राख ले हो, हा हम ते किछु ना होए, मेरे स्वामी करके रूपा अपना नाम दे हो, हम ते किछु ना होए, मेरे स्वामी करके रूपा अपना नाम दे हो, हा प्रभु राख ले हो, हा प्रभु राख ले हो, हा प्रभु जी जहान प्राण तन तेरा, जी जहान प्राण तन तेरा, जी जहान प्राण तन तेरा, नानक जान सदा हर नेरा, नानक जान सदा हर नेरा, नानक जान सदा हर नेरा, नानक जहान प्राण तन तेरा, जी जहान प्राण तन तेरा, नानक जान सदा हर नेरा, नानक जान सदा हर नेरा, हा प्रभु राख ले हो, हा प्रभु राख ले हो, हा प्रभु हम ते किछु होए, मेरे स्वामी करके रूपा अपना नाम दे हो, हम ते किछु ना होए, मेरे स्वामी के रूपा अपना नाम दे हो, हा प्रभु राख ले हो, हा प्रभु, हा प्रभु, हा प्रभु राख ले हो। प्यारी साध संगत जी, शब्द ਦਾ ਉਚਾਰਨ
ਅਤੇ ਬਾਣੀ ਦੀ ਬਣਤਰ। ਇਹ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਉਚਾਰਨ ਵੱਲ ਧਿਆਨ ਕਰਿਆ ਕਰੀਏ। ਇਸ ਤੋਂ ਇਲਾਵਾ ਬਾਣੀ ਦੀ ਬਣਤਰ ਵਾਸਤੇ ਆਪਣੇ ਘਰ ਜਦੋਂ ਬੈਠ ਕੇ ਬਾਣੀ ਪੜ੍ਹਿਆ ਕਰੀਏ ਤਾਂ ਰੋਜ਼ ਥੋੜ੍ਹਾ ਜਿਹਾ ਧਿਆਨ ਦੇ ਕੇ ਬਾਣੀ ਦੀ ਬਣਤਰ ਨੂੰ ਹੀ ਸਮਝਣ ਦਾ ਯਤਨ ਕਰਿਆ ਕਰੀਏ। ਫੋਰ ਐਗਜ਼ਾਮਪਲ, ਸਾਨੂੰ ਬਾਣੀ ਕੰਪਿਊਟਰਾਈਜ਼ਡ ਲੌਕਅਪ ਸਿਸਟਮ ਵਿੱਚ ਮਿਲੀ ਹੈ। ਉਹ ਕੰਪਿਊਟਰਾਈਜ਼ਡ ਲੌਕਅਪ ਸਿਸਟਮ ਅੱਜ ਦੀ ਬੋਲੀ 'ਚ ਮੈਂ ਕਹਿ ਰਿਹਾ, ਕਿਉਂਕਿ ਬਾਣੀ 'ਚ ਜਿਸ ਤਰੀਕੇ ਨਾਲ ਉਹਨੂੰ ਲੌਕਅਪ ਕੀਤਾ ਗਿਆ ਉਹ ਤਰੀਕਾ ਜਿਉਂ-ਜਿਉਂ ਸਾਨੂੰ ਸਮਝ ਆਏਗਾ, ਸਾਨੂੰ ਬਾਣੀ ਦੇ ਵਿੱਚੋਂ ਬੜੇ ਸਾਰੇ ਪ੍ਰਕਰਣ, ਟੌਪਿਕਸ, ਗੁੱਝੇ ਭੇਦ ਸਮਝ ਆਉਣਗੇ। ਇਸ ਕਰਕੇ ਸਾਨੂੰ ਬਾਣੀ ਦੇ ਵਿੱਚ ਜਿਹੜੀਆਂ ਗਿਣਤੀਆਂ ਲਿਖੀਆਂ ਜਿਹਦੇ ਨਾਲ ਇਸ ਨੂੰ ਲੌਕਅਪ ਕਰਦੇ ਨੇ ਉਹਨਾਂ ਵੱਲ ਧਿਆਨ ਕਰਨਾ ਚਾਹੀਦਾ ਹੈ। ਐਗਜ਼ਾਮਪਲ ਵਾਸਤੇ ਅਸੀਂ ਇਸ ਸ਼ਬਦ ਨੂੰ ਸਮਝਦੇ ਹਾਂ, ਜਿਸ ਤਰ੍ਹਾਂ ਇਸ ਸ਼ਬਦ ਦੇ ਆਖੀਰ ਵਿੱਚ ਤੁਸੀਂ ਦੇਖੋਗੇ 4 ਲਿਖਿਆ ਹੋਇਆ, ਅਤੇ ਜਦੋਂ ਸ਼ਬਦ ਸਾਰੇ ਨੂੰ ਪੜ੍ਹਾਂਗੇ ਤਾਂ ਸਾਨੂੰ ਸ਼ਬਦ ਦੇ ਵਿੱਚ ਪੈਰੇ ਮਿਲਣਗੇ, ਸਟੈਂਜ਼ਾਸ ਜਿਨ੍ਹਾਂ ਨੂੰ ਕਹਿੰਦੇ ਨੇ, ਪਦੇ ਕਹਿੰਦੇ ਨੇ, 1 2 3 4। ਸੋ ਇਸ ਸ਼ਬਦ ਵਿੱਚ ਟੋਟਲ 4 ਪਦੇ ਨੇ। ਦਿਸ ਸ਼ਬਦ ਕੰਟੇਨਸ 4 ਸਟੈਂਜ਼ਾਸ। ਚਾਰੋਂ ਸਟੈਂਜ਼ਾਸ ਦਾ ਆਪਣਾ ਤਾਲੁਕ ਰਹਾਉ ਨਾਲ ਹੋਏਗਾ। ਇਸ ਤਰ੍ਹਾਂ ਤੁਹਾਨੂੰ ਇਹ ਚੌਪਦੇ ਦਾ ਮੰਨ ਲਿਆ, ਤਿਪਦੇ ਦਾ ਹੋਏਗਾ ਤੇ 3 ਤੇ ਸ਼ਬਦ ਮੁੱਕਦਾ ਹੋਏਗਾ, 5 ਪਦੇ ਦਾ ਹੋਏਗਾ 5 ਤੇ ਮੁੱਕਦਾ ਹੋਏਗਾ, ਦੁਪਦੇ ਦਾ ਹੋਏਗਾ 2 ਤੇ ਮੁੱਕਦਾ ਹੋਏਗਾ, 1 ਪਦੇ ਦਾ ਹੋਏਗਾ 1 ਤੇ ਮੁੱਕਦਾ ਹੋਏਗਾ। ਔਰ ਗੁਰੂ ਪਾਤਸ਼ਾਹ ਜਿੱਥੋਂ 1 ਪਦਾ, ਦੁਪਦਾ, ਤਿਪਦਾ, ਚੌਪਦਾ ਅਤੇ 5 ਪਦਾ ਜਾਂ ਅਸ਼ਟਪਦੀਆ 8 ਪਦੇ ਵਾਲਾ ਸ਼ੁਰੂ ਹੁੰਦਾ ਟੌਪਿਕ, ਉੱਥੇ ਗੁਰੂ ਸਾਹਿਬ ਪਹਿਲਾਂ ਹੀ ਲਿਖ ਦਿੰਦੇ ਨੇ ਕਿ ਕਮਿੰਗ ਬਾਣੀ ਜਿਹੜੀ ਆ ਰਹੀ ਹੈ, ਔਨ ਕਮਿੰਗ ਬਾਣੀ, ਇਹ ਕਿਤਨੇ ਪਦਿਆਂ ਵਾਲੀ ਹੈ। ਉਹ ਸ਼ਬਦਾਂ ਤੋਂ ਬਾਅਦ ਗਿਣਤੀ ਲਿਖੀ ਹੋਏਗੀ। ਇਹਦੇ 'ਚ 4 ਪਦੇ ਨੇ। ਇਸ ਤੋਂ ਬਾਅਦ ਲਿਖਿਆ ਹੋਇਆ 1 ਅਤੇ 19। 19 ਦਾ ਮਤਲਬ ਪਹਿਲਾਂ ਸਮਝ ਲਈਏ ਕਿ ਗੁਰੂ ਅਰਜਨ ਪਾਤਸ਼ਾਹ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਮੇਸ਼ਾ ਜਿਹੜਾ ਰਾਗ ਸ਼ੁਰੂ ਕੀਤਾ ਜਾਂਦਾ ਹੈ, ਗੁਰੂ ਅਰਜਨ ਪਾਤਸ਼ਾਹ ਤੋਂ ਪਹਿਲਾਂ ਉਸ ਰਾਗ ਵਿੱਚ ਗੁਰੂ ਰਾਮਦਾਸ ਚੌਥੀ ਪਾਤਸ਼ਾਹੀ ਦਾ ਸ਼ਬਦ ਹੁੰਦਾ ਹੈ, ਮਹਿਲਾ ਚੌਥਾ ਦਾ, ਉਸ ਤੋਂ ਪਹਿਲਾਂ ਮਹਿਲਾ ਤੀਜਾ ਦਾ, ਉਸ ਤੋਂ ਪਹਿਲਾਂ ਮਹਿਲਾ ਦੂਜਾ ਦਾ ਅਤੇ ਉਸ ਸਭ ਤੋਂ ਪਹਿਲਾਂ ਮਹਿਲਾ ਪਹਿਲਾ ਦਾ। ਜਦੋਂ ਨਵਾਂ ਰਾਗ, ਨਵਾਂ ਟੌਪਿਕ, ਨਵਾਂ ਸੰਗ੍ਰਹਿ ਸ਼ੁਰੂ ਹੋਏਗਾ, ਮਹਿਲਾ ਪਹਿਲਾ ਦਾ ਸ਼ਬਦ ਸ਼ੁਰੂ ਹੋਏਗਾ। ਹੁਣ ਤੁਸੀਂ ਘਰ ਜਾ ਕੇ ਗੁਰੂ ਗ੍ਰੰਥ ਸਾਹਿਬ ਖੋਲ੍ਹਣਾ, ਜਿੱਥੇ ਲਿਖਿਆ ਮਿਲੇਗਾ ਤੁਹਾਨੂੰ ਧਨਾਸਰੀ ਮਹਿਲਾ ਪਹਿਲਾ, ਉੱਥੇ ਗੁਰੂ ਗ੍ਰੰਥ ਸਾਹਿਬ ਦੇ ਪੇਜ ਦਾ ਚਾਰੋਂ ਪਾਸੇ ਦਾ ਕਲਰ ਦਾ ਹਾਸ਼ੀਆ ਜਿਹੜਾ ਹੈ, ਬਾਉਂਡਰੀ, ਉਹਦਾ ਕਲਰ ਚੇਂਜ ਹੋ ਜਾਏਗਾ। ਪੁਰਾਣਾ ਰਾਗ ਖਤਮ ਹੋਇਆ, ਕਲਰ ਚੇਂਜ ਹੋ ਗਿਆ, ਦੈਟ ਮੀਨਸ ਨਵਾਂ ਰਾਗ ਸ਼ੁਰੂ ਹੋਇਆ। ਨਵਾਂ ਰਾਗ ਜਿੱਥੇ ਸ਼ੁਰੂ ਹੋਇਆ ਉੱਥੇ ਫਿਰ ਸਭ ਤੋਂ ਪਹਿਲਾਂ ਮਹਿਲਾ ਪਹਿਲਾ ਦੀ ਬਾਣੀ ਸ਼ੁਰੂ ਹੋਏਗੀ। ਜੇ ਮਹਿਲਾ ਪਹਿਲਾ ਨੇ ਉਸ ਟੌਪਿਕ, ਉਸ ਸੰਗ੍ਰਹਿ ਬਾਰੇ ਸ਼ਬਦ ਉਸ ਰਾਗ ਵਿੱਚ ਜੇਕਰ ਉਚਾਰਿਆ ਹੋਇਆ ਹੈ, ਫਰਜ਼ ਕਰੋ ਤੁਸੀਂ ਗੁਰੂ ਗ੍ਰੰਥ ਸਾਹਿਬ ਖੋਲ੍ਹ ਕੇ ਪੜ੍ਹਨਾ, ਦੇਵਗੰਧਾਰੀ ਮਹਿਲਾ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਨਹੀਂ ਹੈ, ਸੋ ਉੱਥੇ ਸਭ ਤੋਂ ਪਹਿਲਾਂ ਮਹਿਲਾ ਪਹਿਲਾ ਦਾ ਨਹੀਂ ਸ਼ੁਰੂ ਹੋ ਰਿਹਾ, ਉੱਥੇ ਸਿੱਧਾ ਨਵਾਂ ਰਾਗ ਸ਼ੁਰੂ ਹੋਇਆ ਦੇਵਗੰਧਾਰੀ ਅਤੇ ਮਹਿਲਾ ਤੀਜਾ ਦੇ ਸ਼ਬਦ ਸ਼ੁਰੂ ਹੋਏ ਨੇ। ਜਦੋਂ ਵੀ ਨਵਾਂ ਰਾਗ ਸ਼ੁਰੂ ਹੁੰਦਾ ਮਹਿਲਾ ਪਹਿਲਾ ਦੇ ਸ਼ਬਦ ਆਉਂਦੇ ਨੇ। ਜੇ ਮਹਿਲਾ ਦੂਜੇ ਦਾ ਸ਼ਬਦ ਉਸ ਰਾਗ ਵਿੱਚ ਹੈ ਤਾਂ ਮਹਿਲਾ ਦੂਜਾ ਦਾ ਹੋਏਗਾ, ਨਹੀਂ ਤਾਂ ਜਿੱਥੇ ਗੁਰੂ ਨਾਨਕ ਪਾਤਸ਼ਾਹ ਦੇ ਮਹਿਲਾ ਪਹਿਲਾ ਦੇ ਸ਼ਬਦ ਖਤਮ ਹੋਏ ਨੇ ਉੱਥੇ ਟੋਟਲ ਲਿਖਿਆ ਹੋਏਗਾ। ਫਰਜ਼ ਕਰੋ ਗੁਰੂ ਨਾਨਕ ਪਾਤਸ਼ਾਹ ਨੇ ਧਨਾਸਰੀ ਰਾਗ ਵਿੱਚ ਮੰਨ ਲਿਆ 17 ਸ਼ਬਦ ਨੇ, ਤਾਂ ਜਿੱਥੇ ਧਨਾਸਰੀ ਮਹਿਲਾ ਪਹਿਲਾ ਦੇ ਟੋਟਲ 17 ਸ਼ਬਦ ਮੁੱਕਣਗੇ ਉੱਥੇ 17 ਲਿਖਿਆ ਹੋਏਗਾ, ਔਰ ਉਸ ਤੋਂ ਬਾਅਦ ਮਹਿਲਾ ਦੂਜਾ ਦੀ ਬਾਣੀ ਧਨਾਸਰੀ ਰਾਗ ਵਿੱਚ ਸ਼ੁਰੂ ਹੋਏਗੀ। ਜੇ ਮਹਿਲਾ ਦੂਜਾ ਦਾ ਸ਼ਬਦ ਹੀ ਨਹੀਂ ਨੇ ਗੁਰੂ ਗ੍ਰੰਥ ਸਾਹਿਬ ਜੀ ਧਨਾਸਰੀ ਰਾਗ ਵਿੱਚ, ਤਾਂ ਫਿਰ ਮਹਿਲਾ ਤੀਜਾ ਦੇ ਸ਼ੁਰੂ ਹੋਣਗੇ, ਔਰ ਜਿੱਥੇ ਤੀਜਾ ਦੇ ਖਤਮ ਹੋਣਗੇ, ਫਰਜ਼ ਕਰੋ ਗੁਰੂ ਨਾਨਕ ਪਾਤਸ਼ਾਹ ਦੇ 17 ਨੇ ਔਰ ਮਹਿਲਾ ਤੀਜਾ ਦੇ 5 ਨੇ, ਤਾਂ ਟੋਟਲ 22 ਜਿੱਥੇ ਲਿਖਿਆ ਹੋਏਗਾ, ਪਰ ਉੱਥੇ 5 ਵੀ ਲਿਖਿਆ ਹੋਏਗਾ, ਮੀਨਸ ਗੁਰੂ ਅਮਰਦਾਸ ਪਾਤਸ਼ਾਹ ਦੇ 5 ਸ਼ਬਦ ਨੇ ਧਨਾਸਰੀ ਰਾਗ ਵਿੱਚ। ਇਸ ਤਰ੍ਹਾਂ ਕਰਕੇ ਮਹਿਲਾ ਚੌਥਾ ਦੇ ਸ਼ਬਦ, ਜਿੱਥੇ ਮਹਿਲਾ ਚੌਥਾ ਦੇ ਸ਼ਬਦ ਪੂਰੇ ਮੁੱਕਣਗੇ ਉੱਥੇ ਮਹਿਲਾ ਪੰਜਵਾਂ ਦੇ ਸ਼ਬਦ ਸ਼ੁਰੂ ਹੋਣਗੇ, ਅਤੇ ਮਹਿਲਾ ਪੰਜਵਾਂ ਦੇ ਸ਼ਬਦ ਜਿੱਥੇ ਖਤਮ ਹੋਣਗੇ ਉੱਥੇ ਟੋਟਲ ਕੀਤਾ ਹੋਏਗਾ, ਔਰ ਟੋਟਲ ਤੋਂ ਬਾਅਦ ਫਿਰ ਮਹਿਲਾ ਨੌਵਾਂ ਦੇ ਸ਼ਬਦ ਸ਼ੁਰੂ ਹੋਣਗੇ। ਪਰ ਜੇਕਰ ਮਹਿਲਾ ਨੌਵਾਂ ਦੇ ਸ਼ਬਦ ਉਸ ਰਾਗ ਟੌਪਿਕ ਵਿੱਚ ਨਹੀਂ ਹਨ ਤਾਂ ਉੱਥੇ ਫਿਰ ਭਗਤਾਂ ਦੀ ਬਾਣੀ ਸ਼ੁਰੂ ਹੋਏਗੀ। ਫਿਰ ਭਗਤਾਂ ਦੀ ਬਾਣੀ ਧਨਾਸਰੀ ਮਹਿਲਾ ਬਾਣੀ ਭਗਤਾਂ ਕੀ, ਧਨਾਸਰੀ ਬਾਣੀ ਭਗਤਾਂ ਕੀ ਉੱਥੇ ਸ਼ੁਰੂ ਹੋ ਜਾਏਗੀ। ਅਤੇ ਭਗਤਾਂ ਦੀ ਜਦੋਂ ਸ਼ੁਰੂ ਹੋਏਗੀ ਤਾਂ ਸਭ ਤੋਂ ਪਹਿਲਾਂ ਕਬੀਰ ਦੀ ਸ਼ੁਰੂ ਹੋਏਗੀ। ਜਿਵੇਂ ਮਹਿਲਾ ਪਹਿਲਾ ਸਭ ਤੋਂ ਪਹਿਲਾਂ ਰਾਗ ਸ਼ੁਰੂ ਹੁੰਦਾ, ਇਸ ਤਰ੍ਹਾਂ ਭਗਤਾਂ ਦੀ ਬਾਣੀ ਸਭ ਤੋਂ ਪਹਿਲਾਂ ਕਬੀਰ ਦੀ ਹੋਏਗੀ, ਫਿਰ ਇਸ ਤਰੀਕੇ ਨਾਲ ਬਾਕੀ ਭਗਤਾਂ ਦੀ ਹੋਏਗੀ।
ਜਿੱਥੇ ਜਾ ਕੇ ਧਨਾਸਰੀ ਰਾਗ ਟੋਟਲ ਭਗਤਾਂ ਦੀ ਬਾਣੀ ਸਮੇਤ 5 ਗੁਰੂ ਅਤੇ 9ਵੇਂ ਗੁਰੂ ਸਾਹਿਬਾਨ ਦੀ ਬਾਣੀ ਸਮੇਤ ਜਿੱਥੇ ਜਾ ਕੇ ਮੁੱਕੇਗਾ ਉੱਥੇ ਟੋਟਲ ਲਿਖਿਆ ਹੋਏਗਾ। ਫਰਜ਼ ਕਰੋ ਸਭ ਦੀਆਂ ਬਾਣੀਆਂ ਮਿਲਾ ਕੇ 113 ਸ਼ਬਦ ਬਣੇ, ਤਾਂ ਧਨਾਸਰੀ ਰਾਗ ਜਿੱਥੇ ਖਤਮ ਹੋਇਆ ਉੱਥੇ ਫਰਜ਼ ਕੀਤਾ ਜਾਏ ਕਿ ਟੋਟਲ 113 ਸ਼ਬਦ ਸਨ, 113 ਲਿਖਿਆ ਹੋਏਗਾ। ਨਵੇਂ ਪੰਨੇ ਤੋਂ ਨਵਾਂ ਰਾਗ ਸ਼ੁਰੂ ਹੋਏਗਾ, ਉੱਥੇ ਕਲਰ ਫਿਰ ਚੇਂਜ ਹੋ ਜਾਏਗਾ। ਧਨਾਸਰੀ ਰਾਗ ਦੇ ਟੋਟਲ 113 ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਤਰ੍ਹਾਂ ਸਮਝੀਦਾ ਹੈ ਬਾਣੀ ਦੀ ਬਣਤਰ। ਇਸ ਬਣਤਰ ਨੂੰ ਜੇ ਅਸੀਂ ਨਹੀਂ ਸਮਝਦੇ ਹਾਂ ਤਾਂ ਸਾਨੂੰ ਸਭ ਤੋਂ ਵੱਡਾ ਭੁਲੇਖਾ ਕੌਣ ਪਾਉਂਦਾ ਹੈ? ਜਿਹੜੇ ਲੋਕੀ ਕਹਾਣੀਆਂ ਪਾਉਂਦੇ ਨੇ। ਜਦੋਂ ਵੀ ਅਸੀਂ ਦੇਖਦੇ ਹਾਂ ਕਿ ਕੋਈ ਪ੍ਰਚਾਰਕ ਜਾਂ ਕੋਈ ਕਥਾਕਾਰ ਜਾਂ ਕੋਈ ਸ੍ਰੀਮਾਨ ਜੀ ਸੰਤ ਜੀ, ਜਿਨ੍ਹਾਂ ਦਾ ਨਾਂ ਪਤਾ ਨਹੀਂ ਕਿਸ ਨੇ ਰੱਖ ਲਿਆ ਸੰਤ ਜੀ, ਜਦਕਿ ਸਿੱਖ ਜਗਤ ਵਿੱਚ ਕਿਸੇ ਦਾ ਨਾਂ ਸੰਤ ਰੱਖਿਆ ਜਾ ਹੀ ਨਹੀਂ ਸਕਦਾ, ਕਿਉਂਕਿ ਸੰਤ ਜਾਂ ਬ੍ਰਹਮ ਗਿਆਨੀ ਰੱਬ ਜੀ ਹੁੰਦੇ ਨੇ। ਪਰ ਉਹ ਆਪਣਾ ਨਾਂ ਸੰਤ ਰੱਖ ਲੈਂਦੇ ਨੇ ਜਾਂ ਉਹਨਾਂ ਦੇ ਚੇਲੇ ਉਹਨਾਂ ਦਾ ਨਾਂ ਸੰਤ ਰੱਖ ਦਿੰਦੇ ਨੇ, ਤਾਂ ਉਹ ਆਪਣੇ ਨਾਲ ਸੰਤ ਜੀ, ਬ੍ਰਹਮ ਗਿਆਨੀ ਜੀ ਕੁਛ ਨਾ ਕੁਛ ਐਸਾ ਲਗਾ ਕੇ ਉਹ ਚੱਲਦੇ ਨੇ ਸਿੱਖ ਜਗਤ ਵਿੱਚ। ਪਰ ਉਹ ਜਿਹੜੀਆਂ ਬਾਹਰ ਦੀਆਂ ਕਹਾਣੀਆਂ ਸੁਣਾ ਕੇ ਸਾਨੂੰ ਬਾਣੀ ਦੀ ਟੇਕ ਲੈ ਕੇ ਬਾਹਰ ਦੀਆਂ ਕਹਾਣੀਆਂ ਦੇ ਕਾਰਨ ਗੁੰਮਰਾਹ ਕਰਨਾ ਚਾਹੁੰਦੇ ਨੇ, ਉਹ ਬਾਣੀ ਦੀ ਬਣਤਰ ਸਾਨੂੰ ਸਮਝਣ ਨਹੀਂ ਦੇਣਾ ਚਾਹੁੰਦੇ ਨੇ। ਫਰਜ਼ ਕਰੋ ਇੱਕ ਰਾਗੀ ਸਾਹਿਬਾਨ ਜੀ, ਮੈਂ ਉਹਨਾਂ ਦਾ ਨਾਂ ਨਹੀਂ ਲੈਣਾ, ਉਹਨਾਂ ਦੀ ਨਿੰਦਾ ਹੋ ਜਾਏਗੀ, ਪਰ ਉਹ ਕਹਿ ਰਹੇ ਸਨ ਕਿ ਗੁਰੂ ਨਾਨਕ ਪਾਤਸ਼ਾਹ ਜਦੋਂ ਘਰੋਂ ਜਾਣ ਲੱਗੇ ਸੇਵਾ ਵਾਸਤੇ, ਜਿਨ੍ਹਾਂ ਨੂੰ ਉਦਾਸੀਆਂ ਕਹਿ ਦਿੰਦੇ ਆ, ਉਹ ਉਦਾਸੀਆਂ ਨਹੀਂ ਨੇ, ਵੈਸੇ ਤਾਂ ਪ੍ਰਚਾਰਕ ਦੌਰੇ ਕਹਿਣਾ ਚਾਹੀਦਾ, ਉਦਾਸੀਆਂ ਕਹਿਣਾ ਹੀ ਗਲਤ ਹੈ। ਜਿਵੇਂ ਘਰੋਂ ਉਦਾਸ ਹੋ ਗਏ ਸਨ, ਹੀ ਵਾਜ਼ ਡਿਪਰੈਸਡ, ਹੀ ਵਾਜ਼ ਸੈਡ, ਸੋ ਹੀ ਲੈਫਟ ਹੋਮ। ਉਦਾਸੀਆਂ ਦਾ ਮੀਨਾ ਹੀ ਇਹ ਬਣਦਾ ਹੈ। ਨਹੀਂ, ਜਦੋਂ ਪ੍ਰਚਾਰਕ ਦੌਰੇ ਤੇ ਨਿਕਲੇ, ਖੈਰ ਉਹ ਪ੍ਰਚਾਰਕ ਸਾਹਿਬਾਨ ਜੀ ਇਹ ਕਹਿ ਰਹੇ ਸਨ ਕਿ ਜਦੋਂ ਗੁਰੂ ਨਾਨਕ ਸਾਹਿਬ ਆਪਣੇ ਘਰੋਂ ਉਦਾਸੀਆਂ ਵਾਸਤੇ ਨਿਕਲੇ ਤਾਂ ਉਹਨਾਂ ਦੀ ਵਹੁਟੀ ਕਹਿਣ ਲੱਗੀ ਘਰ ਦਾ ਧਿਆਨ ਕੌਣ ਰੱਖੇਗਾ? ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜੇ ਗੁਰੂ ਗੋਬਿੰਦ ਸਿੰਘ ਆਪਣੇ ਪਿਤਾ ਨੂੰ ਵਾਰ ਸਕਦਾ, 4 ਪੁੱਤਰ ਵਾਰ ਸਕਦਾ, ਤੇ ਕੀ ਮੈਂ ਪ੍ਰਚਾਰ ਕਰਨ ਨਹੀਂ ਜਾ ਸਕਦਾ? ਹੁਣ ਜੇਕਰ ਸਾਡਾ ਧਿਆਨ ਨਾ ਹੋਏ ਤਾਂ ਸਾਨੂੰ ਸੋਚਣਾ ਪਏਗਾ ਕਿ ਜਦੋਂ ਗੁਰੂ ਨਾਨਕ ਸਾਹਿਬ ਆਪਣੀ ਵਾਈਫ ਨਾਲ ਗੱਲ ਕਰ ਰਹੇ ਨੇ ਤਾਂ ਉਹਨੇ ਗੁਰੂ ਗੋਬਿੰਦ ਸਿੰਘ ਜੀ, ਗੁਰੂ ਤੇਗ ਬਹਾਦਰ ਸਾਹਿਬ, 4 ਸਾਹਿਬਜ਼ਾਦੇ ਦੀ ਕੋਈ ਕਹਾਣੀ ਵਾਪਰੀ ਨਹੀਂ, ਕੋਈ ਇਤਿਹਾਸ ਵਾਪਰਿਆ ਹੀ ਨਹੀਂ। ਇਸੇ ਤਰ੍ਹਾਂ ਰਾਗ ਗੁਜਰੀ ਮਹਿਲਾ ਚੌਥਾ ਹਰਕੇ ਜਨ ਸਤਿਗੁਰ ਸਤਪੁਰਖਾ ਬਿਨੋ ਕਰੋ ਗੁਰਪਾਸ ਨੂੰ ਜੋੜ ਦਿੰਦੇ ਹਨ ਕਿ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਆਨੰਦ ਕਾਰਜ ਹੋ ਰਿਹਾ ਸੀ, ਉਹਨਾਂ ਨੇ ਇਹ ਸ਼ਬਦ ਪੜ੍ਹਿਆ। ਜਦੋਂ ਅਸੀਂ ਗਹਿਰਾਈ 'ਚ ਜਾਵਾਂਗੇ ਤਾਂ ਪਤਾ ਲੱਗੇਗਾ ਕਿ ਗੁਰੂ ਰਾਮਦਾਸ ਪਾਤਸ਼ਾਹ ਤਾਂ ਗੱਦੀ ਤੇ ਬੈਠੇ ਹੀ ਨਹੀਂ ਸਨ। ਜੇ ਗੱਦੀ ਤੇ ਨਾ ਬੈਠੇ ਹੁਣ ਬਾਣੀ ਉਚਾਰ ਹੀ ਨਹੀਂ ਸਕਦੇ ਨੇ, ਕਿਉਂਕਿ ਬਾਣੀ ਉਚਾਰਨ ਵਾਲੇ ਨੂੰ ਨਾਨਕ ਪਦ ਤਾਂ ਪ੍ਰਾਪਤ ਹੁੰਦਾ ਹੈ ਜਦੋਂ ਉਸ ਜ਼ਿੰਮੇਵਾਰੀ ਨੂੰ ਸੰਭਾਲਦਾ ਹੈ, ਜਿਹੜੀ ਪਿਛਲਾ ਜ਼ਿੰਮੇਵਾਰ ਅਗਲੇ ਨੂੰ ਦੇ ਕੇ ਜਾਂਦਾ ਜ਼ਿੰਮੇਵਾਰੀ, ਜਿਸ ਦਾ ਨਾਂ ਅਸੀਂ ਰੱਖ ਲਿਆ ਗੱਦੀ ਦੇ ਜਾਂਦਾ। ਖੈਰ, ਇਹ ਮੈਂ ਇਤਨੀ ਟੂਕ ਮਾਤਰ ਬੇਨਤੀ ਤਾਂ ਕਰ ਰਿਹਾ ਕਿ ਸਾਨੂੰ ਬਾਣੀ ਦੀ ਬਣਤਰ ਦੀ ਗਿਣਤੀ ਨੂੰ ਸਮਝਣਾ ਚਾਹੀਦਾ ਹੈ। ਲੌਕਅਪ ਸਿਸਟਮ ਕਿਉਂ ਹੈ? ਅਸੀਂ ਕੇਵਲ 48 ਘੰਟੇ ਦਾ ਅਖੰਡ ਪਾਠ ਨਾ ਕਰਦੇ ਰਹਿ ਜਾਈਏ। ਮੈਂ ਤੁਹਾਨੂੰ ਮਨਾ ਨਹੀਂ ਕਰ ਸਕਦਾ ਕਿ ਤੁਸੀਂ 48 ਘੰਟੇ ਦਾ ਅਖੰਡ ਪਾਠ ਨਾ ਰੱਖਾਇਆ ਕਰੋ। ਜਦੋਂ ਤੁਹਾਨੂੰ ਇਹ ਧਿਆਨ ਪੈ ਜਾਏਗਾ ਕਿ ਮੈਂ ਸਮਝ ਕੇ ਪੜ੍ਹਨਾ, ਤੇ ਤੁਹਾਡਾ ਦਿਲ ਨਹੀਂ ਕਰੇਗਾ ਕਿ 48 ਘੰਟੇ 'ਚ ਭੋਗ ਪਾਈਏ, ਕਿਉਂਕਿ ਸਾਡੇ ਜਿਆਦਾ 48 ਘੰਟੇ 'ਚ ਇੱਕ ਸ਼ਬਦ ਪੂਰਾ ਨਹੀਂ ਹੁੰਦਾ। ਸਾਨੂੰ ਇੱਕ ਸ਼ਬਦ ਵੀ 48 ਘੰਟੇ 'ਚ ਸਮਝਣਾ ਬੜਾ ਔਖਾ ਲੱਗਦਾ ਹੈ, ਘੱਟ ਟਾਈਮ ਪੈਂਦਾ ਹੈ। ਤਾਂ ਤੁਸੀਂ ਇੱਕ ਸ਼ਬਦ ਨੂੰ ਢੰਗ ਨਾਲ ਸਮਝੋਗੇ ਤਾਂ ਤੁਸੀਂ 48 ਘੰਟੇ ਵਾਲੇ ਪੇਡ ਕਿਰਾਏ ਤੇ ਕਿਸੇ ਤਰੀਕੇ ਨਾਲ ਕਿਸੇ ਨੂੰ ਬੁਲਾ ਕੇ ਉਹਨੂੰ ਪੈਸੇ ਦੇ ਕੇ ਲਗਾਤਾਰ ਛੇਤੀ ਨਾਲ ਮੁਕਾਉਣ ਵਾਲਾ ਨਹੀਂ ਪੜੋਗੇ, ਕਿਉਂਕਿ ਉਹਦੇ 'ਚ ਗਿਣਤੀਆਂ ਸਮਝ ਨਹੀਂ ਆਉਂਦੀਆਂ, ਉਹਦੇ 'ਚ ਰਹਾਉਰ ਸਿਰਲੇਖ ਸਮਝ ਨਹੀਂ ਆਉਂਦੇ ਨੇ। ਦੇਰ ਇਜ਼ ਨੋ ਸ਼ਾਰਟਕਟ। ਸ਼ਾਰਟਕਟ ਦੁਨੀਆ ਦੇ ਵਿੱਚ ਪੈਸੇ ਕਮਾਉਣ ਦਾ ਨਹੀਂ ਹੈ, ਤੇ ਅਸੀਂ ਸੱਚ ਦੀ ਗੱਲ ਦਾ ਧੰਨ ਲੈਣਾ ਚਾਹੁੰਦੇ ਹਾਂ ਸ਼ਾਰਟਕਟ 'ਚੋਂ। ਮੈਂ ਅਮਰੀਕਾ ਰਹਿੰਦਾ, ਤੇ ਅਮਰੀਕਾ ਦੇ ਜਿਹੜੇ ਅਮਰੀਕਨ ਗੋਰੇ ਬਲਾਂਡ, ਜਿਹੜੇ ਬਿੱਲੀਆਂ ਅੱਖਾਂ ਵਾਲੇ ਗੋਰੇ ਨੇ, ਮੈਂ ਉਹਨਾਂ ਨੂੰ ਪੁੱਛਦਾ ਕਿ ਅਮਰੀਕਾ ਬਿਜ਼ਨਸ ਵਿੱਚ ਇਤਨਾ ਟੌਪ ਹੈ, ਇਤਨਾ ਤਗੜਾ ਹੈ, ਤਾਂ ਅਮਰੀਕਾ ਵਾਲੇ ਲੋਕੀ ਦੁਨੀਆ ਨੂੰ ਇਹ ਕਿਉਂ ਨਹੀਂ ਸਮਝਾਉਂਦੇ ਵੀ ਬਿਜ਼ਨਸ ਦਾ ਸ਼ਾਰਟਕਟ ਕੀ ਹੈ, ਵੀ ਰਾਤੋਂ ਰਾਤ ਛੇਤੀ ਮਾਇਆ ਕਿਵੇਂ ਕਮਾ ਲਈ ਜਾਏ? ਤਾਂ ਉਹ ਗੋਰੇ ਸਾਰੇ ਮੈਨੂੰ ਕਹਿੰਦੇ ਨੇ, ਮਿਸਟਰ ਸਿੰਘ, ਯੂ ਆਰ ਮਿਸਟੇਕਨ, ਯੂ ਨੋ, ਇਟਸ ਨਾਟ ਪੋਸੀਬਲ, ਦੇਰ ਇਜ਼ ਨੋ ਸ਼ਾਰਟਕਟ। ਜਿਹੜੇ ਸ਼ਾਰਟਕਟ ਦੇ ਨਾਲ ਮਾਇਆ ਕਮਾਉਣਾ ਚਾਹੁੰਦੇ ਨੇ, ਉਹ ਰਾਤੋਂ ਰਾਤ ਪਲਾਸਟਿਕ ਦੇ ਫੁੱਲਾਂ ਵਾਂਗੂ ਕੁਝ ਕਮਾ ਤੇ ਲੈਂਦੇ ਨੇ, ਪਰ ਰਾਤੋਂ ਰਾਤ ਇੱਕਦਮ ਭਾਂਡੇ ਵਿਕ ਜਾਂਦੇ ਨੇ। ਉਹਨਾਂ ਪਤਾ ਲੱਗਿਆ ਕੱਲ ਕਰੋੜਾਂ ਦੇ ਸੀ, ਅੱਜ ਕੱਖਾਂ ਦੇ ਰਹਿ ਗਏ। ਸ਼ਾਰਟਕਟ ਕਦੇ ਕੋਈ ਨਹੀਂ ਹੁੰਦਾ।
ਸ਼ਾਰਟਕਟ ਨਾਲ ਮਾਇਆ ਨਹੀਂ ਕਮਾਈ ਜਾਂਦੀ। ਹਾਂ, ਸ਼ਾਰਟਕਟ ਦੇ ਨਾਲ ਬੇਈਮਾਨ ਇਨਸਾਨ ਕਮਾਉਂਦਾ ਹੈ। ਜੇ ਦੁਨਿਆਵੀ ਮਾਇਆ ਸ਼ਾਰਟਕਟ ਨਾਲ ਨਹੀਂ ਕਮਾਈ ਜਾ ਸਕਦੀ ਅਤੇ ਜੇ ਕਿਧਰੋਂ ਲੁੱਟ ਪਟ ਕੇ ਆ ਵੀ ਗਈ ਤੇ ਉਹ ਜਾਂਦਿਆਂ ਬਿਲਮ ਨਾ ਲੱਗ ਗਿਆ, ਦੇਰੀ ਨਹੀਂ ਲੱਗਦੀ ਉਹਨੂੰ ਜਾਂਦਿਆਂ। ਇਸ ਤਰ੍ਹਾਂ ਹੀ ਜਿਹੜਾ ਸੱਚ ਦਾ ਧਨ ਹੈ, ਇਸ ਨੂੰ ਸ਼ਾਰਟਕਟ ਨਾਲ ਨਹੀਂ ਕਮਾਇਆ ਜਾ ਸਕਦਾ। ਜੇ ਤੁਸੀਂ ਸਹਿਜੇ ਸਹਿਜੇ ਹਰ ਕਾ ਬਿਲੋਵਨਾ ਮਨ ਕਾ ਵਿਚਾਰਾ, ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਦੀ ਅਵਸਥਾ ਚ ਆਓਗੇ ਤਾਂ ਤੁਹਾਨੂੰ ਧਰਮ ਸਮਝਣ ਦਾ ਸਵਾਦ ਵੀ ਆਏਗਾ ਕਿਉਂਕਿ ਸਮਝ ਆ ਰਿਹਾ, ਅਤੇ ਉਸ ਦੇ ਉੱਤੇ ਜੀਣ ਦਾ ਚਿੱਤ ਵੀ ਕਰੇਗਾ ਕਿਉਂਕਿ ਸਮਝ ਆ ਗਿਆ। ਛੇਤੀ ਸ਼ਾਰਟਕਟ ਨਾਲ ਸਮਝ ਹੀ ਨਹੀਂ ਆਉਂਦੀ। ਬਿਜ਼ਨਸ ਦੇ ਐਥਿਕਸ ਨਹੀਂ ਸਮਝ ਆਉਂਦੇ। ਅੱਜ ਦੁਨੀਆ MA PhD ਕਰਕੇ ਫਿਨੈਂਸ ਦੀਆਂ MBA ਕਰਦੀ ਹੈ ਔਰ ਉਹਦੇ ਵਿੱਚ ਇਤਨੇ ਮਿਹਨਤਾਂ ਕਰਦੀ ਹੈ, ਅਤੇ ਸਾਨੂੰ ਗੁਰੂ ਦੀ ਮੱਤ ਦਾ ਇਹ ਰਤਨ ਜਵਾਰ ਵਰਗਾ ਖਜ਼ਾਨਾ, ਇਹਨੂੰ ਇਸ ਤਰ੍ਹਾਂ ਸਮਝਣਾ ਚਾਹੀਦਾ ਹੈ। ਮੈਂ ਬੇਨਤੀ ਕਰ ਸਕਦਾ, ਹੁਕਮ ਨਹੀਂ ਕਰ ਸਕਦਾ, ਸਾਂਝ ਕਰ ਰਿਹਾ। ਮੇਰੇ ਪਿੱਛੇ ਜਾਂ ਕਿਸੇ ਦੇ ਵੀ ਪਿੱਛੇ ਲੱਗਣ ਦੀ ਲੋੜ ਨਹੀਂ। ਆਪਣੇ ਘਰ ਬੈਠ ਕੇ ਸਹਿਜ ਨਾਲ ਬਾਣੀ ਪੜ੍ਹਿਆ ਕਰੋ ਤਾਂ ਦੇਖੋਗੇ ਕਿਤਨਾ ਗੁਰੂ ਸਾਹਿਬ ਨੇ ਉਸ ਜ਼ਮਾਨੇ ਅੰਦਰ ਇਸ ਨੂੰ ਕੰਪਿਊਟਰਾਈਜ਼ਡ ਲੌਕਅਪਸ ਕੀਤਾ ਕਿ ਤਨਾਸਰੀ ਰਾਗ ਵਿੱਚ 19 ਸ਼ਬਦ ਗੁਰੂ ਅਰਜਨ ਪਾਤਸ਼ਾਹ ਦੇ ਹੁਣ ਤੱਕ ਇਸ ਟੌਪਿਕ ਵਿੱਚ ਆਏ ਹਨ। ਹੁਣ ਇੱਕ ਵਿਚਕਾਰ ਕੀ ਲਿਖਿਆ ਤਾਂ ਮੈਂ ਦੇਖ ਰਿਹਾ ਸਾਂ, ਤਨਾਸਰੀ ਰਾਗ ਵਿੱਚ ਇਸ ਟੌਪਿਕ ਉੱਤੇ ਗੁਰੂ ਅਰਜਨ ਪਾਤਸ਼ਾਹ ਜੀ ਦਾ ਇਹ ਪਹਿਲਾ ਸ਼ਬਦ ਹੈ। ਤਨਾਸਰੀ ਰਾਗ ਵਿੱਚ ਇਸ ਤੋਂ ਪਹਿਲਾਂ 18 ਸ਼ਬਦ ਹੈ ਨੇ, ਪਰ ਇੱਥੇ ਟੌਪਿਕ ਬਦਲ ਗਿਆ ਹੈ। ਅਤੇ ਟੌਪਿਕ ਨੂੰ ਮੈਂ ਦੇਖ ਰਿਹਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਹ ਟੌਪਿਕ ਦੇ 3 ਸ਼ਬਦ ਹਨ ਤਨਾਸਰੀ ਰਾਗ ਵਿੱਚ, ਤਾਂ 3 ਸ਼ਬਦਾਂ ਤੋਂ ਬਾਅਦ ਫਿਰ ਉੱਥੇ ਗਿਣਤੀ ਦੁਬਾਰਾ ਤੋਂ ਇੱਕ ਸ਼ੁਰੂ ਹੋਏਗੀ 3 ਤੋਂ ਬਾਅਦ, ਲੇਕਿਨ 3 ਦੇ ਵਿੱਚ 19 ਮਿਲਾ ਲਓ ਤਾਂ 22 ਸ਼ਬਦਾਂ ਤੋਂ ਬਾਅਦ 23 24 25 ਗਿਣਤੀ ਚੱਲਦੀ ਜਾਏਗੀ। ਉਹ ਗਿਣਤੀ ਕੰਟੀਨਿਊਸ ਹੈ ਵੀ ਤਨਾਸਰੀ ਰਾਗ ਵਿੱਚ ਗੁਰੂ ਅਰਜਨ ਪਾਤਸ਼ਾਹ ਦੇ ਕਿਤਨੇ ਸ਼ਬਦ ਨੇ, ਪਰ ਉਹਦੇ ਵਿੱਚ ਟੌਪਿਕਸ ਵੱਖਰੇ ਵੱਖਰੇ ਨੇ। ਇਹ ਟੌਪਿਕ ਕੀ ਹੈ? ਇਹ ਟੌਪਿਕ ਆਪਣੇ ਆਪ ਵਿੱਚ ਗੁਰੂ ਪਾਤਸ਼ਾਹ ਸਾਨੂੰ ਇਸ ਟੌਪਿਕ ਰਾਹੀਂ ਇਹ ਸਮਝਾਉਣਾ ਚਾਹ ਰਹੇ ਨੇ, ਕੁਛ ਸੁਝਦਾ ਨਹੀਂ। ਜਿੱਥੋਂ ਇਹ ਪਹਿਲਾ ਸ਼ਬਦ ਸ਼ੁਰੂ ਹੋਇਆ ਨਾ ਤਨਾਸਰੀ ਰਾਗ ਵਿੱਚ, ਕੁਛ ਸੁਝਦਾ ਨਹੀਂ, ਕੁਛ ਸਮਝ ਨਹੀਂ ਆਉਂਦਾ, ਮੇਰੇ ਵੱਸ ਕੁਛ ਨਹੀਂ ਹੈ। ਬੜੀ ਲਾਚਾਰ ਅਵਸਥਾ ਹੈ ਜਿਸ ਨੂੰ ਅਸੀਂ ਇੰਗਲਿਸ਼ ਵਿੱਚ ਕਹਿੰਦੇ ਹਾਂ ਹੈਲਪਲੈਸਨੈਸ ਦੀ ਅਵਸਥਾ। ਮੇਰੇ ਵੱਸ ਕੁਛ ਨਹੀਂ ਹੈ, ਹਮ ਤੇ ਕਿਛੂ ਨਾ ਹੋਏ ਸਵਾਮੀ। ਇਸ ਕਰਕੇ ਮੈਂ ਵਿਚਾਰਾਂ, ਇਸ ਕਰਕੇ ਕਿਉਂਕਿ ਮੈਂ ਹੈਲਪਲੈਸ ਹਾਂ, ਮੈਂ ਵਿਚਾਰਾਂ ਤੇਰੀ ਸ਼ਰਨ ਆਇਆ। ਇਸ ਕਿਸਮ ਦੇ ਟੌਪਿਕ ਦੇ 3 ਸ਼ਬਦ ਨੇ ਜਿਨ੍ਹਾਂ 'ਚੋਂ ਇਹ ਪਹਿਲਾ ਸ਼ਬਦ ਹੈ, ਬਾਣੀ ਦੀ ਬਣਤਰ ਦੀ ਗ੍ਰੇਟਨੈਸ, ਕਿ ਅਸੀਂ ਟੌਪਿਕ ਦੇ ਕਿਤਨਾ ਨੇੜੇ ਪਹੁੰਚ ਗਏ। ਸਾਨੂੰ ਜਿਹੜੇ ਕਹਾਣੀਆਂ ਸੁਣਾਉਂਦੇ ਨੇ ਨਾ, ਜਿਹੜੇ ਸਾਖੀਆਂ ਦੇ ਨਾਂ ਹੇਠਾਂ ਕਹਾਣੀਆਂ ਸੁਣਾਉਂਦੇ ਰਹਿੰਦੇ ਨੇ ਜਾਂ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਗੁੰਮਰਾਹ ਕਰਦੇ ਰਹਿੰਦੇ ਨੇ, ਉਹ ਬਾਣੀ ਖੋਜਦੇ ਨਹੀਂ ਨੇ। ਇਸ ਕਰਕੇ ਕਹਿੰਦੇ ਨੇ ਅੱਖਾਂ ਨੂਟ ਕੇ ਬਸ ਨਾਮ ਜਪ ਲਿਆ ਕਰੋ। ਤੁਸੀਂ ਅੱਖਾਂ ਨੂਟ ਕੇ 108 ਵਾਰੀ ਬਸ ਮਾਲਾ ਫੇਰ ਲਿਆ ਕਰੋ, ਜਾਂ ਗੁਰਮੰਤਰ ਪੜ੍ਹ ਲਿਆ ਕਰੋ, ਜਾਂ ਮੂਲ ਮੰਤਰ ਪੜ੍ਹ ਲਿਆ ਕਰੋ, ਜਾਂ ਇੱਕ ਓਮਕਾਰੀ ਕਹਿ ਲਿਆ ਕਰੋ। ਇਸ ਤਰ੍ਹਾਂ ਕਹਿ ਜਾਂਦੇ ਨੇ। ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਸ਼ਾਂਤੀ ਮਿਲ ਸਕਦੀ ਹੈ, ਓਕੇ। ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੀ ਹਾਰਟ ਬੀਟ ਠੀਕ ਹੋ ਸਕਦੀ ਹੈ, ਓਕੇ। ਇਸ ਤਰੀਕੇ ਕਰਨ ਦੇ ਨਾਲ ਤੁਹਾਡਾ ਹਾਈਪਰ ਟੈਂਸ਼ਨ ਠੀਕ ਹੋ ਸਕਦੀ ਹੈ, ਓਕੇ। ਪਰ ਇਸ ਤਰ੍ਹਾਂ ਕਰਨ ਨਾਲ ਧਰਮ ਪ੍ਰਾਪਤ ਨਹੀਂ ਹੋਏਗਾ। ਧਰਮ ਪ੍ਰਾਪਤ ਹੋਏਗਾ ਸਭ ਸੇ ਉੱਪਰ ਗੁਰ ਸ਼ਬਦ ਵਿਚਾਰ ਕਰੋ, ਬਾਣੀ ਬਿਰਲੋ ਵਿਚਾਰਸੀ ਵਾਲਾ ਬਿਰਲੋ ਬਣੋ ਤੇ ਬਾਣੀ ਨੂੰ ਖੋਜੋ, ਤਾਂ ਧਰਮ ਸਮਝ ਆਏਗਾ। ਉਹ ਗੁੰਮਰਾਹ ਤੇ ਕਰ ਜਾਂਦੇ ਨੇ, ਪਰ ਸਾਨੂੰ ਬਾਣੀ ਦੀ ਖੋਜ ਵਾਸਤੇ ਲਟਕ ਨਹੀਂ ਲਾਉਂਦੇ ਨੇ। ਮੇਰਾ ਇਹ ਸਭ ਕੁਝ ਕਹਿਣ ਦਾ ਯਤਨ ਇਹ ਹੈ ਕਿ ਮੈਂ ਤੁਹਾਨੂੰ ਸਪਾਰਕ ਕਰਾ ਸਕਾਂ, ਤੁਹਾਡੇ ਹਿਰਦਿਆਂ ਨੂੰ ਟੁੰਬ ਸਕਾਂ, ਉਹਨਾਂ ਨੂੰ ਪ੍ਰਵੋਕ ਕਰਾ ਸਕਾਂ ਕਿ ਤੁਹਾਨੂੰ ਘਰ ਜਾ ਕੇ ਬਾਣੀ ਖੋਜ ਕੇ ਪੜ੍ਹਨ ਦਾ ਸ਼ੌਂਕ ਪੈ ਜਾਏ। ਅੱਜ ਦੇ ਸ਼ਬਦ ਦੀ ਬਾਣੀ ਦੀ ਬਣਤਰ ਨੂੰ ਪਤਾ ਲੱਗਾ ਕਿ ਇਹ ਪਹਿਲਾ ਸ਼ਬਦ ਇਸ ਕਰਕੇ ਹੈ ਕਿ ਇਹਦੇ ਵਿੱਚ ਓਟ, ਆਸਰਾ, ਸ਼ਰਨ, ਹੈਲਪਲੈਸਨੈਸ ਅਵਸਥਾ ਵੇਲੇ ਆਉਣ ਦਾ ਇੱਕ ਯਤਨ ਹੈ। ਉਹ ਟੌਪਿਕ ਸਮਝਾਇਆ, ਹਮ ਤੇ ਕਿਛੂ ਨਾ ਹੋਏ ਸਵਾਮੀ। ਕੁਛ ਹੋ ਗਿਆ, ਕੁਛ ਹੋ ਰਿਹਾ, ਮੈਨੂੰ ਸਮਝ ਨਹੀਂ ਆਉਂਦੀ, ਹਮ ਤੇ ਮੇਰੇ ਵੱਸ ਨਹੀਂ ਹੈ। ਉਹ ਕੀ ਹੋ ਗਿਆ? ਉਹ ਭੁਚਾਲ ਆ ਗਿਆ, ਜਾਂ ਹੜ੍ਹ ਆ ਗਿਆ, ਜਾਂ ਮਾਰਕੀਟ ਵਿੱਚ ਚੀਨੀ ਨਹੀਂ ਮਿਲ ਰਹੀ, ਜਾਂ ਮੇਰੀ ਧੀ ਦਾ ਵਿਆਹ ਹੈ ਤੇ ਤੰਬੂ ਵਾਲੇ ਹਲਵਾਈ ਨਹੀਂ ਮਿਲ ਰਹੇ ਨੇ। ਇਹ ਸਭ ਕੁਝ ਗੱਲ ਨਹੀਂ ਚੱਲ ਰਹੀ। ਮੇਰੇ ਅੰਦਰ ਕੁਝ ਐਸਾ ਵਾਪਰਦਾ ਹੈ ਜਿਹੜਾ ਮੇਰੇ ਵੱਸ ਨਹੀਂ ਹੈ।
ਉਹਦੇ ਮੇਰੇ ਵਾਸਤੇ ਕੋਈ ਇੰਤਜ਼ਾਮ ਕਰਨ ਦਾ ਤਰੀਕਾ ਨਹੀਂ ਹੈ। ਇਸ ਕਰਕੇ ਆਈ ਐਮ ਹੈਲਪਲੈਸ। ਮੈਂ ਤਾਂ ਰੱਬ ਜੀ ਤੁਹਾਡੀ ਸ਼ਰਨ ਆਇਆ। ਵਾਈ ਟੂ ਗੋ ਟੂ ਰੱਬ ਜੀ ਦੀ ਸ਼ਰਨ? ਕਿ ਸਾਨੂੰ ਰੱਬ ਜੀ ਦੀ ਸ਼ਰਨ ਤੋਂ ਬਿਨਾ ਮਤ ਕੋ ਭਰਮ ਭੁੱਲੈ ਸੰਸਾਰ, ਗੁਰਬਿਨ ਕੋਈ ਨਾ ਉਤਰਸ ਪਾਰ। ਸਾਨੂੰ ਰੱਬ ਜੀ ਦੀ ਸ਼ਰਨ ਇਸ ਕਰਕੇ ਲੈਣੀ ਪੈਂਦੀ ਹੈ ਕਿ ਰੱਬ ਜੀ ਸਾਡੀ ਜਿਹੜੀ ਹੈਲਪਲੈਸਨੈਸ ਦੀ ਅਵਸਥਾ ਹੈ ਨਾ, ਉਹਦੇ 'ਚ ਹੈਲਪ ਕਰ ਸਕਦੇ ਨੇ। ਜਦੋਂ ਦੇਖਣਗੇ ਇਹਨੂੰ ਸਮਝ ਨਹੀਂ ਹੈ ਤਾਂ ਆਪਣਾ ਗੁਰ ਸਤਿਗੁਰ ਦੀ ਸਮਝ ਵਿਜ਼ਡਮ ਸਾਨੂੰ ਬਖਸ਼ ਦੇਣਗੇ। ਖੈਰ, ਇਹ ਇਸ ਸ਼ਬਦ ਦੀ ਬਣਤਰ ਹੈ ਕਿ 4 ਪਦੇ ਦਾ। ਇਸ ਟੌਪਿਕ ਦਾ ਪਹਿਲਾ ਸ਼ਬਦ ਹੈ। ਟੋਟਲ 3 ਸ਼ਬਦ ਨੇ ਅਤੇ 19 ਹੁਣ ਤੱਕ ਤਨਾਸਰੀ ਰਾਗ ਸ਼ਬਦ ਨੇ। ਆਓ ਹੁਣ ਸ਼ਬਦ ਦਾ ਰਹਾਉ ਸਮਝੀਏ। ਰਹਾਉ 'ਚ ਕਹਿੰਦੇ ਨੇ ਹਾਹਾ ਪ੍ਰਭ ਰਾਖ ਲਿਓ। ਜਦੋਂ ਵੀ ਲਿਓ ਦੇ ਹਾਹੇ ਨੂੰ ਔਂਕੜ ਲੱਗੀ ਹੋਈ ਹੈ ਤਾਂ ਹੁਕਮੀ ਭਵਿੱਖਤ ਵਿੱਚ ਜਾਂ ਭਵਿੱਖਤ ਵਿੱਚ ਵਾਸਤੇ, ਫਿਊਚਰ ਟੈਂਸ ਵਾਸਤੇ ਬੇਨਤੀ ਦਾ ਲਹਿਜ਼ਾ ਜਾਂ ਹੁਕਮੀ, ਜਦੋਂ ਗੁਰੂ ਪਾਤਸ਼ਾਹ ਕਹਿੰਦੇ ਨੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਉੱਥੇ ਹੁਕਮੀ ਭਵਿੱਖਤ, ਹੁਕਮ ਕਰ ਰਹੇ ਨੇ ਭਵਿੱਖਤ ਫਿਊਚਰ ਟੈਂਸ ਵਿੱਚ। ਲੇਕਿਨ ਜੇ ਇੱਥੇ ਕਹਿ ਰਹੇ ਨੇ ਫਸਟ ਪਰਸਨ ਦੀ ਲੈਂਗੁਏਜ ਵਿੱਚ ਤਾਂ ਰੱਬ ਅੱਗੇ ਬੇਨਤੀ ਕਰ ਰਹੇ ਨੇ ਵੀ ਰਾਖ ਲਿਓ, ਉੱਥੇ ਹਾਹੇ ਦੀ ਔਂਕੜ। ਪਰ ਊੜਾ ਬੰਦ ਹੋਵੇਗਾ ਤਾਂ ਫਸਟ ਪਰਸਨ ਬਣ ਜਾਏਗਾ, ਤਾਂ ਕਹਿ ਰਹੇ ਨੇ ਲਿਓ ਕਿਆ ਮੰਗੂ, ਊੜਾ ਬੰਦ ਬਿੰਦੀ ਨਾਲ ਉਚਾਰਨ ਕਰਾਂਗੇ। ਪਰ ਲਿਓ ਸਿੰਪਲੀ ਲਿਓ, ਬਿੰਦੀ ਨਹੀਂ ਲਾਵਾਂਗੇ। ਇਹ ਗ੍ਰਾਮਰ ਵੀ ਮੈਂ ਤੁਹਾਡੇ ਨਾਲ ਸਾਂਝ ਤਾਂ ਕਰਾਂ ਕਿ ਵਿਆਕਰਣ ਦੇ ਨਾਲ ਬਾਣੀ ਪੜ੍ਹੋ, ਤੁਹਾਨੂੰ ਹੋਰ ਗਹਿਰਾਈ ਸਮਝ ਆਉਣੀ ਸ਼ੁਰੂ ਹੋ ਜਾਏਗੀ। ਪਰ ਗਹਿਰਾਈ ਸਮਝ ਆ ਜਾਣਾ, ਬਾਣੀ ਦੀ ਬਣਤਰ ਸਮਝ ਆ ਜਾਣਾ, ਵਿਆਕਰਣ ਸਮਝ ਆ ਜਾਣਾ, ਸਹੀ ਅਰਥ ਸਮਝ ਆ ਜਾਣਾ, ਅੱਛੇ ਮੀਲ ਪੱਥਰ ਨੇ ਪਰ ਫਾਈਨਲ ਡੈਸਟੀਨੇਸ਼ਨ ਨਹੀਂ ਹੈ। ਫਾਈਨਲ ਡੈਸਟੀਨੇਸ਼ਨ ਕੀ ਹੈ? ਉਸ ਅਨੁਸਾਰ ਅਮਲੀ ਜੀਵਨ। ਮਤੇ ਕੋਈ ਇਹ ਸੋਚ ਲੇ ਵੀ ਅਸੀਂ ਗ੍ਰਾਮਰ ਬਿਆਨ ਕਰਦੇ ਹਾਂ, ਅਸੀਂ ਅਮਲੀ ਜੀਵਨ ਵਾਲੇ ਹੋ ਗਏ ਹਾਂ, ਜਾਂ ਮੈਨੂੰ ਅਰਥ ਬੜੇ ਆਉਂਦੇ ਨੇ ਮੈਂ ਅਮਲੀ ਜੀਵਨ ਵਾਲਾ ਹੋ ਗਿਆ। ਇੰਝ ਨਹੀਂ ਹੈ। ਪਰ ਅਰਥ ਤੇ ਠੀਕ ਸਮਝਣੇ ਪੈਣਗੇ ਨਾ। ਠੀਕ ਅਰਥਾਂ ਵਾਸਤੇ ਇੱਕ ਗੁੱਡ ਅਪਰੋਚ ਹੈ ਕਿ ਅਸੀਂ ਵਿਆਕਰਣ ਨੂੰ ਸਮਝੀਏ। ਹੁਣ ਅੱਜ ਦੇ ਸ਼ਬਦ ਦੇ ਵਿੱਚ ਰਹਾਉ ਹੈ। ਰਹਾਉ 'ਚ ਪੂਰੀ ਪੰਕਤੀ ਹੈ ਜਿਹੜੀ ਅੰਡਰਲਾਈਨ ਕੀਤੀ ਹੈ। ਹਾਹਾ ਪ੍ਰਭ ਰਾਖ ਲਿਓ ਹਮ ਤੇ ਕਿਛੂ ਨਾ ਹੋਏ ਮੇਰੇ ਸੁਆਮੀ, ਕਰ ਕਿਰਪਾ ਆਪਣਾ ਨਾਮ ਦਿਓ। ਨਾਮ ਦਿਓ ਤਾਂ ਲੋਕਾਂ ਨੇ ਨਾਮ, ਕਿਸੇ ਨੇ ਰਾਮ ਸਮਝਿਆ ਹੋਇਆ, ਕਿਸੇ ਨੇ ਅੱਲਾ ਸਮਝਿਆ ਹੋਇਆ, ਕਿਸੇ ਨੇ ਬੀਠਲ ਸਮਝਿਆ ਹੋਇਆ, ਕਿਸੇ ਨੇ ਹਰੀ ਸਮਝਿਆ ਹੋਇਆ, ਕਿਸੇ ਨੇ ਖੁਦਾ ਸਮਝਿਆ ਹੋਇਆ, ਕਿਸੇ ਨੇ ਵਾਹਿਗੁਰੂ ਵੀ ਸਮਝਿਆ ਹੋਇਆ। ਹਰ ਕੋਈ ਸੋਚ ਰਿਹਾ ਨਾਮ ਦਿਓ ਦਾ ਮਤਲਬ ਉਹ ਹੈ ਜੋ ਮੇਰੇ ਘਰ ਮੈਨੂੰ ਸਮਝਾਇਆ ਗਿਆ। ਪਰ ਅੱਜ ਨਾਮ ਦਿਓ ਦਾ ਮੀਨਿੰਗ ਸਮਝਾਂਗੇ। ਇੱਕ ਰਾਗੀ ਸਾਹਿਬਾਨ ਜੀ ਟੀਵੀ ਤੇ ਗਾ ਰਹੇ ਹੁੰਦੇ ਨੇ ਔਰ ਉਹ ਸ਼ਬਦ ਪੜ੍ਹ ਰਹੇ ਹੁੰਦੇ ਨੇ, ਗੋਬਿੰਦ 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 ਸਿੰਘ ਨਾਮ ਦਿਓ ਮਨ ਲੀਣਾ। ਉਹ ਨਾਮ ਦਿਓ ਦਾ ਮਤਲਬ ਉੱਥੇ ਨਾਮਦੇਵ ਜੀ ਭਗਤ ਦੀ ਗੱਲ ਚੱਲ ਰਹੀ ਹੈ, ਪਰ ਉਹਨੂੰ ਕਹੀ ਜਾਂਦੇ ਨਾਮ ਦਿਓ ਮਨ ਲੀਣਾ। ਮੈਨੂੰ ਨਾਮ ਦਿਓ ਤਾਂ ਕਿ ਮੈਂ ਮੇਰਾ ਮਨ ਉਹਦੇ ਲੀਨ ਹੋ ਜਾਏ, ਉਹਦੇ ਅਰਥ ਕਰ ਰਹੇ ਹੁੰਦੇ ਨੇ। ਜਦ ਕਿ ਉਹ ਸਾਰੇ ਸ਼ਬਦ ਵਿੱਚ ਸਾਰੇ ਭਗਤਾਂ ਦੀ ਗੱਲਾਂ ਕੀਤੀਆਂ ਹੋਈਆਂ, ਕਬੀਰ ਦੀ, ਨਾਮਦੇਵ ਦੀ, ਇਸ ਤਰੀਕੇ ਨਾਲ ਉਹਨਾਂ ਦੀਆਂ ਵਿਧੀਆਂ ਸਮਝਾਈਆਂ ਹੋਈਆਂ। ਖੈਰ, ਨਾਮਦੇਵ ਨੂੰ ਅਸੀਂ ਸਾਰਾ ਸ਼ਬਦ ਸਮਝਾਂਗੇ ਤਾਂ ਸਾਡੇ ਕਾਫੀ ਹੱਦ ਤੱਕ ਗੱਲ ਸਮਝ ਪੈ ਜਾਏਗੀ। ਹੁਣ ਅਸੀਂ ਸੋਚਦੇ ਹਾਂ ਕਿ ਕੰਨਾ ਬਿੰਦੀ ਲਾ ਕੇ ਉਚਾਰਨ ਕਰੋ ਤਾਂ ਬਣ ਜਾਂਦਾ ਹੈ ਹਾਂ ਹਾਂ ਪ੍ਰਭ ਰਾਖ ਲਿਓ। ਪਰ ਇੱਥੇ ਕੰਨਾ ਬਿੰਦੀ ਕਿਉਂ ਨਹੀਂ ਲਾਣੀ? ਇਹ ਵਾਲਾ ਗੁਰਮਤ ਦਾ, ਗ੍ਰਾਮਰ ਦਾ ਫੰਡਾਮੈਂਟਲ ਸਾਨੂੰ ਸਮਝਣ ਵਾਸਤੇ ਥੋੜ੍ਹੀ ਜਿਹੀ ਗੱਲ ਸਮਝਣੀ ਪਏਗੀ। ਜਦੋਂ ਅਸੀਂ ਕਿਸੇ ਗੱਲ ਉੱਤੇ ਕੌਨਫੀਡੈਂਟ ਹੋ ਕੇ ਕਿਸੇ ਨੂੰ ਕੁਝ ਕਹਿ ਰਹੇ ਹੁੰਦੇ ਹਾਂ, ਫਰਜ਼ ਕਰੋ ਸਾਨੂੰ ਪਤਾ ਹੈ ਕਿ ਸਾਡੇ ਬੱਚੇ ਨੂੰ ਅਸੀਂ ਜਦੋਂ ਕੋਈ ਕੰਮ ਕਰਵਾਉਣਾ ਚਾਹੁੰਦਾ ਸੀ ਤਾਂ ਅਸੀਂ ਉਹਨੂੰ ਦੇਖਿਆ ਤਾਂ ਉਹ ਬੜੀ ਮੱਖਣਬਾਜ਼ੀ ਕਰਕੇ ਮਿੱਠਾ ਮਿੱਠਾ ਬੋਲ ਕੇ, ਅੱਛਾ ਮੰਮੀ ਮੈਂ ਇਹ ਕੰਮ ਕਰ ਦੂੰਗਾ, ਅੱਛਾ ਪਾਪਾ ਇਹ ਕਾਰ ਸਾਫ਼ ਕਰ ਦੂੰ, ਸਮਥਿੰਗ, ਤਾਂ ਅਸੀਂ ਉਸ ਨੂੰ ਕਹਿੰਦੇ ਹਾਂ ਹਾਂ ਅੱਜ ਤੇ ਤੂੰ ਆਪਣਾ ਕੰਮ ਜੋ ਕਢਾਉਣਾ ਹੈ, ਹਾਂ ਹਾਂ ਸ਼ੋਰ। ਜਦੋਂ ਨਿਰਸੰਦੇਹ ਵਿਦਾਊਟ ਐਨੀ ਡਾਊਟ ਸ਼ੋਰ ਹੁੰਦਾ ਨਾ, ਤੇ ਜਦੋਂ ਕੋਈ ਆਪਣਾ ਕੰਮ ਕਢਾ ਲੇ ਔਰ ਕੰਮ ਕਢਾਉਣ ਤੋਂ ਬਾਅਦ ਦੇਖੇ ਹੀ ਨਾ, ਨਹੀਂ ਮੇਰੇ ਪਾਸ ਅੱਜ ਟਾਈਮ ਹੀ ਨਹੀਂ ਹੈ, ਸਾਡੇ ਵੱਲ ਆਵੇ ਹੀ ਨਾ, ਤਾਂ ਵੀ ਅਸੀਂ ਕਹਿੰਦੇ ਹਾਂ ਹਾਂ ਹੁਣ ਤੇਰਾ ਕੰਮ ਜੋ ਨਿਕਲ ਗਿਆ, ਕਿਉਂਕਿ ਸਾਨੂੰ ਸ਼ੋਰ ਹੈ। ਉਸ ਵੇਲੇ ਹਾਂ ਹਾਂ ਹੁੰਦਾ। ਪਰ ਇੱਥੇ ਕਹਿ ਰਹੇ ਨੇ ਹਾਂ। ਹੁਣ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਸਾਨੂੰ ਬਾਣੀ ਪੜ੍ਹਨ ਨੂੰ ਮਿਲਦੀ ਹੈ। ਗੁਰੂ ਪਾਤਸ਼ਾਹ ਕਹਿੰਦੇ ਹਾਂ ਲਪਟਿਓ ਰੇ ਮੂੜੇ।
ਉੱਥੇ ਸ਼ੋਰ ਸ਼ਾਟ ਆਪਣੇ ਮਨ ਨੂੰ ਕਹਿ ਰਹੇ ਨੇ, ਹਾਂ ਹਾਂ ਓਏ ਮੇਰੇ ਮੂਰਖ ਮਨ, ਤੂੰ ਗਲਤ ਕੰਮਾਂ 'ਚ ਖਚਤ ਹੋਇਆ ਹੋਇਆ। ਇੱਥੇ ਕਹਿ ਰਹੇ ਨੇ ਹਾ ਹਾ। ਇਹ ਹਾ ਦਾ ਮੈਨਾ ਕੀ ਹੈ? ਬਿੰਦੀ ਕੰਨਾ ਕਿਉਂ ਨਹੀਂ ਲਾਣੀ? ਕਿਉਂਕਿ ਇਹ ਹਾ ਦਾ ਮਤਲਬ ਹੈ ਹਾਏ ਹਾਏ, ਓਹੋ, ਹੈਲਪਲੈਸ। ਔਰ ਇਹ ਹਾਏ ਦਾ ਵੀ ਮੈਂ ਸੋਚ ਰਿਹਾ ਸਾਂ ਕਿ ਹਾਏ ਹਾਏ ਕਰਦਿਆਂ ਜੀਵਨ ਬਿਤਾਉਣ ਦੇ ਦੋ ਢੰਗ ਨੇ। ਇੱਕ ਹੈ ਹਾਏ ਹਾਏ ਲੁੱਟੇ ਗਿਆ ਮਾਰੇ ਗਿਆ, ਹਾਏ 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 ਹਾਏ, that is complaint, that is taunt, that is शिकवे शिकायत, that is thanklessness अवस्था। लेकिन एक हाय है तोबा, हाय मैं बाज आया, हाय मैं तंग आ गया। ये जड़ा हाय है ना, उस सेंस विच, जिस सेंस विच गुरु पातशाह कहंदे ने ये तोबा ये करना कि बई हाँ मनु ना हुण बस इस तो बाद हुण बर्दाश्त नहीं होती, हुण मैं तंग आ चुका हाँ कि दुखी हो के इस अवस्था तो मैं तंग आ चुका, इस ठगाई अवस्था तो तंग आ चुका। ओहो, ये जिहड़ा है ना, हुण असी अपने नाल जोड़ के देखना है कि असी रोज़ हाय हाय करदियां जीना है ते मार खांदे रहना है विकारां कोलों। अंदर दी जिहड़ी मार पै रही है सानू काम क्रोध अहंकार दी अते तृष्णा दी, अते सारी धरती ते जो कुछ भी साडी कुरबल साडी तृष्णा दी मत दे कारण एक मनुख तो दूर है, ये हाय हाय करदा जीना है। तां तुसी नोटिस करना बिजनेस विच तुसी अपने नौकरां चाकरां नाल औखे रहोगे, बिजनेस या नौकरी विच तुसी अपने बॉस नाल या थल्ले वाला नाल औखे रहोगे, घर रहोगे तां पति पत्नी सस सोहरा माँ प्यो बच्चियां नाल औखे रहोगे, नौकर चाकर रहोगे, क्योंकि हाय हाय कर रहे हैं। लेकिन हाय हाय जिस कारण होंदी है उस तो उन्हें तोबा नहीं कीता है। सानू जहर वाले जीवन चों स्वाद आ रहा, इस करके हुणे हाय हाय करन ही स्वाद आ रहा, पर तोबा करन ही स्वाद नहीं आ रहा। जदों तोबा कर जाइए तां जिहड़ा हाय हाय है उहनूं गुरु पातशाह ने इत्थे ओह वाली स्पिरिट भावना नाल बड़ी सरैंडर करके मन नूं पेश किया रब अगे कि मेरे हुण वस नहीं है। जिस इंसान को यह समझ आ जाए ना मेरे वस नहीं है, यह विकारां तो जिहड़े काम क्रोध अहंकार मैनूं तंग करते हैं, जिहड़ी अगन मैनूं तंग करती है, वो इंसान नम्रता च आ जाता है। जदों वो नम्रता च आ जाता है चतराई छुट जाती है। अदरवाइज असीं अपनी चतराई नाल जुड़े रहंदे हां, तां ही गुरु पातशाह कहंदे ने चतराई सियाणपां किते कम ना आया, तुठा साहिब जो दे सोई सुपाई। हुण इहदा मतलब यह हो गया कि असीं जदों तक अपनी चतराई नाल रहिंदे हां, असीं तोबा करके हा हा ओहो रब जी मैनू रख लो वाली अवस्था च आंदे नहीं हाँ। किसी नूं पैसे दा माण, किसी नूं अपनी नौकरी ते अहुदे दा माण, किसी नूं अपने जोबन दा माण, किसी नूं अपनी जवानी दा माण, किसी नूं अपनी उच्ची जात दा माण। बस ये जिहड़े सारे माण ने ना, इन्हां माण दे कारण हंकार दे कारण मनुख अपनी चतराई नाल जुड़िया रहिंदा है ते हा हा करके तोबा करके नम्रता नाल सरैंडर नहीं करता। इस अवस्था च अपने आप को लिजा के देखो जिस अवस्था च गुरु पातशाह कह रहे हैं, ताई मैं हा नूं एक्सप्लेन करने वास्ते थोड़ा जिहा यतन किया है। काश असी अपने आप को ड्रैग करके अपने आप को उस अवस्था च लिजा सकीए कि हैल्पलैस हाँ। जदों हैल्पलैस अवस्था च आ जाते हैं ना, तो पता की होंदा है, सानू साडे रोज़मर्रा के जीवन विच जेकर नूं कुकरी कुछ नहीं सीखिया कुकिंग वास्ते, जिस तरह अजकल दी नौजवान कुड़ियां कुछ सीखना चाहदियां ही नहीं ने, तवे थल कोल खड़ा होए ना फुलका पकाना ही नहीं चाहदियां, सब्जी बनानी आंदी कोई नहीं, आमलेट आंदा है वो जदों कोई कहणगे तां सड़ जाएगा, गल्लां च आंदा है। खैर जदों वो अपनी सस नूं फूल करदी रहिंदी है, अपने नाल जोड़ के देखो भावें इस्त्री या मर्द है कोई भी, जदों अपनी सस नूं फूल करदी रहिंदी है तां अपनी चतराई करदी रहिंदी है ते ओहदी सस नाल बन नहीं पाती है, तो रिजल्ट की निकलता है अंदरों डरदी रहती है, डिसहारमनी रहती है। सस दे बदले हो गए रब जी। रब जी की नज़र के सामने जदों असीं अपनी चतराई करते रहते हाँ तो साडी रब जी दे नाल रिलेशनशिप बन नहीं पाती है। पर उसे नूंह की सस दे नाल रिलेशनशिप बन जाती है जदों नूंह कहती है माता जी
ਉਹ ਮੇਰੀ ਸਾਸੂ ਜੀ, ਉਹ ਮੇਰੀ ਮਾਂ ਜੀ, ਮੈਨੂੰ ਸੱਚੀ ਮੁੱਚੀ ਨਹੀਂ ਆਉਂਦਾ, ਮੈਂ ਹੈਲਪਲੈਸ ਹਾਂ, ਪਲੀਜ਼ ਮੇਰੀ ਹੈਲਪ ਕਰੋ, ਮੈਨੂੰ ਸਿਖਾਓ, ਮੈਨੂੰ ਸਮਝਾਓ। ਮੇਰੇ ਨਾਲ ਬੈਠ ਕੇ ਮੈਨੂੰ ਕੜਛੀ ਮਾਰਨਾ ਤੇ ਟਾਈਮ ਤੇ ਟੱਕਣ ਦੇਣਾ, ਕਦੋਂ ਟੱਕਣ ਲਾਣਾ ਹੈ, ਇਹ ਸਾਰਾ ਸਿਖਾਓ। ਜਦੋਂ ਸੱਸ ਨੂੰ ਇੰਝ ਕਹਿੰਦੀ ਹੈ ਨਾ, ਸੱਸ ਨੂੰ ਚੰਗਾ ਲੱਗਦਾ, ਸ਼ੁਕਰ ਹੈ ਸੱਚ ਤੇ ਬੋਲਿਆ। ਬਸ ਇਸ ਕਿਸਮ ਦੀ ਅਵਸਥਾ 'ਚ ਜੇ ਅਸੀਂ ਆ ਜਾਈਏ ਨਾ ਰੱਬ ਜੀ ਦੇ ਨਾਲ, ਇਹਨੂੰ ਹਾ ਹਾ ਕਿਹਾ ਹੈ, ਤੋਬਾ ਕਰਕੇ, ਹਾਏ ਰੱਬ ਜੀ ਰੱਖ ਲਓ, ਹਾਂ ਹਾਂ ਪ੍ਰਭ ਰਾਖ ਲਿਓ। ਅਸੀਂ ਜਦੋਂ ਕਿਸੇ ਧਾਰਮਿਕ ਸਥਾਨ ਤੇ ਜਾਂਦੇ ਹਾਂ ਤੇ ਉੱਥੇ ਜਾ ਕੇ ਇਹ ਕਹਿ ਰਹੇ ਹੁੰਦੇ ਆ, ਰਾਖ ਲਿਓ ਘਰ ਪ੍ਰੋਬਲਮ ਹੈ, ਰਾਖ ਲਿਓ ਘਰ ਬਿਮਾਰੀ ਹੈ, ਰਾਖ ਲਿਓ ਨੌਕਰੀ ਨਹੀਂ ਮਿਲੀ, ਰਾਖ ਲਿਓ ਧੀ ਦੇ ਵਿਆਹ ਤੇ ਘਿਓ ਦੇ ਟੀਨ ਮਿਲ ਜਾਣ, ਰਾਖ ਲਿਓ ਕਚਹਿਰੀ ਦਾ ਕੇਸ ਜਿੱਤ ਜਾਈਏ, ਰਾਖ ਲਿਓ ਜਿਤਨੀਆਂ ਮਰਜ਼ੀ ਅਸੀਂ ਆ ਕੇ ਗੱਲਾਂ ਕਰਦੇ ਹਾਂ, ਪਰ ਰੱਬ ਜੀ ਇਹਨਾਂ ਚੀਜ਼ਾਂ ਵਾਸਤੇ ਰਾਖ ਲਿਓ ਨਹੀਂ ਕਰਦੇ ਨੇ। ਰੱਬ ਜੀ ਰਾਖ ਲਿਓ ਸਾਡੇ ਅੰਤਰਾਤਮੇ ਵਾਸਤੇ ਕਰਦੇ ਨੇ, ਇਹੀ ਉਹਦਾ ਬਿਰਦ ਹੈ। ਇਹ ਬਿਰਦ ਸਵਾਮੀ ਸੰਧਾ ਉਹਦਾ ਬਿਰਦ ਹੈ, ਉਹ ਰੱਖਦਾ ਹੈ। ਮੇਰਾ ਬੈਦ ਗੁਰੂ ਗੋਬਿੰਦਾ ਰੱਖ ਲੈਂਦਾ, ਉਹ ਹਮੇਸ਼ਾ ਰੱਖਦਾ ਹੀ ਆ, ਧੁਰ ਤੋਂ ਰੱਖਦਾ ਆਇਆ ਦਾ ਮਤਲਬ ਹੈ ਹੋਇਆ, ਸ਼ੁਰੂ ਤੋਂ ਰੱਖਦਾ ਆ ਰਿਹਾ, ਭਗਤ ਜਨਾਂ ਦੀ ਰੱਖਦਾ ਆ ਰਿਹਾ ਦਾ ਮਤਲਬ ਹੈ ਵੇ ਕਿ ਉਹ ਅੰਤਰਾਤਮੇ ਦੀ ਪੱਤ ਰੱਖ ਲੈਂਦਾ ਹੈ, ਸਿਖਾ ਦਿੰਦਾ, ਰਿਲੇਸ਼ਨਸ਼ਿਪ ਬਣਾ ਲੈਂਦਾ। ਕਾਸ਼ ਇਸ ਹੈਲਪਲੈਸਨੈਸ ਦੀ ਅਵਸਥਾ ਵਿੱਚ ਆਪਣੇ ਆਪ ਨੂੰ ਲਿਜਾਈਏ ਤੇ ਤਸੱਵੁਰ ਕਰਕੇ ਦੇਖੀਏ ਕਿ ਗੁਰੂ ਪਾਤਸ਼ਾਹ ਕੀ ਕਹਿ ਰਹੇ ਨੇ ਕਿ ਮੈਨੂੰ ਪ੍ਰੋਟੈਕਟ ਕਰ ਲਓ, ਮੈਨੂੰ ਬਚਾ ਲਵੋ, ਮੈਨੂੰ ਨਾ ਰੋਜ਼ ਕਿਹੜੀਆਂ ਚੀਜ਼ਾਂ ਤੰਗ ਕਰਦੀਆਂ ਉਹਨਾਂ ਦੇ ਬਾਰੇ ਕਿਹਾ ਮੇਰੇ ਵੱਸ ਕੁਛ ਨਹੀਂ ਹੈ, ਔਰ ਸਾਰੇ ਸ਼ਬਦ ਵਿੱਚ ਪਦਿਆਂ ਵਿੱਚ ਉਸ ਨੂੰ ਬਿਆਨ ਕੀਤਾ ਹੈ। ਕਹਿੰਦੇ ਨੇ ਹਮ ਤੇ ਕਿਛੂ ਨਾ ਹੋਏ ਮੇਰੇ ਸੁਆਮੀ, ਮੇਰੇ ਮਾਲਕ ਜੀ ਕਰ ਕਿਰਪਾ ਆਪਣਾ ਨਾਮ ਦਿਓ। ਹੁਣ ਤੁਸੀਂ ਨੋਟਿਸ ਕਰਨਾ, ਜੇ ਇੱਕ ਇਨਸਾਨ ਨਾਮ ਦਿਓ ਦਾ ਮੈਨਾ ਇਹ ਸਮਝ ਲੇ ਕਿ ਬਈ ਕੋਈ ਵੀ ਰੱਬ ਦੇ ਨਾਂ ਦਾ ਲਫ਼ਜ਼ੀ ਰਟਨ ਤਾਂ ਰੱਬ ਦਾ ਨਾਂ ਤੇ ਪਹਿਲੀ ਗੱਲ ਰੱਖਿਆ ਜਾ ਨਹੀਂ ਸਕਦਾ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਕਿਹਾ ਬਲਿਹਾਰੇ ਜਾਓ ਜਿੱਤੇ ਤੇਰੇ ਨਾਮ ਹੈ, ਸਤ ਨਾਮ ਤੇਰਾ ਪਰਾ ਪੁਰਬਲਾ, तेरा ना जो भी है सच्चा है, शुरू तो सच्चा है, आज सच जुगाद सच हमेशा सच्चा रहेगा, लेकिन तेरा ना तू ही जानना है, तेरी गत में तू ही जाना है, तू बेअंत को विरला जाना है, सब कुछ तेरे बारे तू ही जानना है, तेरा ना कोई रख नहीं सकता, क्योंकि जो भी इंसान रखेगा वो छोटा होएगा तेरी डेफिनेशन तो तेरी डेफिनेशन है इन्फिनिट, बेअंत, अनंत। इस करके तेरा स्टार्ट और एंड लभदा नहीं है, तेरा ना की रखी है, ना दे विच तां बंदा बज जाता है। सानू कहता जी ववा वासदेव ससा हा हा हरी, तो इस तरीके नाल ना नहीं, रब जी दी गिणतियां मिणतियां वाला ना रखिया जा ही नहीं सकता, क्योंकि उन्होंने बनाया ही नहीं जा सकता, थापिया ना जाए, कीता ना होए। पर गुरु ग्रंथ साहब दे विच वाह गुरु लफज आया, वो गुरु दी वावा वास्ते आया, उस नूं असी सिख जगत विच रब दे नां दे प्रतीक दे नाल वरतदे हां, क्योंकि गुरमति च रब अते गुरु एक मिक इकट्ठा मिलवें भाव विच आंदा है, इस करके असीं उस नूं वरतदे हां। उहदे च माड़ कोई नहीं है, प्यार विच कहना वाहिगुरू मेरे रब जी, कोई माड़ नहीं है। रब जी नूं अल्लाह कहो, गॉड कहो, खुदा कहो, बीठल कहो, प्यारा कहो, प्रीतम कहो, मेरा साजनड़ा कहो, और भावें उन्हां नूं गॉड कह के अपना प्राण सखाई कहो, जो मर्जी कहो, रब जी ने। राम, अल्लाह, गॉड, खुदा सारे रब जी दे नाम ने, लेकिन कर किरपा अपना नाम दिओ दा नाम दे मां नूं औंकड़ है, और इत्थे भाव अर्थ निकलेगा कि मैनू ऐसी समझ दे दिओ, ऐसी विजडम दे दिओ। नाम दिओ दा मतलब मनु सूझ-बूझ बख्श दिओ, मनु ऐसा सच समझा दिओ, मेरे वास कुछ नहीं है, हा हा प्रभ राख लियो, हम ते किछु ना होए मेरे स्वामी, कर किरपा अपना नाम दिओ, मतलब किरपा करके अपनी समझ मैनू बख्श दिओ, ताकि मेरी ए जिहड़े पदे लिखे ने उन्हां दे मुताबिक उन्हां चीज़ां तो जान छुट जाए। ये शब्द दा रहाऊ है। हुण पहले पदे च कहंदे ने नामदेव नूं असी आखिर दे नाल फिर रिलेट कर लवांगे, और उस नूं रिलेट करके जदों समझांगे तो पता लग जाएगा नामदेव की है शब्द के आखिरी पदे दे नाल। और नामदेव दा मैना गुरु ग्रंथ साहब जी नूं पुछांगे तो असी रोज़ सोदर पढ़दे हां, हर के जन
सतगुर सतपुरखा। राग गुजरी महला चौथा। हर के जन सतगुर सतपुरखा बिनो करो गुरपास। हम कीरे किरम सतगुर शरणाई कर दिया नाम प्रकाश। अगे कहते मेरे मीत गुरदेव मोको राम नाम प्रकाश। मैनू राम नाम दा प्रकाश कर दिओ। भाव राम नाम मीनस मनु रब्बी ज्ञान दे दिओ। मोको राम नाम प्रकाश। हुण अगे की कहते हैं, राम नाम मंगदा है, राम नाम दा प्रकाश हिरदे च मंगदा है। प्रकाश हिरदे विच गुरु ज्ञान नाल हुंदा है। तां अगे कहंदे ने गुरमत नाम, गुरु दी मत वाला नाम, गुरु दी मत वाला ज्ञान। गुरमत नाम मेरा प्राण सखाई। मेरे प्राणा दा सखाई है जिहड़ा। प्राण एक तां प्राण हुंदे ने ऑक्सीजन जिसनूं श्वास कहंदे आ। एक प्राण ਉਹ ਨੇ ਜਿਨ੍ਹਾਂ ਤੋਂ ਬਿਨਾ ਅਸੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਮਰ ਜਾਂਦੇ ਹਾਂ। ਜੇ ਕੋਲ ਪ੍ਰਾਣ ਹੋਣ, ਉਹ ਪ੍ਰਾਣ ਕੀ ਨੇ? ਅੰਮ੍ਰਿਤ। ਕਾਮ ਕ੍ਰੋਧ ਲੋਭ ਮੋਹ ਹੰਕਾਰ ਵਰਗੇ ਵਿਕਾਰਾਂ ਵਰਗੇ ਇਸ ਦੇਹੀ ਮੇ ਪੰਜ ਚੋਰ ਵਸੈ। ਕਾਮ ਕ੍ਰੋਧ ਲੋਭ ਮੋਹ ਹੰਕਾਰਾ ਅੰਮ੍ਰਿਤ ਲੂਟੈ ਮਨਮੁਖ ਨਹੀਂ ਬੁਝੇ ਕੋਈ ਨਾ ਸੁਣੇ ਪੁਕਾਰਾ। ਉਹਨਾਂ ਦੇ ਨਾਲ ਲੜਨ ਵਾਸਤੇ ਕੰਮ ਆ ਸਕਦਾ ਹੈ। ਉਹ ਜਿਹੜਾ ਪ੍ਰਾਣ ਕੋਲ ਹੁੰਦਾ ਨਾ, ਉਹਨੂੰ ਵਿਜ਼ਡਮ, ਗਿਆਨ, ਨੌਲੇਜ, ਵਿਵੇਕ ਬੁੱਧੀ ਕਹਿੰਦੇ ਨੇ। ਤੀਜਾ ਨੇਤਰ ਕਹਿੰਦੇ ਨੇ, ਸਿਕਸਥ ਸੈਂਸ ਕਹਿੰਦੇ ਨੇ, ਸਟਰੋਂਗ ਇੰਟੈਲੈਕਟ ਕਹਿੰਦੇ ਨੇ। ਉਸ ਨੂੰ ਕਹਿੰਦੇ ਨੇ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ। ਗੁਰੂ ਦੀ ਮਤ ਮੇਰਾ ਪ੍ਰਾਣਾ ਦਾ ਸਖਾਈ ਹੈ। ਗੁਰੂ ਦੀ ਨੌਲੇਜ ਜੋ ਗੁਰੂ ਸੁਮਤ ਬਖਸ਼ਦਾ ਹੈ। ਗੁਰਮਤ ਨਾਮ ਮੇਰਾ ਪ੍ਰਾਣ ਸਖਾਈ। ਹਰ ਕੀਰਤ ਹਮਰੀ ਰਹਿਰਾਸ। ਰਹਿਰਾਸ ਕੀ ਹੁੰਦਾ? ਰਾਹੇ ਰਾਸ। ਰਾਹੇ ਰਾਸ ਕੀ ਹੁੰਦਾ? ਰਸਤੇ ਤੇ ਜਾਣ ਦੀ ਪੂੰਜੀ, ਰਸਤੇ ਤੇ ਟੁਰਨ ਦਾ ਕੋਲ ਕੈਪੀਟਲ। ਜਦੋਂ ਅਸੀਂ ਕਿਸੇ ਦੂਸਰੀ ਜਗ੍ਹਾ ਜਾਂਦੇ ਹਾਂ, ਉੱਥੇ ਸਾਨੂੰ ਰਸਤੇ 'ਚ ਖਾਣਾ ਪੀਣਾ ਹੋਏਗਾ, ਠਹਿਰਨਾ ਹੋਏਗਾ, ਕਿਰਾਇਆ ਦੇਣਾ ਹੋਏਗਾ, ਪੇਮੈਂਟ ਕਰਨੀ ਹੋਏਗੀ। ਪੈਸੇ ਕੋਲ ਨਹੀਂ ਹੁੰਦੇ ਨੇ। ਜਿਹੜੇ ਕੋਲ ਪੈਸੇ ਹੋਣ ਉਹਨਾਂ ਨੂੰ ਰਸਤੇ ਦੀ ਰਾਸ ਕਹਿੰਦੇ ਨੇ, ਰਸਤੇ ਦਾ ਕੈਪੀਟਲ ਅਸੈਟ ਰਾਸ ਪੂੰਜੀ ਕਹਿੰਦੇ ਨੇ। ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਮੇਰੀ ਰਾਸ ਪੂੰਜੀ ਪਤਾ ਕੀ ਹੈ? ਹਰ ਕੀਰਤ, ਰੱਬ ਜੀ ਦੀ ਕੀਰਤੀ, ਰੱਬ ਜੀ ਦੇ ਗੁਣ ਗਾਣੇ। ਤਾਂ ਰੱਬ ਜੀ ਦੇ ਗੁਣ ਗਾ ਕੇ ਰਸਤੇ ਦੇ ਵਿੱਚ, ਰਸਤਾ ਕਿਹੜਾ? ਮੇਰਾ ਇਹ ਜੀਵਨ ਦਾ ਰਸਤਾ, ਜਾਂ ਪੈਂਡੇ ਮਹਾਂ ਅੰਧ ਗੁਬਾਰਾ। ਜਿਸ ਰਸਤੇ ਦੀ ਗਿਣਤੀ ਗਿਣੀ ਨਹੀਂ ਜਾ ਸਕਦੀ, ਜਿਸ ਰਸਤੇ ਦੇ ਕੋ ਪੈਂਡੇ ਦਾ ਅੰਤ ਨਹੀਂ ਗਿਣਿਆ ਜਾ ਸਕਦਾ, ਉਸ ਦੇ ਵਾਸਤੇ ਮੇਰੇ ਕੋਲ ਰਾਸ ਹੈ। ਕਿਹੜੀ? ਹਰ ਕੀਰਤ, ਰੱਬੀ ਗੁਣ। ਰੱਬੀ ਗੁਣਾਂ ਨਾਲ ਮੈਂ ਜੀਂਦਾ ਹਾਂ ਅਤੇ ਮੈਨੂੰ ਵਿਕਾਰ ਤੰਗ ਨਹੀਂ ਕਰਦੇ ਨੇ। ਉਹ ਮੇਰੀ ਹਰ ਕੀਰਤ ਹਮਰੀ ਰਾਸ ਹੈ। ਹੁਣ ਜਦੋਂ ਇਹ ਵਿਕਾਰ ਤੰਗ ਨਾ ਕਰਨ, ਉਹਨਾਂ ਦੇ ਅਗੇਂਸਟ ਚਾਹੀਦਾ ਇੱਕ ਖਜ਼ਾਨਾ। ਉਹ ਖਜ਼ਾਨਾ ਹੈ ਹਰ ਕੀਰਤ। ਹਰ ਕੀਰਤ ਕਿਦੋਂ ਮਿਲਦੀ ਹੈ? ਗੁਰਮਤ ਨਾਮ, ਗੁਰੂ ਦੀ ਮੱਤ ਤੋਂ। ਸਮਝ ਆਇਆ ਕਿ ਪਛਤਾਪ ਤੋਂ ਬਾਅਦ ਮਨੁੱਖ ਜਦੋਂ ਤੋਬਾ ਕਰ ਲੈਂਦਾ ਹੈ, ਤਾਂ ਇਸ ਦੁੱਖਪੂਰਵਕ ਸਰੈਂਡਰ ਦੇ, ਹੈਲਪਲੈਸ ਦੇ ਵਿਚਾਰੇ ਦੀ ਅਵਸਥਾ ਵਿੱਚ ਆ ਕੇ ਜਿਹੜਾ ਸਰੈਂਡਰ ਕੀਤਾ ਜਾਂਦਾ ਹੈ, ਉਸ ਸਰੈਂਡਰ ਦੀ ਭਾਵਨਾ ਵਿੱਚ ਕਿਹਾ ਜਾ ਰਿਹਾ, ਹਾ ਹਾ ਪ੍ਰਭ ਰਾਖ ਲਿਓ, ਹਮ ਤੇ ਕਿਛੂ ਨਾ ਹੋਏ ਮੇਰੇ ਸਵਾਮੀ, ਕਰ ਕਿਰਪਾ ਆਪਣਾ ਨਾਮ ਦਿਓ। ਰਹਾਓ। ਹੁਣ ਇਸ ਤੋਂ ਬਾਅਦ ਸ਼ਬਦ ਦਾ ਪਹਿਲਾ ਪਦਾ, ਅਗਨ, ਕੁਟੰਬ, ਸਾਗਰ, ਸੰਸਾਰ, ਭਰਮ, ਮੋਹ, ਅਗਿਆਨ, ਅੰਧਾਰ। ਭਰਮ ਕੀ ਹੁੰਦਾ ਹੈ? ਜੇ ਭਰਮ ਨਹੀਂ ਸਮਝ ਆਇਆ ਤੇ ਅਗਨ ਸਾਡੇ ਵਾਸਤੇ ਸਾਨੂੰ ਸਾੜ ਦੇਗੀ, ਔਰ ਜੇ ਭਰਮ ਸਮਝ ਆ ਗਿਆ ਤਾਂ ਅਗਨ ਸਾੜੇਗੀ ਨਹੀਂ। ਭਰਮ ਸਾਨੂੰ ਪਤਾ ਨਹੀਂ ਹੈ, ਅਸੀਂ ਰੋਜ਼ ਕਹੀ ਜਾਂਦੇ ਹਾਂ ਭਰਮ ਹੈ, ਭਰਮ ਹੈ। ਅਸੀਂ ਵੀ ਵਿਆਖਿਆ ਕਰਦੇ ਹਾਂ, ਪਹਿਲਾਂ ਕਹਿ ਦਿੰਦੇ ਸਾਂ, ਮਾਧਵੇ ਕਿਆ ਕਹੀਏ ਭ੍ਰਮ ਐਸਾ ਜੈਸਾ ਮਾनिया ਹੋਏ ਨਾ ਤਾਸਾ। भरम उसको बोलते हैं जैसा तूने सोचा था वैसा वो निकला नहीं। मैं सोचा कुछ होर सी, निकलिया कुछ होर, ਉਹਨੂੰ ਭਰਮ ਕਹਿੰਦੇ ਨੇ। ਲੇਕਿਨ ਅਸੀਂ ਫਰੀਦਾਬਾਦ ਡਿਟੇਲ ਵਿੱਚ ਥੋੜ੍ਹਾ ਬਹੁਤ ਸਮਝਣ ਦਾ ਯਤਨ ਕੀਤਾ ਸੀ ਕਿ ਭਰਮ ਦਰਅਸਲ ਕਿਹੜੇ ਨੇ, ਕਿ ਮੇਰੇ ਸਾਰੇ ਭਰਮ ਦੂਰ ਹੋ ਜਾਣ। ਗੁਰੂ ਪਾਤਸ਼ਾਹ ਉਸ ਦਿਨ ਸ਼ਬਦ ਜਿਹੜਾ ਸੀ ਉਹਦੇ 'ਚ ਅਸੀਂ ਡਿਸਕਸ ਕਰ ਰਹੇ ਸਾਂ, ਸਾਰੇ ਭਰਮਾਂ 'ਚੋਂ ਕੁਝ ਭਰਮ ਅਸੀਂ ਡਿਸਕਸ ਕੀਤੇ ਸੀ। ਨੰਬਰ 1, ਜਦੋਂ ਮਨੁੱਖ ਇੱਕ ਅਕਾਲ ਪੁਰਖ, ਇੱਕ ਰੱਬ ਤੋਂ ਛੁੱਟ ਕਿਸੇ ਹੋਰ ਦੇ ਚੱਕਰ ਵਿੱਚ ਪੈ ਜਾਂਦਾ ਹੈ, ਇੱਕ ਰੱਬ ਤੋਂ ਛੁੱਟ ਕਿਸੇ ਵੀ ਦੇ ਚੱਕਰ ਵਿੱਚ, ਭਾਵੇਂ ਉਹ ਇਨਸਾਨ ਹੈ, ਭਾਵੇਂ ਉਹ ਕੋਈ ਵੀ ਹੈ, ਤੇ ਭਾਵੇਂ ਉਹ ਕੋਈ ਧਰਤੀ ਦੀ ਚੀਜ਼ ਹੈ, ਜਦੋਂ ਕਿਸੇ ਇੱਕ ਦੇ ਚੱਕਰ ਵਿੱਚ ਪੈ ਜਾਂਦਾ ਰੱਬ ਤੋਂ ਛੁੱਟ, ਇਹ ਮਨੁੱਖ ਦਾ ਭਰਮ ਹੈ।
ਭਾਵੇਂ ਉਹ ਦੇਹਧਾਰੀ ਗੁਰੂ ਹੋਵੇ, ਭਾਵੇਂ ਕੋਈ ਸੰਤ ਜੀ ਹੋਏ, ਭਾਵੇਂ ਕੋਈ ਬ੍ਰਹਮ ਗਿਆਨੀ ਜੀ ਹੋਏ, ਭਾਵੇਂ ਕੋਈ ਤੀਰਥ ਸਥਾਨ ਹੋਵੇ ਤੇ ਭਾਵੇਂ ਕੁਝ ਵੀ ਹੋਵੇ। ਜਦੋਂ ਮਨੁੱਖ ਇੱਕ ਅਕਾਲ ਪੁਰਖ ਤੋਂ ਛੁੱਟ ਕਿਸੇ ਹੋਰ ਦੀ ਟੇਕ ਲਗਾ ਲੈਂਦਾ ਹੈ, ਭਰਮ, ਮਾਨਕ ਕੀ ਟੇਕ ਬਿਰਥੀ ਸਭ ਜਾਨ, ਭਰਮ। ਸੈਕਿੰਡ, ਜਦੋਂ ਮਨੁੱਖ ਨੂੰ ਇਹ ਭੁਲੇਖਾ ਪੈ ਜਾਂਦਾ ਕਿ ਮੇਰੇ ਬਿਨਾਂ ਦੁਨੀਆ ਨਹੀਂ ਚੱਲ ਸਕਦੀ, ਜੇ ਮੈਂ ਨਾ ਹੋਵਾਂ ਭੁੱਖੇ ਮਰੋਗੇ, ਮੈਂ ਨਾ ਹੋਵਾਂ ਧਰਮ ਦਾ ਪ੍ਰਚਾਰ ਕੋਈ ਨਹੀਂ ਕਰ ਸਕਦਾ, ਮੇਰੇ ਕਾਰਨ ਸਾਰਾ ਧਰਮ ਚੱਲ ਰਿਹਾ, ਜੇ ਮੈਂ ਨਾ ਹੋਵਾਂ ਨਾ ਤਾਂ ਸਾਡਾ ਸਾਰਾ ਧਰਮ ਹੀ ਢਾਹ ਦੇਣ, ਇਹ ਮੇਰੇ ਬਿਨਾਂ ਫੈਕਟਰੀ ਨਹੀਂ ਚੱਲ ਸਕਦੀ, ਮੇਰੇ ਬਿਨਾਂ ਭੁੱਖੇ ਮਰੋਗੇ, ਮੇਰੇ ਬਿਨਾਂ ਸੂਰਜ ਵੀ ਕੱਲ ਨਹੀਂ ਚੜ੍ਹੇਗਾ। ਜਦੋਂ ਮਨੁੱਖ ਨੂੰ ਇਹ ਭੁਲੇਖਾ ਹੋ ਜਾਂਦਾ ਬਸ ਇਹ ਭਰਮ ਹੈ। ਜਦੋਂ ਮਨੁੱਖ ਸੋਚ ਲੈਂਦਾ ਮੇਰੇ ਜਿਹੜੇ ਖਿਆਲ ਨੇ ਮੈਂ ਬਿਲਕੁਲ ਛੱਡਣੇ ਨਹੀਂ ਨੇ ਔਰ ਇਹਨਾਂ ਮੁਤਾਬਕ ਸਾਰੀ ਦੁਨੀਆ ਚੱਲੇ, ਉਹਨੂੰ ਕਹਿੰਦੇ ਨੇ ਆਪਣੇ ਖਿਆਲਾਂ ਦਾ ਆਬਸੈਸ਼ਨ ਹੋ ਜਾਣਾ, ਖਿਆਲਾਂ ਦਾ ਆਬਸੈਸ਼ਨ ਹੋ ਜਾਣਾ। ਲੇਕਿਨ ਆਪਣੀਆਂ ਚੀਜ਼ਾਂ ਦੀ ਪਕੜ ਕਰ ਲੈਣੀ, ਉਹਨੂੰ ਕਹਿੰਦੇ ਨੇ ਚੀਜ਼ਾਂ ਦਾ ਪੋਜੈਸ਼ਨ, ਮੈਟੀਰੀਅਲ ਵਰਲਡ ਦੀ ਪਕੜ, ਮੈਟੀਰੀਅਲ ਵਰਲਡ ਦੀ ਪਕੜ ਜਾਂ ਆਪਣੇ ਖਿਆਲਾਂ ਦੇ ਪਿੱਛੇ ਅੜ ਕੇ ਬਹਿ ਜਾਣਾ। ਇਹ ਦੋਨੋਂ ਭਰਮ ਨੇ, ਆਬਸੈਸ਼ਨ ਵੀ ਔਰ ਪੋਜੈਸ਼ਨ ਵੀ ਦੋਨੋਂ ਭਰਮ ਨੇ, ਕਿਉਂਕਿ ਮਨੁੱਖ ਇਹਨਾਂ ਦੇ ਪਿੱਛੇ ਲੋਕਾਂ ਨਾਲ ਲੜਾਈ ਲੈਂਦਾ ਰਹਿੰਦਾ, ਘਰ ਵੀ ਤੇ ਬਾਹਰ ਵੀ ਡਿਸਹਾਰਮਨੀ ਹੋ ਜਾਂਦੀ ਹੈ, ਪਿਆਰ ਨਹੀਂ ਰਹਿੰਦਾ। ਇਸੇ ਤਰੀਕੇ ਦੇ ਨਾਲ ਮਨੁੱਖ ਜਿਹੜੀਆਂ ਚੀਜ਼ਾਂ ਦੇ ਪਿੱਛੇ ਪਿਆ ਰਹਿੰਦਾ, ਅਗਿਆਨਤਾ ਵੀ ਭਰਮ ਹੈ ਤੇ ਅਗਿਆਨਤਾ ਦੇ ਕਾਰਨ ਹੀ ਇਹ ਸਾਰੇ ਭਰਮ ਪੈਂਦੇ ਨੇ। ਇਹਦਾ ਮਤਲਬ ਸਭ ਤੋਂ ਪਹਿਲੀ ਗੱਲ ਸਮਝ ਆਈ ਕਿ ਅਗਿਆਨਤਾ ਦੇ ਕਾਰਨ ਮੇਨ ਭਰਮਾਂ ਦੀ ਕੁੰਡੀ ਖੁੱਲ ਜਾਂਦੀ ਹੈ, ਜਿਹੜੀ ਸਾਡੇ ਸਿਰ ਤੇ ਲੱਦ ਦਿੱਤੀ ਜਾਂਦੀ ਹੈ। ਸਾਨੂੰ ਅਗਿਆਨਤਾ ਤੋਂ ਬਚ ਕੇ ਰਹਿਣਾ, ਜੇ ਅਗਿਆਨਤਾ ਨਹੀਂ ਤਾਂ ਅੰਧੀ ਰਈਅਤ ਗਿਆਨ ਵੀ ਹੋਣੀ, ਭਾਏ ਭਰੇ ਮੁਰਦਾਰ। ਅਸੀਂ ਲੁਟਾਉਂਦੇ ਰਹਿੰਦੇ ਹਾਂ ਆਪਣੇ ਆਪ ਨੂੰ ਰੋਜ਼-ਰੋਜ਼, ਆਤਮਕ ਤੌਰ ਤੇ ਰੋਜ਼-ਰੋਜ਼ ਆਪਣੇ ਆਪ ਨੂੰ ਲੁਟਵਾ ਕੇ ਅਸੀਂ ਆਪਣਾ ਜੀਵਨ ਬਰਬਾਦ ਕਰਦੇ ਰਹਿੰਦੇ ਹਾਂ। ਅੰਧੀ ਰਈਅਤ ਗਿਆਨ ਵੀ ਹੋਣੀ, ਅਸੀਂ ਅੱਖਾਂ ਹੁੰਦਿਆਂ ਹੋਇਆਂ ਵੀ ਅੰਨੇ ਰਹਿੰਦੇ ਹਾਂ। ਭਰਮ ਜਦੋਂ ਸਮਝ ਆਇਆ ਤਾਂ ਪਤਾ ਲੱਗਾ ਭਰਮ ਆਂਦਾ ਹੈ ਅਗਿਆਨਤਾ ਵਸ, ਤੇ ਭਰਮ ਦੇ ਕਾਰਨ ਸਾਨੂੰ ਇਸ ਧਰਤੀ ਤੇ ਜੋ ਕੁਛ ਹੈ ਉਹਦੇ ਨਾਲ ਸਾਨੂੰ ਨਫ਼ਰਤ ਹੋ ਗਈ। ਕਿਉਂ? ਕਿਉਂਕਿ ਸਾਨੂੰ ਉਹ धार्मिक सो कार्ड धार्मिक प्रचारक बोलने लगे पति पत्नी बेकार है, गृहस्थी मत किया करो, जंगल में चले जाओ, सब कुछ त्याग दो। ਅੱਜ तक ਰਿਨਾਊਂਸਿੰਗ ਨੂੰ ਧਰਮ ਮੰਨਿਆ ਜਾਂਦਾ ਹੈ, ਸਭ ਨੂੰ ਤਿਆਗ ਦੇਣਾ, ਫੱਕੜ ਰਹਿਣਾ, ਉਦਾਸ ਰਹਿਣਾ, ਮੈਲੇ ਗੰਦੇ ਕੱਪੜੇ ਪਾਣਾ, ਹੱਸਣਾ ਬਿਲਕੁਲ ਨਹੀਂ, ਫੇਸ ਤੇ 31 ਤਰੀਕ ਬਣੀ ਰਹਿਣੀ, ਕਦੇ ਵੀ ਪਹਿਲੀ ਤਰੀਕ ਵਾਲਾ ਵਿਗਾਸ ਖੇੜਾ ਨਾ ਬਣਾਉਣਾ। ਜੋ ਪਹਿਲੀ ਤਰੀਕ ਬੋਝੇ 'ਚ ਪੈਸੇ ਹੁੰਦਾ ਨਾ, ਤਨਖਾਹ ਮਿਲਦੀ ਹੈ, ਉਹ ਕਦੇ ਵੀ ਚਿਹਰੇ ਤੇ ਲਿਆਣੀ ਨਹੀਂ ਖੁਸ਼ੀ। ਹਮੇਸ਼ਾ ਉਦਾਸ ਰੁਲਦੂ ਖੁਲਦੂ ਵਾਲਾ ਉਦਾਸੀਨ ਚਿਹਰਾ ਨੂੰ ਦੁਨੀਆ ਧਰਮ ਸਮਝਦੀ ਹੈ। क्यों? क्योंकि दुनिया कहती है स्त्री को हाथ लगा दिया जहर, स्त्री को देख लिया पाप, ब्याह बिल्कुल नहीं कराना, काम में तो बिल्कुल पढ़ना ही मत, जदों इस तरीके से सोने को हाथ मत लगाना, पैसे को हाथ मत लगाना। ये संत जी बड़े पहुंचे, ये नोटों को हाथ नहीं लगाते हैं। जदों ऐसिया सारिया गल्लां सानू कीतियां जांदियां ना, सानू इंज लगदा है यार असी की करिए, घर गृहस्थी चलानी है, माया नूं हाथ भी लगाना पेगा, वोटी नूं भी हथ लाना पेगा, पति नूं हथ लाना पेगा, बच्चों नूं लाना पेगा, असी ते मोह विच फसे होए हां। ਇਹ ਸੰਤ ਜੀ ਪਹੁੰਚੇ ਹੋਏ ਨੇ, ਚੱਲਾ ਸੰਤ ਜੀ ਤੁਹਾਨੂੰ ਹੀ ਮੱਥਾ ਟੇਕ ਦਿੰਦੇ ਆ, ਸਾਨੂੰ ਸਵਰਗ ਵਿੱਚ ਤੁਸੀਂ ਦਲਾਲ ਹੋਈ ਹੋ, ਪ੍ਰਾਪਰਟੀ ਲੈ ਦੇਣਾ, ਅਸੀਂ ਤੇ ਮਾਰੇ ਗਏ ਹਾਂ, ਲੁੱਟੇ ਗਏ ਹਾਂ। ਇਹ ਭੁਲੇਖਾ ਸਾਨੂੰ ਪੈ ਜਾਂਦਾ ਪਰਮ। ਇਸ ਭੁਲੇਖੇ ਨੂੰ ਕੱਟਣ ਵਾਸਤੇ ਸਾਨੂੰ ਸਮਝਣਾ ਪਏਗਾ ਕਿ ਸਾਡਾ ਜਿਹੜਾ ਪਰਿਵਾਰ ਕੁਟੁੰਬ ਹੈ ਝੂਠਾ ਨਹੀਂ। गुरमत गृहस्थी प्रवान है और अज सारी दुनिया गृहस्थी अपना रही है। और गुरु नानक पातशाह गृहस्थी वास्ते हर पहलड़ी राम प्रवृत्ति कर्म दृढ़ाया दृढ़ कराते हैं। तू अपना घर बार बना, अपने वोटी बच्चे पति पत्नी परिवार बना, ਅਤੇ इस परिवार ਨੂੰ ਪਾਲਣ ਵਾਸਤੇ ਤੂੰ ਕਿਰਤ ਵਿਰਤ ਕਰ, ਧਰਮ ਦੀ ਹੱਥੋਂ ਦੇ ਕੇ ਭਲਾ ਮਨਾਏ ਸਿੱਖ, ਤੇ ਪਰਿਵਾਰ ਨੂੰ ਪਾਲਦਿਆਂ ਵਿੱਚੋਂ ਤੂੰ ਵੰਡ ਛਕਣਾ ਵੀ ਸਿੱਖ। ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਪਰ ਜਿਹੜਾ ਬੰਦਾ ਵਿਆਹ ਹੀ ਨਹੀਂ ਕਰਾਇਆ, ਜਿਸ ਦਾ ਘਰ ਬਾਰ ਹੀ ਨਹੀਂ ਹੈ, ਜਿਹਦੇ ਬੱਚੇ ਹੀ ਨਹੀਂ ਨੇ, ਜਿਹਦੀ ਵੋਟੀ ਨਹੀਂ ਹੈ, ਉਹਨੂੰ ਕੁਝ ਕਮਾਉਣਾ ਹੀ ਨਹੀਂ ਪੈਂਦਾ, ਉਹਨੇ ਜੇ ਕੁਝ ਅਚੀਵ ਕਰ ਵੀ ਲਿਆ ਤੇ ਉਹਦਾ ਭਲਾ, ਉਹਦਾ ਫਾਇਦਾ, ਦੁਨੀਆ ਨੂੰ ਉਹਦਾ ਕੋਈ ਫਾਇਦਾ ਨਹੀਂ। ਇਸ ਕਰਕੇ ਗੁਰਮਤਿ ਕਹਿੰਦੀ ਹੈ ਗ੍ਰਸਤੀ। ਪਰ ਜੇ ਗ੍ਰਸਤੀ ਨਾ ਹੋਵੇ ਤਾਂ ਪ੍ਰਚਾਰਕ ਸਾਨੂੰ ਕਹੇਗਾ ਕੁਟੰਬ ਭੈੜਾ, ਇਹ ਮਾਤਾ ਪਿਤਾ ਪਤੀ ਪਤਨੀ ਘਰ ਦੇ ਬੱਚੇ ਕੋਈ ਕੰਮ ਨਹੀਂ ਆਉਂਦੇ ਨੇ, ਸਭ ਝੂਠੇ ਨੇ। ਇਸ ਐਂਗਲ ਤੋਂ ਸ਼ਬਦ ਨੂੰ ਸਮਝਣ ਤੋਂ ਪਹਿਲਾਂ ਮੈਂ ਥੋੜਾ ਜਿਹਾ ਕੋਟ ਕਰ ਦਿਆਂ, ਬਾਹਰ ਤੁਹਾਨੂੰ ਟੇਪ ਮਿਲ ਜਾਏਗੀ। ਜਗਤ ਮੈਂ ਝੂਠੀ ਦੇਖੀ ਪ੍ਰੀਤ ਸ਼ਬਦ ਦੇ ਹੈ, ਮੈਨੇ ਨਹੀਂ ਕਿ ਬਈ ਲੋਕਾਂ ਨਾਲ ਪ੍ਰੀਤ ਪਾਓ ਹੀ ਨਾ, ਲੋਕੀ ਸਾਰੇ ਝੂਠੇ ਨੇ, ਪਤੀ ਪਤਨੀ ਵੋਟੀ ਬੱਚੇ ਸਾਰੇ ਝੂਠੇ ਨੇ।
ਅਸੀਂ ਉਸ ਨੂੰ ਸਮਝਿਆ ਸੀ ਕਿ ਝੂਠੀ ਦੇਖੀ ਪ੍ਰੀਤ ਕਿਵੇਂ ਬਣ ਜਾਂਦੀ ਹੈ, ਪਰ ਦਰਅਸਲ ਝੂਠੀ ਨਹੀਂ। ਜੇਕਰ ਕੂੜ ਰਾਜਾ ਕੂੜ ਪੜ ਜਾਏ ਤਾਂ ਤੂੰ ਕੂੜ ਦੇ ਨਾਲ ਜੀ ਰਿਹਾ ਤਾਂ ਕੂੜ ਮੀਆਂ ਕੂੜ ਬੀਬੀ ਖਾਪੋਏ ਖਾ ਰਿਹਾ, ਪਰ ਜੇ ਸੱਚ ਨਾਲ ਜੀ ਰਿਹਾ ਤਾਂ ਸੱਚ ਤਾਂ ਪਰ ਜਾਣੀ ਹੈ। ਜੇ ਹਿਰਦੇ ਸੱਚਾ ਹੋਏ ਤਾਂ ਸਾਰਾ ਕੁਝ ਸੱਚਾ ਹੋ ਜਾਏਗਾ। ਇਹ ਜਗ ਸੱਚੇ ਕੀ ਕੋਠੜੀ ਸਮਝ ਆ ਜਾਏਗਾ। ਇਹਦਾ ਮਤਲਬ ਇਹ ਸੰਸਾਰ ਰੱਬ ਜੀ ਦਾ ਬਣਾਇਆ ਹੋਇਆ, ਝੂਠਾ ਨਹੀਂ। ਸਾਰੇ ਇਨਸਾਨ ਰੱਬ ਜੀ ਦੇ ਬਣਾਏ ਹੋਏ ਨੇ, ਕੋਈ ਝੂਠਾ ਨਹੀਂ। ਜੇ ਰੱਬ ਜੀ ਦੀ ਸਾਰੀ ਸ੍ਰਿਸ਼ਟੀ ਸਾਰੇ ਇਨਸਾਨ ਝੂਠੇ ਨਹੀਂ ਨੇ ਤਾਂ ਕੁਟੰਬ ਕਿਉਂ ਅੱਗ ਹੈ? ਕੁਟੰਬ ਵਿੱਚ ਕਿਉਂ ਨਾ ਰਹੀਏ? ਭਰਮ ਦੇ ਕਾਰਨ ਲੱਗਦਾ ਇਹ ਅੱਗ ਹੈ। ਅੱਗ ਨੂੰ ਸਮਝ ਲਈਏ। ਜਦੋਂ ਵੀ ਅਸੀਂ ਹਿੰਸਾ ਕਰਦੇ ਹਾਂ, ਜਦੋਂ ਵੀ ਅਸੀਂ ਅਗਰੈਸਿਵ ਹੋ ਕੇ ਕਿਸੇ ਨੂੰ ਹਰਟ ਕਰਦੇ ਹਾਂ, ਜਦੋਂ ਵੀ ਅਸੀਂ ਹੰਕਾਰ ਕਰਦੇ ਹਾਂ, ਜਦੋਂ ਵੀ ਅਸੀਂ ਸ਼ੱਕ ਕਰਦੇ ਹਾਂ, ਸ਼ੱਕ ਵੀ ਆਪਣੇ ਆਪ ਵਿੱਚ ਅਗਨੀ 'ਚ ਜਲ ਰਹੇ ਹੁੰਦੇ ਹਾਂ, ਜਦੋਂ ਵੀ ਅਸੀਂ ਸ਼ੋਕ ਵਿੱਚ ਉਦਾਸੀ 'ਚ ਹੁੰਦੇ ਹਾਂ ਤਾਂ ਉਹ ਵੀ ਆਪਣੇ ਆਪ ਦੀ ਇੱਕ ਮਾਈਲਡ ਅਗਨੀ ਹੈ। ਜਦੋਂ ਅਸੀਂ ਲੋਭ ਮੋਹ ਹਿੰਸਾ ਵਿੱਚ ਹੁੰਦੇ ਹਾਂ, ਜਦੋਂ ਅਸੀਂ ਕਿਸੇ ਨਾਲ ਈਰਖਾ ਕਰਦੇ ਹਾਂ, ਜਦੋਂ ਅਸੀਂ ਕਿਸੇ ਨੂੰ ਕ੍ਰੋਧ ਕਰਦੇ ਹਾਂ, ਆਪਣੇ ਆਪ ਨੂੰ ਉਸ ਅਗਨੀ ਨਾਲ ਸਾੜਦੇ ਹਾਂ ਅਤੇ ਦੂਜਿਆਂ ਦਾ ਸੀਨਾ ਛਲਣੀ ਕਰਦੇ ਹਾਂ। ਅਤੇ ਜਦੋਂ ਅਸੀਂ ਤ੍ਰਿਸ਼ਨਾ 'ਚ ਹੁੰਦੇ ਹਾਂ, ਜਦੋਂ ਅਸੀਂ ਵੈਰ ਕਰ ਰਹੇ ਹੁੰਦੇ ਹਾਂ, ਇਹ ਸਾਰੀਆਂ ਅਗਨੀਆਂ ਨੇ। ਇਸ ਧਰਤੀ ਤੇ ਜਦੋਂ ਅੱਗ ਲੱਗ ਜਾਂਦੀ ਹੈ, ਨਹੀਂ ਤਾਂ ਪੇੜਾਂ 'ਚ ਇਕੱਠੇ ਹੋ ਜਾਂਦੇ ਨੇ, ਧੁੱਪ ਥੱਲੇ ਆਉਂਦੀ ਨਹੀਂ ਹੈ, ਕਿਤਨੇ ਸਾਰੇ ਜੀਵ ਜੰਤ ਥੱਲੇ ਛਾਂ ਵਿੱਚ ਮਰ ਜਾਂਦੇ ਨੇ। ਉੱਥੇ ਜਿਹੜੇ ਥੱਲੇ ਸੜਕਣ ਸ਼ੁਰੂ ਹੋ ਜਾਂਦੀ ਹੈ, ਉਸ ਸੜਕਣ ਨੂੰ ਦੂਰ ਕਰਨ ਵਾਸਤੇ ਕੁਦਰਤ ਦੇ ਸਿਸਟਮ ਵਿੱਚ ਇਹ ਪੇੜ ਟਕਰਾਉਂਦੇ ਨੇ, ਪੇੜਾਂ ਨੂੰ ਅੱਗ ਲੱਗ ਜਾਂਦੀ ਹੈ, ਪੇੜ ਸੜ ਜਾਂਦੇ ਨੇ, ਇਹਨਾਂ ਨੂੰ ਆ ਕੇ ਧੁੱਪ ਦਾ ਪ੍ਰਕਾਸ਼ ਪੈਂਦਾ ਹੈ, ਉੱਥੇ ਨਵੇਂ ਜੀਵ ਜੰਤ ਪੈਦਾ ਹੁੰਦੇ ਨੇ। ਇਸ ਕਰਕੇ ਰੱਬ ਜੀ ਦੀ ਕੁਦਰਤ ਦਾ ਅੰਤ ਨਹੀਂ ਪਾਇਆ ਜਾ ਸਕਦਾ। ਇਸ ਕਰਕੇ ਕਹਿਣ ਦੀ ਲੋੜ ਨਹੀਂ ਕਿ ਉਹ ਅਗਨੀ ਭੈੜੀ ਹੈ। ਰੱਬ ਜੀ ਜਾਣਨ ਕਿ ਉਹ ਆਪਣੇ ਸਿਸਟਮ ਵਿੱਚ ਕਿਉਂ ਕਰਦੇ ਨੇ। ਇਸ ਕਰਕੇ ਰੱਬ ਜੀ ਜਾਣਨ ਕਿ ਭੁਚਾਲ ਔਰ ਹੜ੍ਹ ਕਿਉਂ ਆਉਂਦੇ ਨੇ। ਇਸ ਕਰਕੇ ਰੱਬ ਜੀ ਜਾਣਨ ਸਭ ਕੁਝ। ਜਦੋਂ ਇਹ ਗੱਲ ਸਮਝ ਆ ਜਾਂਦੀ ਹੈ ਨਾ, ਫਿਰ ਅਸੀਂ ਇਹ ਵੀ ਕਹਿੰਦੇ ਹਾਂ, ਜਿਹੜੀ ਕੱਲ ਮੈਂ ਇਹਨਾਂ ਨੂੰ ਬੇਨਤੀ ਕਰ ਰਿਹਾ ਸੀ, ਵਿਚਾਰੇ ਪ੍ਰਬੰਧਕ ਥੋੜ੍ਹੇ ਜਿਹੇ ਮੇਰੇ ਵੀਰ ਸ਼ਸਦਿਲ ਸਨ ਕਿ ਸਾਡਾ ਗੁਰਦੁਆਰਾ ਛੋਟਾ ਹੈ, ਉੱਥੇ ਅਸੀਂ ਤੰਬੂ ਲਾਇਆ, ਬਾਰਿਸ਼ ਆ ਰਹੀ ਹੈ, ਤਾਂ ਮੈਂ ਉਹਨਾਂ ਨੂੰ ਕਿਹਾ ਸੀ ਕੋਈ ਗੱਲ ਨਹੀਂ, ਬਾਰਿਸ਼ ਵਿੱਚ ਛੋਟੇ ਗੁਰਦੁਆਰੇ ਅੰਦਰ ਬੈਠ ਜਾਵਾਂਗੇ, ਜੇ ਚਾਹੁੰਦੇ ਹੋ ਇਹ ਚੀਜ਼ ਬਹਿਣਾ ਹੋਇਆ ਤੇ ਬਹਿ ਜਾਵਾਂਗੇ, ਪਰ ਜੇ 10 ਸੱਜਣ ਗੁਰਦੁਆਰੇ ਅੰਦਰ ਆ ਸਕਦੇ ਨੇ ਤਾਂ 10 ਨਾਲ ਬਹਿ ਜਾਵਾਂਗੇ। ਪਰ ਬਾਰਿਸ਼ ਦੇ ਬਾਰੇ ਕੋਈ ਪ੍ਰੈਜੂਡਿਸ, ਬਾਰਿਸ਼ ਬਾਰੇ ਕੋਈ ਨੈਗੇਟਿਵ, ਬਾਰਿਸ਼ ਬਾਰੇ ਰੱਬ ਜੀ ਨੂੰ ਕੋਈ ਗਿਲਾ ਸ਼ਿਕਵਾ ਨਹੀਂ, ਤੁਹਾਡੀ ਮਰਜ਼ੀ ਹੈ, ਚੰਗਾ। ਅੱਗ ਵੀ ਤੁਸੀਂ ਲਾਉਂਦੇ ਹੋ, ਬਾਰਿਸ਼ ਵੀ ਤੁਹਾਡੇ ਸਿਸਟਮ ਵਿੱਚ ਆਉਂਦੀ ਹੈ, ਰੱਬ ਜੀ ਤੁਹਾਨੂੰ ਪਤਾ ਹੈ। ਜਦੋਂ ਇਹ ਗੱਲ ਸਮਝ ਆ ਜਾਂਦੀ ਹੈ ਨਾ, ਫਿਰ ਅਸੀਂ ਅਰਦਾਸ ਨਹੀਂ ਕਰਾਂਗੇ ਇਹ ਵਾਲੀ ਕਿ ਮੇਰੀ ਧੀ ਦਾ ਵਿਆਹ ਹੈ, ਬਾਰਿਸ਼ ਨਾ ਆ ਜਾਏ, ਮੇਰੇ ਪੁੱਤਰ ਦਾ ਵਿਆਹ, ਬਾਰਿਸ਼ ਨਾ ਆ ਜਾਏ। ਅਸੀਂ ਇਹ ਕੀਤਾ, ਹਾਏ ਮਤੇ ਬਾਰਿਸ਼ ਨਾ ਆ ਜਾਏ, ਕਿਉਂਕਿ ਸਾਨੂੰ ਰੱਬ ਦੀ ਰਜ਼ਾ 'ਚ ਰਹਿਣ ਦਾ ਇਹ ਜੀਵਨ ਢੰਗ ਸਮਝ ਆ ਜਾਂਦਾ ਹੈ। ਜੇ ਸਮਝ ਨਹੀਂ ਆਇਆ ਤਾਂ ਅੱਜ ਅਮਰੀਕਾ ਵਿੱਚ ਬੈਠੇ ਲੋਕੀ ਪੂਰੀ ਲਗਜ਼ਰੀ 'ਚ ਪਲਣ ਵਾਲੇ, ਔਰ ਉੱਥੇ ਗਰਮੀ ਘੱਟ ਪੈਂਦੀ ਹੈ, ਜਿਹੜੇ ਸ਼ਹਿਰਾਂ 'ਚ ਜਿੱਥੇ ਸਨੋ ਪੈਂਦੀ ਹੈ, ਉੱਥੇ ਜੇ ਢੇਰ ਸਾਰੀ ਗਰਮੀ ਪੈ ਜਾਏ, ਮੀਨਸ ਜਿਹੜੀ ਇੱਥੇ ਅਸੀਂ ਮਾਰਚ ਵਿੱਚ ਦੇਖਦੇ ਹਾਂ ਥੋੜੀ ਜਿਹੀ ਗਰਮੀ, ਉੱਥੇ ਉਹ 80 ਡਿਗਰੀ ਹੋ ਜਾਏ ਤਾਂ ਲੋਕੀ ਕਹਿੰਦੇ ਓਹੋ ਆਈ ਐਮ ਨਾਟ ਵਰਕਿੰਗ ਟੂਡੇ, ਆਈ ਐਮ ਗੋਇੰਗ ਟੂ ਦ ਬੀਚ, ਇਟਸ ਵੈਰੀ ਕ੍ਰੇਜ਼ੀ ਵੈਦਰ ਟੂਡੇ। ਮੂੰਹ ਡਿੰਗਾ ਟੇਡਾ ਬਣਾ ਕੇ ਕੱਪੜੇ ਕੁਪੜੇ ਲਾ ਦਿੰਦੇ ਨੇ ਔਰ ਬੀਚਾਂ 'ਤੇ ਟੁਰ ਪੈਂਦੇ ਨੇ, ਅਪਸੈਟ ਹੋ ਜਾਂਦੇ ਨੇ, ਗਰਮੀ ਪੈ ਗਈ ਹੈ। ਉਹੀਓ ਜਦੋਂ ਸਨੋ ਪੈ ਰਹੀ ਹੁੰਦੀ ਹੈ ਔਰ ਸਨੋ ਦੇ ਵਿੱਚ ਗੱਡੀਆਂ 2-4 ਤਿਲਕ ਜਾਂਦੀਆਂ, ਟੱਕਰ ਹੋ ਜਾਂਦੀ, ਆਪ ਵੀ ਟੁਰਦਿਆਂ ਟਹਿ ਪੈਂਦੇ ਨੇ, ਓ ਮਾਈ ਗॉड, ਗॉड ਇਜ਼ ਕ੍ਰੇਜ਼ੀ ਟੂਡੇ, ਇਟਸ ਸਨੋਇੰਗ। ਉਸ ਵੇਲੇ ਵੀ ਔਖੇ ਹੋ ਜਾਂਦੇ ਨੇ, ਕਾਰਨ ਕਿ ਅੰਤਰ ਆਤਮੇ ਨਾਲ ਰੱਬ ਦੀ ਰਜ਼ਾ ਨਾਲ ਜੀਣਾ ਨਹੀਂ ਆਇਆ। ਜਦੋਂ ਜੀਣਾ ਆ ਜਾਂਦਾ ਨਾ, ਫਿਰ ਇਹ ਗਰਮੀ ਸਰਦੀ, ਊਚ ਨੀਚ, ਸੁੱਖ ਦੁੱਖ, ਇਸ ਤੋਂ ਮਨੁੱਖ ਉੱਪਰ ਹੋ ਜਾਂਦਾ ਹੈ। ਅੱਜ ਨਿੱਕਾ ਨਿੱਕਾ ਬੱਚਾ ਫਰਸਟ੍ਰੇਟਿਡ ਇਸੇ ਕਰਕੇ ਹੁੰਦਾ ਹੈ, ਮੰਮੀ ਬੱਤੀ ਚਲੀ ਗਈ ਹੈ, ਏਅਰ ਕੰਡੀਸ਼ਨ ਨਹੀਂ, ਮੈਂ ਤਾਂ ਰਹਿ ਹੀ ਨਹੀਂ ਸਕਤਾ, ਕਿਉਂਕਿ ਅਸੀਂ ਉਹਨੂੰ ਬਚਪਨ ਤੋਂ ਇਸ ਤਰ੍ਹਾਂ ਹਿਲਾ ਲਿਆ। ਖੈਰ, ਇਹ ਸਾਡੇ ਮਨ ਦੀ ਊਚ ਨੀਚ ਦੀ, ਸੁੱਖ ਦੁੱਖ ਦੀ ਅਵਸਥਾ ਹੈ। ਪਰ ਇਸ ਅਗਨ ਤੋਂ ਇਲਾਵਾ ਮੈਂ ਪੜ੍ਹ ਰਿਹਾ ਸਾਂ, ਜਿਹੜੀ ਜੰਗਲ ਦੀ ਅਗਨ ਹੈ, ਇੱਕ ਹੋਰ ਵੀ ਅਗਨ ਹੈ, ਜਿਸ ਅਗਨ ਦੇ ਨਾਲ ਅਸੀਂ ਆਪਣੇ ਘਰ ਫੁਲਕਾ ਰੋਟੀ ਸਬਜ਼ੀ ਪਕਾਉਂਦੇ ਹਾਂ। ਇੱਕ ਅਗਨ ਹੋਰ ਵੀ ਹੈ ਜਿਹੜੀ ਪਾਣੀ ਨੂੰ ਸਾੜਦੀ ਹੈ। ਹੈਰਾਨ ਹੋ ਜਾਓਗੇ, ਪਾਣੀ ਨੂੰ ਸਾੜਨ ਵਾਲੀ ਕਿਹੜੀ ਅਗਨ ਹੈ? ਜਿਹੜੀ ਪਾਣੀ ਨੂੰ ਗਰਮੀ ਦਿੰਦੀ ਹੈ, ਤਪਸ਼ ਦਿੰਦੀ ਹੈ, ਤੇ ਪਾਣੀ ਨੂੰ ਇਸ ਤਰੀਕੇ ਇਤਨੀ ਹਾਈਟ ਤੱਕ ਟੈਂਪਰੇਚਰ ਹਾਈ ਕਰਕੇ ਸਾੜ ਦਿੰਦੀ ਹੈ ਕਿ ਪਾਣੀ ਦਾ ਵਾਸ਼ਪੀਕਰਨ ਹੋ ਜਾਂਦਾ ਤੇ ਪਾਣੀ ਬੱਦਲ ਬਣ ਜਾਂਦਾ ਹੈ। ਇੱਕ ਉਹ ਵੀ ਅਗਨ ਹੈ। ਇੱਕ ਅਗਨ ਫੁਲਕਾ ਪਕਾਉਣ ਦੀ ਹੈ, ਇੱਕ ਜੰਗਲ ਦੀ ਹੈ, ਇੱਕ ਪਾਣੀ ਨੂੰ ਸਾੜਨ ਵਾਲੀ ਅਗਨ, ਪਾਣੀ ਨੂੰ ਤਪਸ਼ ਦੇਣ ਵਾਲੀ ਅਗਨ ਹੈ। ਪਰ ਇੱਕ ਅਗਨ ਪੇਟ ਦੀ ਅਗਨ ਹੈ। ਪੇਟ ਦੀ ਅਗਨ ਨੂੰ ਜਠਰਾਗਨੀ ਕਹਿੰਦੇ ਨੇ ਧਾਰਮਿਕ ਦੁਨੀਆ ਵਿੱਚ। ਪੇਟ ਦੀ ਅਗਨ ਭੁੱਖੇ ਨੂੰ, ਯੈਸ,
ਲੇਕਿਨ ਜੇ ਇੱਕ ਇਨਸਾਨ ਭੁੱਖਾ ਹੈ, ਉਹ ਵਿਚਾਰੇ ਨੂੰ 2 ਰੋਟੀਆਂ ਚਾਹੀਦੀਆਂ, ਉਹਦੀ ਅਗਨ ਵੀ ਜੰਗਲ ਦੀ ਅਗਨ ਵਾਂਗੂ ਮਾੜੀ ਨਹੀਂ, ਵਿਚਾਰੇ ਨੂੰ ਭੁੱਖ ਲੱਗੀ ਆ, ਪੇਟ 'ਚ ਰੋਟੀਆਂ ਪਾਣੀਆਂ। ਪਰ ਜਿਹੜਾ अमीरज़ादा हो के मम्मी मैंने घर रोटी नहीं खानी, मैंने पिज़्ज़ा खाना है, अब तो मेरे को हैमबर्गर ही चाहिए, उसके बिना बगैर मीट तो बगैर नॉन वेज तो 3 टाइम मेरी रोटी थले लंघदी ही नहीं। जे मम्मी ने कोई घीया टिंडा तोरी बना दिता, ओ माई गॉड आई डोंट वांट टू ईट एट होम। जदों ऐसी अवस्था मन की बन जाती है ना, तो ये वाली अगन नूं कहंदे ने आत्मा की कंगालता की पेट वाली अगन। जदों सब कुछ होंदियां होइयां साडी जीव लटक जाती है 36 पदार्थां ते, सानू संतोख नहीं आता, साडी जीव लटक जाती है वेख पराइयां चोपड़ियां ते, सानू चैन नहीं आता। ये जिहड़ी अगन है ना, इस अगन तो बचण दे बारे अज दा शब्द है। मैनू ये नहीं समझ आती, इस करके मैं हैल्पलैस हाँ। मैनू ये समझाओ कि ये वाली अगन है, मैं इस अगन तो बचना चाहता। देर आर मैनी काइंड ऑफ अगन, पर मैं इस अगन तो बचना चाहता। मनु गुरु पातशाह जी सुमत बख्शो। आत्मा की कंगालता की अगन जिस इंसान नू समझ आ जाती है, वो इंसान अपना जठराग्नि वाला गर्भ क्रिएट करता ही नहीं है। उस इंसान का संसार पैदा ही नहीं होता, क्योंकि वो संसारक दुनिया तो ऊपर रहता है। साइंस के लॉ मुताबिक कोई इंसान धरती तो दोनों पैर ऊपर चुक के नहीं रह सकता, मीन्स धरती तो ऊपर उठा होया नहीं रह सकता। ग्रेविटेशनल लॉ है, गुरुत्वाकर्षण का लॉ है। सारे मनुखों को रब जी के इस नियम अनुसार रहना पैंदा है। पर साइंस के लॉ नू देखदे होया जे असीं मंजा डाल लिया, साइंस की खोज आ मंजा, बैड, डबल बैड, कोठे उत्ते चढ़ जाना, तां असीं धरती तो ऊपर उठ गए। लेकिन असी गुरुत्वाकर्षण के अगेंस्ट एक मंजा बनाया, वो 4 पाए से उन्होंने ऊपर चढ़ के बह गए, धरती नूं टच नहीं कर रहे। पर आत्मक तौर पर असी धरती की पकड़ नूं छड्ड सकते हाँ, कि किसी भी पोजैशन या किसी भी ऑब्सैशन की पकड़ नहीं रही। इसनूं आत्मक तौर पर धरती दियां मैटीरियल वर्ल्ड दियां दी चीज़ां तो ऊपर उठ जाना नूं निरअंजन कहते हैं। माया की पकड़ तो अंजन रहत, अंजन कहते हैं माया, निरअंजन माया तो रहत। पर धार्मिक दुनिया में सारी दुनिया नूं फूल करन वास्ते ये गल्लां कीतियां जांदियां, फलाना इतना नाम जपदा सी, उसने इतना तप किया, वो धरती के ऊपर रहता, 4 फुट ऊपर रहता था उछल के ऐसे। उसको जब वो बैठता था, वो चौकड़ा मार के पूरी समाधि समेत धरती से ऊपर उठ जाता था। ये प्रतीक है, धरती तो ऊपर कोई नहीं उठ सकता। या दोनों टंगा रख के खड़े होगे, या लेफ्ट चुकोगे तो राइट रखोगे, या राइट चुकोगे लेफ्ट रखोगे, लेकिन इंज नहीं हो सकता भी इंसान उड़ ही गया। शरीरक तौर पर मादा पदार्थ वाला शरीर बायोलॉजिकली धरती तो ऊपर नहीं इस तरह उठ के रह सकता। ये सानू भुलेखे पाए हुए ने धार्मिक दुनिया में। बड़े सारे अवतार या बड़े सारे धार्मिक संत जी, ब्रह्म ज्ञानी जी दे बारे गल्लां कीतियां होईयां, जो आसमान नाल छत नाल ऊपर उड़ के रहंदे सन अपने कमरे च। ये सारा साइंस के मुताबिक सच नहीं है, कुदरत की दलील दे सच विच ये पॉसीबल ही नहीं है। आत्मक तौर पर पॉसीबल है कि मैं दुनियावी चीज़ों की पकड़ तो ऊपर हो गया। खैर, कुटुंब दे विच मोह दी अगन है। कुटुंब असी पालना है, कुटुंब अगन नहीं है, कुटुंब दे विच मोह दी अगन है। मोह दे विच होर जी लवां, मरा ना, वोटी बच्चे पाल लवां, लेकिन अगों पोतरा पोतरी, दोतरा दोतरी अपने नाती पाल लवां, लेकिन उन्हां दे पड़पोतरे देख जावां। अते इसी लालसा दी अखाण है कि एक दादी नूं किसी ने पूछा सी कि तू वर मंग, तो दादी कहती सी मैं चाहती हाँ कि मैं अपने पोतरे नूं सोने की चम्मच विच खांदियां देखा। ਇਹਦਾ मतलब ਉਹਦੀ ਇੱਛਾ है वे अमीरी भी पूरी आ जाए पर मैं पोतरा भी देख सकां। ਇਹ ਸਾਰੀਆਂ ਗੱਲਾਂ लिव छुड़की लगी तृष्णा माया अमर वरताया वालियां गल्लां ने। मीनस होर जीण दी लालसा, होर पकड़। कुटुंब भैड़ा नहीं, कुटुंब दे नाल जिहड़ा अन्ना मोह है ना, वो अपने आप विच अगन पैदा कर दिंदा है। वो अन्ना मोह की है, मैं वो कह के अगे चलदा। अन्ना मोह हुंदा है कि मैनू मेरा पुत्तर है, रब जी ने मैं माँ नू या प्यो नू, पिता नू, दादा दादी नू मोह बख्शिया, जिहड़ा कि अच्छी चीज़ है कि वो बच्चे नू पालन, बच्चे नू दुध पिलाण,
ਬੱਚੇ ਵਾਸਤੇ ਖਾਣ ਪੀਣ ਦਾ ਇੰਤਜ਼ਾਮ ਕਰਨ, ਬੱਚੇ ਨੂੰ ਪਾਲਣ, ਬੱਚੇ ਨੂੰ ਪੜ੍ਹਾ ਕੇ ਵੱਡਾ ਕਰਨ। ਇਹ ਮੋਹ ਹੈ। ਲੇਕਿਨ ਉਹ ਉਹਦੇ ਚੱਕਰ ਵਿੱਚ ਪੱਖੇ ਤੋਂ ਕੂਲਰ ਤੋਂ 에ਅਰ ਕੰਡੀਸ਼ਨ ਤੇ ਲਾ ਦੇਣ, ਪਰ ਪੜੋਸੀ ਦਾ ਗਰੀਬ ਬੱਚਾ ਨਜ਼ਰ ਨਾ ਆਏ। ਦੂਜੀ ਮਾਂ ਦਾ ਪੁੱਤਰ ਭੁੱਖਾ ਮਰ ਜਾਏ, ਪਰ ਮੇਰੇ ਬੱਚੇ ਨੂੰ ਚਾਕਲੇਟ ਮਿਲ ਕੇ, ਬਰਥਡੇ ਮਨਾ ਕੇ, ਟੋਪੀ ਪਾ ਕੇ, ਹੈਪੀ ਬਰਥਡੇ ਵਾਸਤੇ ਕੇਕ ਪੇਸਟਰੀ ਵੀ ਪੂਰੀ ਆ ਜਾਏ, ਇਹਨੂੰ ਅੰਨਾ ਮੋਹ ਕਹਿੰਦੇ ਨੇ। ਜਦੋਂ ਅਸੀਂ ਗਰੀਬਾਂ ਦਾ ਭਲਾ ਕਰਨਾ ਸਿੱਖ ਜਾਵਾਂਗੇ ਨਾ, ਸਾਡਾ ਬੱਚਾ ਤੇ ਪੜ੍ਹ ਹੀ ਜਾਏਗਾ, ਪਰ ਗਰੀਬਾਂ ਵਾਸਤੇ ਸਕੂਲ ਖੋਲ ਦਿਆਂਗੇ ਨਾ, ਸਾਡੇ ਬੱਚੇ ਨੂੰ ਵੀ ਜਾਂਚ ਆ ਜਾਏਗੀ ਕਿ ਗਰੀਬਾਂ ਵਾਸਤੇ ਮੇਰੇ ਮਾਤਾ ਪਿਤਾ ਕਿਵੇਂ ਸ਼ੇਅਰਿੰਗ ਕਰਦੇ ਨੇ। ਲੇਕਿਨ ਅਸੀਂ ਆਪਣੇ ਬੱਚੇ ਨੂੰ ਵੱਡਾ ਕਰੀ ਜਾ ਰਹੇ ਹਾਂ, ਗਰੀਬਾਂ ਦਾ ਭਲਾ ਨਹੀਂ ਕਰ ਰਿਹਾ। ਇਸ ਕਰਕੇ ਮਾਰਕੀਟ ਵਿੱਚ ਕੰਪੀਟੀਸ਼ਨ ਵੱਧਦਾ ਜਾ ਰਿਹਾ, ਜਿਹਦੇ ਕਾਰਨ ਨੌਕਰੀਆਂ ਨਹੀਂ ਮਿਲਦੀਆਂ ਨੇ। ਕੰਪੀਟੀਸ਼ਨ ਵੱਧਦਾ ਜਾ ਰਿਹਾ, ਜਿਹਦੇ ਕਾਰਨ ਕਾਲਜਿਸ ਔਰ ਸਕੂਲਸ ਵਿੱਚ ਐਡਮਿਸ਼ਨ ਨਹੀਂ ਮਿਲਦੀ ਹੈ। ਕੰਪੀਟੀਸ਼ਨ ਵੱਧਦਾ ਜਾ ਰਿਹਾ, ਜਿਹਦੇ ਕਾਰਨ 97% ਬੱਚਿਆਂ ਨੂੰ ਲਿਆਉਣੇ ਪੈਂਦੇ ਨੇ। ਕੰਪੀਟੀਸ਼ਨ ਵੱਧਦਾ ਜਾ ਰਿਹਾ, ਜਿਹਦੇ ਕਾਰਨ ਮਾਂ ਪਿਓ ਬੱਚਿਆਂ ਨਾਲ ਲੜਦੇ ਰਹਿੰਦੇ ਨੇ, ਪੜ੍ਹਦੇ ਨਹੀਂ ਹੋ, 97% ਲੈ ਕੇ ਆਉਣੇ ਪੜेंगे। ਬੱਚੇ ਮਾਂ ਪਿਓ ਦੇ ਨਾਲ ਲੜਦੇ ਰਹਿੰਦੇ ਨੇ। ਕਿਉਂ? ਕਿਉਂਕਿ ਵੰਡ ਛਕਣਾ ਨਹੀਂ ਕੀਤਾ, ਅੰਨੇ ਮੋਹ ਦੇ ਕਾਰਨ ਆਪਣਾ ਹੀ ਬੱਚਾ ਪਾਲਦੇ ਰਹਿ ਗਏ। ਜਦੋਂ ਇਹ ਅੰਨੇ ਮੋਹ ਤੋਂ ਅਸੀਂ ਉੱਪਰ ਉੱਠ ਜਾਾਂਗੇ ਨਾ, ਇਹ ਕੁਟੰਬ ਦੇ ਮੋਹ ਦੀ ਅਗਨ ਸਾਨੂੰ ਸਤਾਏਗੀ ਨਹੀਂ। ਆਪਣੇ ਬੱਚੇ ਵਾਂਗੂ ਦੂਜੇ ਦੇ ਬੱਚੇ ਨੂੰ ਵੀ ਛਾਤੀ ਨਾਲ ਲਾਓ। अपने जिगर के टुकड़े वांगू दूजे के बच्चे भी जिगर का टुकड़ा समझना। जिस दिन भारत में लोगों को ये बात समझ में आ जाएगी, चौक पर आपको खड़े हुए भिखारी नहीं मिलेंगे, सड़क पर आपको खड़े हुए कड़कती धूप में नंगे पांव चलते हुए लोग नहीं मिलेंगे जो भीख मांग रहे होंगे। आप एयर कंडीशन कार खोल के उनको 10 रुपये नहीं देंगे, क्योंकि आप उनको कहेंगे मैंने तुमको 10 रुपये नहीं देने, मैं तुम्हारी ये गरीबी को दूर कर देना, फ्यूचर में भी कोई ऐसे सड़क के ऊपर धूप में मांगेगा नहीं। ਜਦੋਂ ਇਹ ਸਮਝ ਆ ਜਾਏਗਾ ਨਾ, ਅੰਨੇ ਮੋਹ ਤੋਂ ਅਸੀਂ ਉੱਪਰ ਉੱਠ ਜਾਾਂਗੇ, ਸਾਨੂੰ ਅਗਨ ਨਹੀਂ ਸਤਾਏਗੀ। ਅਸੀਂ ਤੇ ਸਿਰਫ ਆਪਣੀ ਬਾਡੀ ਤੱਕ, ਆਪਣੇ ਟੱਬਰ ਤੱਕ, ਜਾਂ ਸਿਰਫ ਆਪਣੀ ਕੌਮ ਤੱਕ ਮਾਦੂਦ ਰਹਿ ਜਾਂਦੇ ਹਾਂ, ਜਾਂ ਸਿਰਫ ਆਪਣੇ ਦੇਸ਼ ਤੱਕ ਮਾਦੂਦ ਰਹਿ ਜਾਂਦੇ ਹਾਂ। ਸਾਨੂੰ ਤੇ ਸਾਰੀ ਸ੍ਰਿਸ਼ਟੀ ਹੈ, ਜਗ ਸੱਚੇ ਕੀ ਕੋਠੜੀ ਹੈ, ਸਾਰੇ ਹਮਾਰੇ बहन भाई है, एक पिता एकस के हम बारक है ना, यूनिवर्सल ब्रदरहुड है ना। खैर ਇਹਦੇ ਚੋਂ ਅਸੀਂ ਇਹ ਸਮਝਿਆ ਕਿ ਜੇਕਰ ਇਹ ਸਾਗਰ ਸੰਸਾਰ ਕ੍ਰੀਏਟ ਕੀਤਾ ਹੈ, ਉਹ ਰੱਬ ਜੀ ਦੀ ਸ੍ਰਿਸ਼ਟੀ ਦਾ ਹੈ, ਉਹ ਝੂਠਾ ਨਹੀਂ, ਉਹਦੇ ਵਿੱਚ ਅਗਨ ਨਹੀਂ। ਪਰ ਮੇਰੀ ਅਗਿਆਨਤਾ ਵਸ ਮੈਂ ਅਗਨ ਕੁਟੰਬ ਸਾਗਰ ਸੰਸਾਰ ਮੇਰੇ ਭਰਮ ਦੇ ਕਾਰਨ, ਮੇਰੀ ਆਤਮਾ ਦੀ ਕੰਕਾਲਤਾ ਦੇ ਕਾਰਨ, ਮੇਰੇ ਪੋਜੈਸ਼ਨ ਦੇ ਕਾਰਨ ਮੈਨੂੰ ਸਾਰੀ ਇਹ ਅਗਨ ਸਤਾ ਰਹੀ ਹੈ। ਮੈਨੂੰ ਇਹਦੇ ਤੋਂ ਰੱਖ ਲਓ, ਰਹਾਉ ਨਾਲ ਬਾਰ-ਬਾਰ ਰਿਲੇਟ ਕਰਾਂਗੇ। ਮੈਨੂੰ ਅਗਨ ਕੁਟੰਬ ਸਾਗਰ ਸੰਸਾਰ ਭਰਮ ਮੋਹ ਗਿਆਨ ਅੰਧਾਰ ਸਤਾ ਰਿਹਾ, ਮੈਂ ਇਹਨਾਂ ਦੇ ਸਾਹਮਣੇ ਹੈਲਪਲੈਸ ਹਾਂ। ਇਸ ਕਰਕੇ ਹਾਂ ਪਲੀਜ਼ ਹਾਏ ਰੱਖ ਲਓ, ਮੇਰੇ ਵਾਸ ਕੁਛ ਨਹੀਂ ਹੈ। ਬਹੁਤ ਸਵਾਦ ਹੈ ਇਸ ਅਵਸਥਾ 'ਚ, ਕਿਉਂਕਿ ਇਸ ਅਵਸਥਾ ਦੇ ਅਗੇਂਸਟ ਰੋਜ਼ ਅਸੀਂ ਆਪਣੇ ਘਰਾਂ ਵਿੱਚ ਕ੍ਰੋਧ ਕਰਕੇ ਆਪਣੇ ਪਤੀ ਜਾਂ ਪਤਨੀ ਨੂੰ ਜਾਂ ਬਜ਼ੁਰਗਾਂ ਨੂੰ ਜਾਂ ਬੱਚਿਆਂ ਨੂੰ ਜਾਂ ਨੌਕਰ ਚਾਕਰ ਨੂੰ ਜਾਂ ਆਫਿਸ ਵਿੱਚ EMPLOYEES ਨੂੰ ਜਾਂ ਕਿਸੇ ਨੂੰ ਵੀ ਜਦੋਂ ਅਸੀਂ ਗੁੱਸਾ ਕਰਕੇ ਕਮਾ ਕੇ ਲਿਆਂਦੇ ਹਾਂ, ਸਾਨੂੰ ਉਹਦੇ ਸਵਾਦ ਆ ਰਿਹਾ ਹੁੰਦਾ, ਸਾਡੀ ਹਾਹਾ ਦੀ ਅਵਸਥਾ ਬਣੀ ਹੀ ਨਹੀਂ। ਸਾਨੂੰ ਤੇ ਮਜ਼ਾ ਆ ਰਿਹਾ ਉਸ ਅਗਨੀ ਚੋਂ ਅੱਖਾਂ ਕੱਢ ਕੇ। ਲੈ ਫਿਰ ਵੀਰ ਜੀ ਉਹਨੂੰ ਕੀ, ਲੈ ਸਬਕ ਨਹੀਂ ਸੀ ਸਿਖਾਉਣਾ ਚਾਹੀਦਾ, ਨਾ ਉਹਨੂੰ ਰੋਕਣਾ ਨਹੀਂ ਸੀ ਚਾਹੀਦਾ, ਨਾ ਉਹਨੂੰ ਲੈਸਨ ਨਹੀਂ ਸੀ ਦੇਣਾ ਚਾਹੀਦਾ ਸੀ ਉਹ, ਤਾਂ ਕਿ ਉਹ ਬਾਜ ਆ ਜਾਏ। ਇਸ ਤਰੀਕੇ ਦੀਆਂ ਅੱਖਾਂ ਕੱਢ ਕੇ ਜਦੋਂ ਅਸੀਂ ਗੱਲਾਂ ਕਰ ਰਹੇ ਹੁੰਦੇ ਹਾਂ ਨਾ, ਮੈਂ ਲੋਕਾਂ ਨੂੰ ਇਸ ਤਰ੍ਹਾਂ ਗੱਲਾਂ ਕਰਦਿਆਂ ਦੇਖਦਾ ਹੀ ਰਹਿ ਜਾਂਦਾ। ਸ਼ਾਇਦ ਇਹਨਾਂ ਨੂੰ ਅਗਨ ਦੇ ਵਿੱਚ ਸਵਾਦ ਆ ਰਿਹਾ। ਇਹਦੇ ਨਾਲ ਫੁਲਕਾ ਨਹੀਂ ਪਕਾ ਸਕੋਗੇ ਇਸ ਅਗਨ ਨਾਲ। ਫੁਲਕਾ ਭਾਵੇਂ ਪੱਕੇਗਾ ਕਿ ਨਹੀਂ ਪੱਕੇਗਾ, ਤੁਹਾਡਾ ਹਾਰਟ ਸੜ ਜਾਏਗਾ, ਤੁਹਾਡਾ ਸੀਨਾ ਛਲਨੀ ਹੋ ਜਾਏਗਾ, ਹੋਰਾਂ ਦਾ ਜੀਵਨ ਵੀ ਬਰਬਾਦ ਕਰ ਦਿੰਦੇ ਆ। ਇਸ ਧਰਤੀ ਤੇ ਲੋਕਾਂ ਨਾਲ ਪਿਆਰ ਹੀ ਨਹੀਂ ਰਿਹਾ। ਕਾਸ਼ ਅਸੀਂ ਇਸ ਭਰਮ ਮੋਹ ਅਗਿਆਨਤਾ ਦੇ ਹਨੇਰੇ ਚੋਂ ਨਿਕਲੀਏ। ਇਸੇ ਨੂੰ ਹੀ ਗੁਰੂ ਪਾਤਸ਼ਾਹ ਆਸਾ ਕੀ ਵਾਰ ਵਿੱਚ ਕਲ ਯੁੱਗ ਦੀ ਅਗਨ ਕਹਿੰਦੇ ਨੇ। ਜਿਸ ਤਰ੍ਹਾਂ ਕਹਿੰਦੇ ਨਾ, ਲੱਭ ਪਾਪ ਦੋਇ ਰਾਜਾ ਮਹਿਤਾ ਕੂੜਵਾ ਸਿਕਦਾਰ, ਜਾਂ ਆਸਾ ਕੀ ਵਾਰ ਵਿੱਚ ਸਾਨੂੰ ਸਮਝਾਉਂਦੇ ਨੇ, द्वापर रथ तपे का सत अगे रथवाओ, त्रेता रथ जते का जोर, द्वापर रथ त्रेता रथ जते का जोर अगे रथवाओ, द्वापर रथ तपे का सत अगे रथवाओ। सतयुग तो शुरू करते हैं तो आखिर ते कहते हैं कलयुग रथ अगन का। जिहड़ा कलयुग की अवस्था है ना मनुख की, कोई ये नहीं है कि अज कलयुग है। कई प्रचारक के प्रचार कर रहे होंगे ने, इन्ने 1000 साल द्वापर सी,
ਇੰਨੇ ਹਜ਼ਾਰ ਸਾਲ ਪਹਿਲਾਂ ਉਸ ਤੋਂ ਪਹਿਲਾਂ ਤ੍ਰੇਤਾ ਸੀ, ਇੰਨੇ ਹਜ਼ਾਰ ਸਾਲ ਪਹਿਲਾਂ ਉਸ ਤੋਂ ਪਹਿਲਾਂ ਸਤਯੁਗ ਸੀ, ਤੇ ਕਿੰਨੇ ਹਜ਼ਾਰ ਸਾਲਾਂ ਤੋਂ ਹੁਣ ਕਲਯੁਗ ਚੱਲ ਰਿਹਾ, ਤੇ ਕਲਯੁਗ ਦੀ ਲੰਬੀ ਉਮਰ ਹੈ। ਤੁਸੀਂ ਮਸਾਂ 70-80 ਸਾਲ ਜੀਣਾ, ਤੁਹਾਨੂੰ ਪਤਾ ਹੀ ਨਹੀਂ ਕਦੋਂ ਕਲਯੁਗ ਮੁੱਕਣਾ ਹੈ। ਇਸ ਕਰਕੇ ਉਹ ਐਸੀ ਅਨਹੋਣੀ ਜੀ ਗੱਲ ਕਰ ਦਿੰਦੇ ਨੇ। ਸੰਗਤ ਸੋਚਦੀ ਹਾਏ ਅਸੀਂ ਕੀ ਕਰੀਏ, ਅਸੀਂ ਤਾਂ ਕਲਯੁਗ ਹੀ ਜੀ ਰਹੇ ਹਾਂ। ਗੁਰੂ ਪਾਤਸ਼ਾਹ ਕਹਿੰਦੇ ਨੇ ਜੇ ਤੇਰੀ ਇਹ ਵਾਲੀ ਅਵਸਥਾ ਹੈ, ਕਿਸੇ ਦਿਨ ਮੈਂ ਯੁਗਾਂ ਨੂੰ ਲੈ ਕੇ ਡਿਟੇਲ ਹੀ ਡਿਸਕਸ ਕਰਾਂਗਾ, ਪਰ ਅੱਜ ਦੇ ਟੌਪਿਕ ਵਿੱਚ ਆਸਾ ਕੀ ਵਾਰ ਆਈਏ ਸਮਝਾ ਰਹੇ ਨੇ, ਜਦੋਂ ਇਨਸਾਨ ਦੀ ਸੋਚਣੀ ਦਾ ਰੱਥ ਅਗਨ ਵਾਲਾ ਬਣ ਜਾਂਦਾ ਹੈ ਤਾਂ ਇਨਸਾਨ ਦੀ ਆਤਮਕ ਅਵਸਥਾ ਕਲਯੁਗ ਦੀ ਅਵਸਥਾ ਹੈ। ਕਲਯੁਗ ਰੱਥ ਅਗਨ ਕਾ, ਤਾਂ ਪਤਾ ਕੀ ਹੋ ਜਾਂਦਾ ਹੈ? ਅਫਸੋਸ, ਕੂੜ ਅੱਗੇ ਰਥ ਵਾਓ। ਇਸ ਦੇ ਰੱਥ ਨੂੰ ਚਲਾਉਣ ਵਾਲਾ, ਜਿਹੜਾ ਅੱਗੇ ਚਲਾਉਣ ਵਾਲਾ ਉਹਦਾ ਹੁੰਦਾ ਨਾ, ਉਹਨੂੰ ਸੰਭਾਲਣ ਵਾਲਾ ਸਾਰਥੀ ਜਿਹਨੂੰ ਕਹਿੰਦੇ ਨੇ। ਅਸੀਂ ਟੀਵੀ ਤੇ ਕ੍ਰਿਸ਼ਨ ਜੀ ਦੀ ਉਹ ਦੇਖਦੇ ਹਾਂ, ਅਰਜੁਨ ਦਾ ਜਿਹੜਾ ਸਾਰਥੀ ਸੀ, ਜਿਹੜਾ ਉਸ ਨੂੰ ਘੋੜੇ ਨੂੰ ਅੱਗੇ ਰੱਥ ਨੂੰ ਚਲਾਉਂਦਾ ਹੈ। ਸਾਡੇ ਜੀਵਨ ਦਾ ਜਿਹੜਾ ਸਾਰਥੀ ਹੈ ਨਾ, ਉਹ ਪਤਾ ਕੀ ਬਣ ਜਾਂਦਾ? ਜਦੋਂ ਕੂੜ ਬਣ ਜਾਂਦਾ ਹੈ। ਫਾਲਸ ਲਿਵਿੰਗ, ਟਰੂਥਫੁਲ ਲਿਵਿੰਗ ਨਹੀਂ, ਝੂਠ ਦੀ ਜੀਵਨੀ ਜਦੋਂ ਸਾਡਾ ਜੀਵਨ ਅੱਗੇ ਅੱਗੇ ਟੋਰਦੀ ਹੈ ਨਾ, ਸਾਡਾ ਰਥਵਾਓ ਬਣ ਜਾਂਦਾ ਹੈ। ਕੂੜ ਅੱਗੇ ਰਥਵਾਓ ਇੱਕ ਕਲਯੁਗ ਦੀ ਨਿਸ਼ਾਨੀ ਹੈ ਸਾਡੇ ਜੀਵਨ ਅਵਸਥਾ ਦੀ। ਤੇ ਜੇ ਸੱਚ ਦੀ ਬਣ ਜਾਏ ਤਾਂ ਇਹ ਸਤਯੁਗ ਦੀ ਨਿਸ਼ਾਨੀ ਹੋ ਜਾਂਦੀ ਹੈ। ਅੱਜ ਹੀ ਸਤਯੁਗ ਵਾਪਰ ਸਕਦਾ ਆਤਮਿਕ ਤੌਰ ਤੇ। ਖੈਰ, ਇਸ ਤੋਂ ਬਾਅਦ ਗੁਰੂ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਸੈਕਿੰਡ ਪੈਰੇ 'ਚ ਕਿ ਇਸੀ ਹੈਲਪਲੈਸਨੈਸ ਦੀ ਅਵਸਥਾ ਦੇ ਕਾਰਨ ਮੈਂ ਦੇਖ ਰਿਹਾ, ਮੈਂ ਤੁਹਾਡੇ ਕੋਲ ਕਿਉਂ ਆਇਆ ਕਿ ਮੈਨੂੰ ਰੱਖ ਲਓ। ਮੈਨੂੰ ਸਮਝ ਨਹੀਂ ਆਉਂਦੀ, ਊਚ ਨੀਚ ਸੁਖ ਦੁੱਖ, ਸੁੱਖ ਹੁੰਦਾ ਮੈਂ ਖੁਸ਼, ਦੁੱਖ ਹੁੰਦਾ ਮੈਂ ਦੁਖੀ। ਊਚ ਹੁੰਦਾ ਤਾਂ ਮੈਂ ਖੁਸ਼, ਜੇ ਮੈਨੂੰ ਕੋਈ ਵਿੜਿਆ ਦਿੰਦਾ ਮੈਂ ਵਾਹ ਬਈ ਵਾਹ ਅਸਮਾਨੇ ਚੜ੍ਹ ਜਾਂਦਾ। ਜੇ ਕੋਈ ਮੇਰੀ ਥੋੜ੍ਹੀ ਜਿਹੀ ਨਿੰਦਾ ਕਰ ਦਿੰਦਾ, ਮੇਰੀ ਲੈਗ ਪੁਲਿੰਗ ਕਰ ਦਿੰਦਾ, ਮੈਂ ਝਾਂਕ ਕੇ ਡਿੱਗ ਪੈਂਦਾ। ਜੇ ਮੈਨੂੰ ਕੋਈ ਰਿਸ਼ਵਤ ਦੇ ਦਿੰਦਾ ਤੇ ਮੈਂ ਹਾਂ ਜੀ ਇਹ ਕੰਮ ਕਰ ਦੇਂਗੇ। ਪਰ ਜੇ ਕੋਈ ਮੈਨੂੰ ਡਰਾ ਦਿੰਦਾ, ਮੈਂ ਨਹੀਂ ਮੈਨੇ ਨਹੀਂ ਕਰਨਾ। ਮੈਂ ਊਚ ਨੀਚ ਸੁੱਖ ਦੁੱਖ ਵਿੱਚ ਪਿਆ ਰਹਿੰਦਾ। ਮੈਂ ਤੁਹਾਡੇ ਕੋਲ ਆਇਆ, ਮੈਨੂੰ ਦੱਸੋ ਮੈਂ ਊਚ ਨੀਚ ਸੁੱਖ ਦੁੱਖ ਵਿੱਚ ਤਾਂ ਪੈਣਾ ਕਿਉਂਕਿ ਮੈਨੂੰ ਤ੍ਰਾਪਸ ਨਾਹੀ ਤ੍ਰਿਸ਼ਨਾ ਭੂਖ। ਤ੍ਰਾਪਸ ਕਹਿੰਦੇ ਨੇ ਰਜਣਾ, ਨਾਹੀ ਤ੍ਰਾਪਸ, ਨਾਹੀ ਦਾ ਮਤਲਬ ਨਹੀਂ ਰਜਣਾ। ਮੈਨੂੰ ਤ੍ਰਿਸ਼ਨਾ ਦੀ ਭੁੱਖ ਰਜਦੀ ਨਹੀਂ ਹੈ। ਮੈਨੂੰ ਤ੍ਰਿਸ਼ਨਾ ਕੀ ਹੈ? ਹੋਰ ਦੀ ਪਕੜ। ਇਹ ਪ੍ਰਾਪਤ ਹੋ ਗਿਆ ਹੁਣ ਹੋਰ। ਤ੍ਰਿਸ਼ਨਾ ਨੂੰ ਦੁਨੀਆ ਜੋੜਦੀ ਹੈ ਹੋਰਾਈਜ਼ਨ ਦੇ ਨਾਲ। ਹੋਰਾਈਜ਼ਨ ਹੁੰਦਾ ਦੂਰ ਤੱਕ, ਦੇਖੋ ਉਹ ਧਰਤੀ ਔਰ ਆਸਮਾਨ ਮਿਲ ਰਹੇ ਆ, ਪਰ ਜਦੋਂ ਉੱਥੇ ਪਹੁੰਚੇ ਤਾਂ ਉੱਥੇ ਜਾ ਕੇ ਦੇਖਿਆ ਹੋਰ ਅੱਗੇ ਹੈ। ਕਦੇ ਵੀ ਧਰਤੀ ਆਸਮਾਨ ਨਹੀਂ ਮਿਲਦੇ ਨੇ। ਤ੍ਰਿਸ਼ਨਾ ਦੀ ਭੁੱਖ, ਤ੍ਰਾਪਸ ਨਹੀਂ, ਮੈਨੂੰ ਚੈਨ ਹੀ ਨਹੀਂ ਆਉਂਦਾ। ਮੈਂ ਸੋਚਦਾ ਨਹੀਂ ਅੱਜ ਤਾਂ ਮੇਰੀ 10 ਲੱਖ ਕਮਾਈ ਆ, ਜਦੋਂ ਕਰੋੜ ਹੋ ਜਾਏਗੀ, ਉਹ ਜਿੱਥੇ ਧਰਤੀ ਅਸਮਾਨ ਮਿਲਦੇ ਨੇ। ਪਰ ਜਿਸ ਦਿਨ ਕਰੋੜ ਹੋਈ, ਪਤਾ ਲੱਗਾ ਮੈਂ ਹੋਰ ਭੁੱਖਾ ਕੰਗਾਲ ਹੋ ਗਿਆ। ਮੇਰੇ ਘਰ ਇੱਕ ਵੀ ਬੰਦਾ ਰੋਟੀ ਖਾਣ ਆ ਜਾਏ, ਮੈਂ ਵੰਡ ਕੇ ਛੱਕ ਹੀ ਨਹੀਂ ਸਕਦਾ, ਕਿਉਂਕਿ ਮੇਰੇ ਕੋਲ ਟਾਈਮ ਹੀ ਨਹੀਂ ਹੈ। ਲੈ ਅਸੀਂ ਆਪਣੇ ਕੰਮ ਜਾਣਾ, ਕਿ ਹੁਣ ਇਹਦੇ ਨਾਲ ਬਹਿ ਜਾਈਏ ਚਾਹ ਪੀਣ, ਫੁਲਕਾ ਖਵਾਉਣ ਇਹਨੂੰ। ਸਾਡੇ ਘਰ ਇੱਕ ਵੀ ਬੰਦਾ ਆ ਜਾਏ, ਅਸੀਂ ਉਹਨੂੰ ਰੋਟੀ ਨਹੀਂ ਪੁੱਛ ਸਕਦੇ ਹਾਂ। ਪਰ ਤੁਸੀਂ ਦੇਖਣਾ, ਜੋ ਸਰਧਨ ਨਿਰਧਨ ਕਹਿ ਜਾਏ, ਦਿਆ ਆਦਰ ਲਿਆ ਬਿਠਾਏ, ਉਹਨੂੰ ਸਤਿਕਾਰ ਨਾਲ ਬਿਠਾਉਂਦਾ ਹੈ। ਜਿਤਨਾ ਤੁਹਾਡੇ ਕੋਲ ਵਸੀਲੇ ਘੱਟ, ਜਿਤਨਾ ਤੁਹਾਡੇ ਕੋਲ ਪੈਸਾ ਘੱਟ, ਜਿਤਨਾ ਤੁਸੀਂ ਗਰੀਬੀ ਔਰ ਲੋ ਪ੍ਰੋਫਾਈਲ ਵਿੱਚ ਰਹਿੰਦੇ ਹੋ, ਫਿਜ਼ੀਕਲੀ ਨਹੀਂ ਕਿ ਪੈਸਾ ਹੈ ਤੇ ਅਮੀਰੀ ਵਿੱਚ ਵੀ ਲੋ ਪ੍ਰੋਫਾਈਲ ਵਿੱਚ ਰਹਿ ਸਕਦੇ ਹੋ, ਸਾਦਗੀ ਵਿੱਚ, ਤਾਂ ਤੁਹਾਡੇ ਘਰ ਕੋਈ 4 ਜਾਂ 6 ਜਾਂ 10 ਸੱਜਣ ਵੀ ਅਚਾਨਕ ਆ ਜਾਣਗੇ, ਤੁਸੀਂ ਬੜੇ ਖਿੜੇ ਮੱਥੇ ਰੋਟੀ ਖਵਾਓਗੇ। ਪਰ ਇਹ ਤ੍ਰਾਪਸ ਨਹੀਂ ਤ੍ਰਿਸ਼ਨਾ ਭੂਖ। ਮੈਂ ਸੋਚ ਰਿਹਾ ਕਰੋੜ ਹੋ ਜਾਏਗਾ ਉਸ ਦਿਨ ਸੁਖੀ ਹੋ ਜਾਊਂਗਾ, ਪਰ ਜਿਸ ਦਿਨ ਕਰੋੜ ਹੋਇਆ ਮੈਂ ਉਸ ਦਿਨ ਵੀ ਸੁਖੀ ਨਹੀਂ ਹੋਇਆ। ਮੈਂ ਹੋਰ ਆਤਮਾ ਦੀ ਕੰਗਾਲਤਾ 'ਚ ਫਸ ਗਿਆ। ਮੈਨੂੰ ਸਮਤ ਬਖਸ਼ੋ, ਮੈਂ ਤੁਹਾਡੇ ਕੋਲ ਆਇਆ, ਕਰ ਕਿਰਪਾ ਕਰਕੇ ਆਪਣਾ ਨਾਮ ਦਿਓ, ਆਪਣੀ ਸਮਝ ਸੂਝ-ਬੂਝ ਮੈਨੂੰ ਬਖਸ਼ੋ। ਮੈਂ ਊਚ ਨੀਚ ਸੁਖ ਦੁੱਖ ਤ੍ਰਾਪਸ ਨਹੀਂ ਤ੍ਰਿਸ਼ਨਾ ਭੂਖ ਵਿੱਚ ਫਸ ਜਾਂਦਾ, ਮੈਨੂੰ ਬਚਾ ਲਵੋ। ਮੈਨੂੰ ਲਾਲਚ ਨਾਲ ਪ੍ਰਾਪਤੀ ਦੀ ਇੱਛਾ ਪਈ ਰਹਿੰਦੀ ਹੈ, ਹੋਰ ਦੀ। ਪਰ ਇਹ ਰੱਬ ਜੀ ਦਾ ਗਿਆਨ ਹੀ ਇਹ ਤ੍ਰਿਸ਼ਨਾ ਵਾਲੀ ਅਗਨ ਤੋਂ ਬਚਾ ਸਕਦਾ। ਸੁਖਮਨੀ ਸਾਹਿਬ ਵਿੱਚ ਅਸੀਂ ਰੋਜ਼ ਪੜ੍ਹਦੇ ਹਾਂ, ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ। ਰੱਬ ਜੀ ਇਹ ਤ੍ਰਿਸ਼ਨਾ ਦੀ ਅਗਨ ਬੁਝਾਉਂਦੇ ਨੇ ਕਿ ਜਦੋਂ ਗੁਰੂ ਦੀ ਮੱਤ ਦਾ ਗਿਆਨ ਸਾਨੂੰ ਦੇ ਦਿੰਦੇ ਨੇ ਤਾਂ ਇਹ ਅਗਨ ਬੁਝ ਜਾਂਦੀ ਹੈ। ਕਿਸੇ ਨੂੰ ਕਹਿਣਾ ਨਹੀਂ ਪੈਂਦਾ ਪੈਸੇ ਨਾ ਕਮਾਓ, ਮਾਇਆ ਵਿੱਚ ਖਚਤ ਨਾ ਹੋ, ਬਹੁਤਾ ਇਹਨਾਂ ਮਾਇਆ ਵਿੱਚ ਖਚਤ ਹੋ, ਮਾਇਆ ਜ਼ਹਿਰ ਹੈ, ਮਾਇਆ ਨੂੰ ਹੱਥ ਨਾ ਲਾਓ, ਇਹ ਨਹੀਂ ਕਹਿਣਾ ਪੈਂਦਾ। ਆਪੇ ਛੁੱਟ ਜਾਂਦੀ ਹੈ, ਜਾਂ ਸਭ ਕੁਝ ਹੁੰਦੇ ਆ ਵੰਡ ਛਕਣਾ ਸਿੱਖ ਲੈਂਦੇ ਆ, ਆਪੇ ਅਗਨ ਖਤਮ ਹੋ ਜਾਂਦੀ ਆ। ਅੱਗੇ ਕਹਿੰਦੇ ਨੇ ਮਨ ਬਾਸ਼ਨਾ, ਸੱਸਾ ਉਚਾਰਨ ਨਹੀਂ ਕਰਾਂਗੇ, ਮਨ ਬਾਸ਼ਨਾ, ਵਾਸ਼ਨਾ ਤੋਂ ਬਣਿਆ।
ਮਨ ਬਾਸ਼ਨਾ ਰਚ ਬਿਖੈ ਬਿਆਦ। ਰਚ ਦਾ ਮੈਨਾ ਹੁੰਦਾ ਹੈ, ਅਸੀਂ ਪਿਛਲੇ ਮਹਿਲੇ 9ਵੇਂ ਦੇ ਸ਼ਲੋਕ ਪੜ੍ਹ ਰਹੇ ਸਾਂ ਪੱਛਮੀ ਬਿਹਾਰ ਲੜੀਵਾਰ, ਤਾਂ ਰਚ ਦਾ ਮੈਨਾ ਉੱਥੇ ਆਇਆ ਸੀ ਸਾਹਮਣੇ ਕਿ ਲੀਨ ਹੋ ਜਾਣਾ, ਕਿਸੇ ਚੀਜ਼ ਦੇ ਵਿੱਚ ਵੜ ਜਾਣਾ, ਹਮੇਸ਼ਾ ਉਹਦੇ ਵਿੱਚ ਹੀ ਖਚਤ ਰਹਿਣਾ, ਇੱਕ ਉਹ ਰਚ ਹੁੰਦਾ ਹੈ। ਪਰ ਇੱਥੇ ਰਚ ਦਾ ਮੈਨਾ ਕ੍ਰੀਏਟ ਕਰਨਾ, ਪੈਦਾ ਕਰਨਾ, ਕੋਈ ਚੀਜ਼ ਨੂੰ ਬਣਾਉਣਾ। ਮਨ ਬਾਸ਼ਨਾ ਰਚ, ਮੈਂ ਨਾ ਮਨ ਦੀ ਵਾਸ਼ਨਾ ਰਚਦਾ, ਵਾਸ਼ਨਾ ਦੇ ਨਾਲ ਡਿਜ਼ਾਇਰਸ ਰਚ ਦਿੰਦਾ, ਡਿਜ਼ਾਇਰਸ ਪੈਦਾ ਕਰ ਲੈਂਦਾ, ਮੈਨੂੰ ਇਹ ਚਾਹੀਦਾ, ਮੈਨੂੰ ਉਹ ਚਾਹੀਦਾ, ਮੈਨੂੰ ਉਹ ਚਾਹੀਦਾ। ਅੱਜ ਦਾ ਨੌਜਵਾਨ ਸੋਚ ਰਿਹਾ ਮੇਰਾ ਕਰੀਅਰ ਬਣ ਜਾਏ, ਮੇਰੀ ਇੰਨੇ ਹਜ਼ਾਰ ਤਨਖਾਹ ਲੱਗ ਜਾਏ, ਮੈਨੂੰ ਇੰਨਾ ਸੋਹਣਾ ਬॉयਫ੍ਰੈਂਡ ਮਿਲ ਜਾਏ, ਇੰਨੀ ਸੋਹਣੀ ਗਰਲਫ੍ਰੈਂਡ ਮਿਲ ਜਾਏ, ਨਹੀਂ ਅਮੀਰ ਘਰ ਮਿਲ ਜਾਏ ਦਾਜ ਦੇਣਗੇ, ਨਹੀਂ ਅਮੀਰ ਘਰ ਮਿਲ ਜਾਏ, ਇਹ ਹੋ ਜਾਏ वो जाए। ये सारी वो वासना रची जा रहे हैं। अगर मैं ऐसी ड्रेस पहनूंगी तो कोई लड़का मेरी तरफ देखेगा ना, वासना दी रच ਲਈ। ਪਰ ਉਸਨੇ ਉਹ ਕੱਪੜੇ ਪਾਏ, ਉਹ ਕੱਪੜੇ ਪਾਉਣ ਨਾਲ ਸੋਹਣਾ ਜਾਂ ਚੰਗਾ ਜਾਂ ਆਈਡੀਅਲ ਇਨਸਾਨ ਵਾਲਾ ਬॉयਫ੍ਰੈਂਡ ਤੇ ਮਿਲਿਆ ਨਹੀਂ। ਇੱਕ ਬਾਡੀ ਦਾ ਭੁੱਖਾ, ਇੱਕ ਕਾਮ ਰੂਪ ਦਾ ਭੁੱਖਾ, ਰੂਪੇ ਕਾਮੇ ਦੋਸਤੀ ਭੁੱਖੇ ਸਾਧ ਦੇ ਗੰਢ, ਗੁਰੂ ਸਾਹਿਬ ਬਾਣੀ 'ਚ ਕਹਿੰਦੇ ਨੇ। ਰੂਪ ਨੂੰ ਦੇਖ ਕੇ ਉਸ ਦੀ ਭੁੱਖ ਵਾਲਾ ਦੋਸਤ ਮੇਰੇ ਕੋਲ ਆ ਗਿਆ ਔਰ ਉਹ ਮੇਰੇ ਸਰੀਰ ਪਿੱਛੇ ਹੀ ਪੈ ਗਿਆ। ਪਤਾ ਲੱਗਾ ਉਹਦਾ ਮੇਰੇ ਨਾਲ ਕੋਈ ਤਾਲੁਕ ਨਹੀਂ। ਗੁਰੂ ਪਾਤਸ਼ਾਹ ਇਹ ਗੱਲ ਸਮਝਾਉਂਦੇ ਨੇ ਸਾਰੀ ਦੁਨੀਆ ਨੂੰ। ਅੱਜ ਰੋਜ਼ ਟੀਵੀ ਤੇ ਦੇਖੀ ਜਾ ਰਿਹਾ, ਹਰ ਰੋਜ਼ ਲੋਕਾਂ ਦੀ, ਸਾਡੀਆਂ ਭੈਣਾਂ ਦੀ ਪੱਤ ਲੁੱਟੀ ਜਾ ਰਹੀ ਹੈ ਥਾਂ ਥਾਂ ਤੇ। ਕਦੀ ਹਸਪੀਟਲ ਵਿੱਚ ਉਹਦਾ ਰੇਪ ਹੋ ਜਾਂਦਾ, ਕਦੀ ਸੜਕ ਤੇ ਹੋ ਜਾਂਦਾ, ਕਦੀ ਬੱਸ ਵਿੱਚ ਹੋ ਜਾਂਦਾ, ਕਦੀ ਕਾਰ ਵਿੱਚ ਲੈ ਜਾਂਦੇ ਨੇ। ਕਾਰਨ ਕੀ ਹੈ ਕਿ ਉਹ ਸੋਚਦੀਆਂ ਨੇ ਮੈਂ ਇਸ ਤਰ੍ਹਾਂ ਪਾਏ ਨੇ ਤਾਂ ਸ਼ਾਇਦ ਕੋਈ ਮਿਲ ਜਾਏਗਾ। ਲੇਕਿਨ ਜਿਹੜੀਆਂ ਸਾਦੀਆਂ ਵੀ ਨੇ ਉਹਨਾਂ ਦੇ ਵਾਸਤੇ ਵੀ ਉਹ ਰੂਪ ਦੇ ਕਾਮ ਦੀ ਤ੍ਰਿਸ਼ਨਾ ਦੀ ਭੁੱਖ ਲਗਾ ਕੇ ਮੁੰਡਾ ਆ ਗਿਆ ਜਾਂ ਕੋਈ ਇਨਸਾਨ ਆ ਗਿਆ ਕਾਮ ਦਾ ਭੁੱਖਾ। ਗੁਰੂ ਪਾਤਸ਼ਾਹ ਕਹਿੰਦੇ ਨੇ ਮੈਂ ਆਪਣੇ ਮਨ ਦੇ ਵਿੱਚੋਂ ਨਾ ਬਾਸ਼ਨਾ ਡਿਜ਼ਾਇਰਸ ਕ੍ਰੀਏਟ ਕਰ ਲੈਂਦਾ ਵਾਂ ਤਾਂ ਮੈਂ ਆਪਣੇ ਵਾਸਤੇ ਪ੍ਰੋਬਲਮ ਪੈਦਾ ਕਰ ਲੈਂਦਾ। ਮਨ ਬਾਸ਼ਨਾ ਰਚ ਬਿਖੈ ਬਿਆਦ, ਬਿਖਿਆ ਹੁੰਦਾ ਜ਼ਹਿਰ, ਜ਼ਹਿਰ ਦੇ ਨਾਲ ਅਸੀਂ ਮਰ ਜਾਂਦੇ ਹਾਂ। ਇਸ ਤਰੀਕੇ ਨਾਲ ਮੈਂ ਡਿਜ਼ਾਇਰਸ ਪੈਦਾ ਕਰ ਲੈਂਦਾ ਜਿਨ੍ਹਾਂ ਦੇ ਚੱਕਰ ਵਿੱਚ ਮੈਂ ਦੌੜਦਾ ਰਹਿੰਦਾ ਤੇ ਮੈਂ ਮਰ ਜਾਂਦਾ। ਪਰ ਬਿਆਦ ਕਿਹਨੂੰ ਕਹਿੰਦੇ ਨੇ? ਬਿਆਦ ਕਹਿੰਦੇ ਨੇ ਨਾ ਚਾਹੁੰਦਿਆਂ ਹੋਇਆਂ ਵੀ, ਆਪਣਾ ਨੁਕਸਾਨ ਨਹੀਂ ਸੀ ਚਾਹੁੰਦੇ, ਉਹਨੂੰ ਕਹਿੰਦੇ ਨੇ ਅਨਵਾਂਟਿਡ, ਅਨਇੰਟੈਂਸ਼ਨਲੀ ਆਪਣੇ ਵਾਸਤੇ ਆ ਬੈਲ ਮੁਝੇ ਮਾਰ, ਆਪਣੇ ਸਿਰ ਗਲਾ ਬਲਾ ਪਾ ਲੈਣੀ, ਜ਼ਬਰਦਸਤੀ ਆਪਣੇ ਵਾਸਤੇ ਮੁਸੀਬਤ ਕ੍ਰੀਏਟ ਕਰ ਲੈਣੀ, ਉਹਨੂੰ ਕਹਿੰਦੇ ਨੇ ਬਿਆਦ। ਆਦੀ ਵਿਆਦੀ ਉਪਾਦੀ, ਵਿਆਦ ਦੇ ਰੋਗ ਦੇ ਵਿੱਚ ਅਸੀਂ ਰਾਹ ਜਾਂਦੇ ਮੁਸੀਬਤ ਆਪਣੇ ਸਿਰ ਪਾ ਲੈਂਦੇ ਹਾਂ। ਤਾਂ ਗੁਰੂ ਪਾਤਸ਼ਾਹ ਸਮਝਾ ਰਹੇ ਨੇ, ਕਹਿੰਦੇ ਨੇ ਪੰਜ ਦੂਤ ਸੰਗ ਮਾਂ ਅਸਾਦ, ਮੇਰੇ ਨਾਲ ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਰਗੇ ਪੰਜ ਦੂਤ ਨੇ ਔਰ ਇਹਨਾਂ ਦੇ ਚੱਕਰ ਵਿੱਚ ਮੈਂ ਫਸ ਜਾਂਦਾ। ਮੈਂ ਆਪਣੀ ਡਿਜ਼ਾਇਰਸ ਦੇ ਚੱਕਰ ਵਿੱਚ ਆਪਣੇ ਸਿਰ ਨਾਲ ਬਿਆਦ ਰੂਪੀ ਬਿਮਾਰੀ ਪਾ ਲੈਣਾ। ਮੈਂ ਹਾਂ ਪ੍ਰਭ ਰਾਖ ਲਿਓ, ਮੇਰੇ ਕੋਲ ਕੁਝ ਵਸ ਨਹੀਂ ਹੈ, ਮੈਨੂੰ ਸੁਮਤ ਬਖਸ਼ੋ ਤਾਂ ਕਿ ਮੈਨੂੰ ਡਿਜ਼ਾਇਰਸ ਆਇਆ ਹੀ ਨਾ ਕਰਨ, ਮੈਨੂੰ ਸੁਮਤ ਬਖਸ਼ੋ ਤਾਂ ਕਿ ਮੇਰੀਆਂ ਮੰਗਾਂ ਪੈਦਾ ਹੀ ਨਾ ਹੋਇਆ ਕਰਨ। ਇਹ ਨਹੀਂ ਕਿ ਮੰਗ ਆਈ ਹੈ ਤੇ ਉਹਨੂੰ ਦਬਾਣਾ ਹੈ, ਨੋ ਸਪਰੈਸ਼ਨ। ਮੰਗ ਨੂੰ, ਡਿਜ਼ਾਇਰ ਨੂੰ ਦਬਾਣਾ ਨਹੀਂ, ਉਹਨੂੰ ਸਮਝਣਾ ਹੈ, ਉਹਦੀ ਜੜ ਨੂੰ ਸਮਝਣਾ, ਮੈਨੂੰ ਮੰਗ ਡਿਜ਼ਾਇਰ ਕਿਉਂ ਆਂਦੀ ਹੈ। ਜੇਕਰ ਕਿਸੇ ਪਰਾਏ ਰੂਪ ਨੂੰ ਵੇਖ ਕੇ ਮੈਨੂੰ ਮੰਗ ਆਂਦੀ ਹੈ ਕਿ ਮੈਨੂੰ ਮਿਲ ਜਾਏ ਤਾਂ ਇਹਦਾ ਮਤਲਬ ਮੈਨੂੰ ਕਾਮ ਸਤਾ ਰਿਹਾ ਹੈ, ਕਾਮ ਤੇ ਵਰਕ ਕਰਨਾ ਹੈ। ਇਹਦੇ ਤੇ ਨਹੀਂ ਕਿ ਹਾਏ मैंने उसको देखा क्यों। दैट मीन्स देयर इज़ नो सप्रेशन, ओनली हर बीमारी की जड़ तक समझना है। पर मैं डिजायर्स के चक्कर च पै जाना तो मैं अपने वास्ते ब्याद का रोग सहेड़ लेना। पंच दूत संग महा असाध, साध होंदा है साध लेना, काबू कर लेना। इसी करके गुरु पातशाह कहते हैं साधो मन का मान त्यागो, ए दुनिया के लोगो साध लवो, काबू कर लवो। असी सोचते हैं साधु कोई संत, कोई साध, कोई बाबा जी होगा, असी ਉਹਦਾ ना साधु साध पाया होया। कोई चीज़ ਨੂੰ काबू कर लेना साध लेना, काबू ना कर सकना असाध। मैनू काम क्रोध लोगों कर सतांदे ने, मैं इन्हां नूं साध नहीं सकता, मैनू समझाओ। तो साधने किने ने? गुरमत समझाती है, देमुहार लगाम पहरावो, सगलता जीन गगन दोरावो। तू घोड़ा मैनू तंग करदा, मैं तैनू प्यार दी लगाम पलावांगा। चल रे बैकुंठ तुझे लै तारूं, मैं तैनू अपने मेरे मन नू मैं सोहनी लगाम पा के पकड़िया होया, मेरा मन इधर उधर नहीं जाता। अपने मन के घोड़े नू लगाम पानी है बस। काम क्रोध लोभ ओंकार नू काबू करके चलना, कॉन्कर करके चलना। फिर साधे गए, फिर शरण आए तो काम बन गया ना साडा। अगे कहंदे जी जहान प्राण तन तेरा,
ਨਾਨਕ ਜਾਨ ਸਦਾ ਪ੍ਰਭ ਨੀਰਾ। ਜੀ ਹੈ ਮੇਰਾ ਜੀਵਨ। ਜੇ ਜੀਓ ਹੁੰਦਾ ਤਾਂ ਸਿੰਗੂਲਰ ਹੁੰਦਾ, ਜੀ ਦਾ ਮਤਲਬ ਹੁੰਦਾ ਪਲੂਰਲ, ਲੇਕਿਨ ਇੱਥੇ ਜੀ ਦਾ ਮਤਲਬ ਹੈ ਜੀਵਨ। ਮੇਰਾ ਜੀਵਨ, ਜੀ, ਜਹਾਨ, ਇਹ ਮੇਰਾ ਜਿਹੜਾ ਮੈਂ ਸੰਸਾਰ ਕ੍ਰੀਏਟ ਕੀਤਾ ਹੋਇਆ, ਇਹ ਸਾਰਾ ਰੱਬ ਜੀ ਤੁਹਾਡਾ ਹੈ। ਮੇਰਾ ਇਹ ਸਰੀਰ ਨੂੰ ਵੀ ਗੁਰਮਤ ਵਿੱਚ ਸੰਸਾਰ ਕਹਿੰਦੇ ਨੇ। ਇਹ ਮੇਰਾ ਸਾਰਾ ਸੰਸਾਰ ਹੈ, ਇਹਦੇ ਵਿੱਚ ਇਹ ਸਾਰੇ ਇੰਦਰੇ ਗਿਆਨ ਇੰਦਰੇ ਬੜੇ ਸਾਰੇ ਮੈਂਬਰਸ ਰਹਿੰਦੇ ਨੇ। ਇਹ ਮੇਰਾ ਸੰਸਾਰ, ਇਹ ਜੀ ਮੇਰਾ ਜੀਵਨ, ਜਹਾਨ ਅਤੇ ਮੇਰਾ ਪ੍ਰਾਣ ਜਿਹੜੇ ਮੇਰੇ ਸਵਾਸ ਚੱਲ ਰਹੇ ਨੇ, ਇਹ ਤੇ ਜਿਹੜੇ ਸਵਾਸ ਤੁਸੀਂ ਮੈਨੂੰ ਸੁਮਤ ਵਾਲੇ ਵਿਜ਼ਡਮ ਵਾਲੇ ਬਖਸ਼ੇ ਨੇ, ਇਸ ਤੇ ਹੈ ਹੀ ਤੁਹਾਡੇ ਨੇ। ਮੇਰਾ ਮੁਝ में ਕੁਛ ਨਹੀਂ, ਮੈਨੂੰ ਤਾਂ ਕੋਈ ਅਕਲ ਹੀ ਨਹੀਂ ਹੈ। ਤੁਸੀਂ ਮੈਨੂੰ ਸੁਮਤ ਬਖਸ਼ੀ, ਵਿਜ਼ਡਮ ਦਿੱਤੀ, ਸਤਿਗੁਰ ਦੀ ਨੌਲੇਜ ਦਿੱਤੀ। ਜੀ, ਜਹਾਨ, ਪ੍ਰਾਣ, ਧਨ ਤੇਰਾ। ਧਨ ਮੀਨਸ ਇਹ ਜੋ ਕੁਛ ਵੀ ਮੈਨੂੰ ਸਮਝ ਆਈ, ਜੋ ਕੁਛ ਵੀ ਖਜ਼ਾਨਾ ਮੇਰੇ ਕੋਲ ਹੈ, ਜੋ ਕੁਛ ਵੀ ਜਵਾਨੀ ਮੇਰੇ ਕੋਲ ਹੈ, ਮੇਰੇ ਧਨ ਜੋ ਬੰਦਾ ਜੋ ਕੁਛ ਵੀ ਹੈ, ਸਾਰਾ ਕੁਛ ਤੁਹਾਡਾ ਹੈ। ਕਿਵੇਂ ਸਮਝ ਆਇਆ? ਕਹਿੰਦੇ ਨਾਨਕ ਜਾਨ ਸਦਾ ਹਰ ਨੀਰਾ। ਜੇ ਤੂੰ ਨੇੜੇ ਸਮਝ ਲੈਂਦਾ ਹੈ, ਨੇਰਾ ਹੈ ਦੂਰ ਨਹੀਂ ਰੇ, ਨੇੜੇ ਹੀ ਨਹੀਂ ਸਮਝਦੇ ਆ ਤਾਂ ਹੀ ਸਾਡਾ ਕਾਜ ਸਵਰਦਾ ਨਹੀਂ ਹੈ। ਗੁਰੂ ਪਾਤਸ਼ਾਹ ਕਹਿੰਦੇ ਨੇ ਆਉਦ ਘਟੈ ਦਿਨਸ ਰਹਿਣ ਆਰੇ, ਮਨ ਗੁਰਮਿਲ ਕਾਜ ਸਵਾਰੇ। ਅਸੀਂ ਸੋਹਿਲਾ ਦੇ ਮੀਨਿੰਗਸ ਕੀਤੇ ਸਨ, ਉਹ ਕੈਸੇਟ 6 ਦਾ ਸੈੱਟ ਬਾਹਰ ਪਿਆ, ਵਿਸਾਖੀ 'ਚ ਕੀਤੇ ਸਨ ਮਾਨਸਰੋਵਰ ਗਾਰਡਨ ਲਗਾਤਾਰ 6 ਦਿਨ। ਤਾਂ ਉਹਦੇ ਵਿੱਚ ਅਸੀਂ ਸਮਝਿਆ ਸੀ ਆਉਦ ਘਟੈ ਦਾ ਮਤਲਬ ਹੁੰਦਾ ਦੂਰੀ ਘਟ ਰਹੀ ਹੈ, ਰੱਬ ਜੀ ਦੇ ਨਾਲ ਦੂਰੀ ਘਟ ਸਕਦੀ ਹੈ। ਆਉਦ ਘਟੈ, ਆਉਦ ਦਾ ਮਤਲਬ ਦੂਰੀ, ਆਉਦ ਦਾ ਮਤਲਬ ਉਮਰ ਨਹੀਂ ਹੈ ਉੱਥੇ। ਰੱਬ ਜੀ ਦੇ ਨਾਲ ਦੂਰੀ ਘਟ ਰਹੀ ਹੈ, ਘਟ ਸਕਦੀ ਹੈ ਜੇਕਰ ਮੇਰੇ ਮਨ ਗੁਰੂ ਦੇ ਨਾਲ ਮਿਲ ਕੇ ਆਪਣਾ ਕਾਜ ਸਵਾਰ ਲਵੇਂ, ਤਾਂ ਤੇਰੀ ਦੂਰੀ ਕੂੜ ਦੀ ਪਾਲ ਦੀ ਦੂਰੀ ਘਟ ਸਕਦੀ ਹੈ। ਪਤਲੀ ਜੀ ਤੇ ਹੈ ਕੂੜ ਦੀ ਪਾਲ, ਉਹ ਦੂਰੀ ਘਟ ਸਕਦੀ ਹੈ। ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਆਉਦ ਘਟੈ ਦਿਨਸ ਰਹਿਣ ਆਰੇ, ਮਨ ਗੁਰਮਿਲ ਕਾਜ ਸਵਾਰੇ। ਮੈਲੇ 9ਵੇਂ ਦੇ ਸ਼ਲੋਕ ਪੜ੍ਹ ਰਹੇ ਸਾਂ, ਮੈਲੇ 9ਵੇਂ ਦੇ ਸ਼ਲੋਕਾਂ ਵਿੱਚ ਵੀ ਗੁਰੂ ਪਾਤਸ਼ਾਹ ਕਹਿੰਦੇ ਨੇ ਆਉਦ ਘਟਤ ਹੈ ਨੀਤ। ਐ ਇਨਸਾਨ ਜੇ ਤੂੰ ਸੱਚ ਨਾਲ ਜੁੜ ਜਾਏ ਤਾਂ ਤੇਰੀ ਰੱਬ ਜੀ ਦੇ ਨਾਲ ਰੋਜ਼ ਦੂਰੀ ਘਟ ਸਕਦੀ ਹੈ। ਦੂਰੀ ਘਟਣ ਦਾ ਮਤਲਬ ਕੀ ਹੈ? ਕਿ ਰੱਬ ਜੀ ਦੇ ਨੇੜੇ। ਦੂਰੀ ਘਟਣ ਦਾ ਮਤਲਬ ਕੀ ਹੈ? ਵਨਨੈਸ। ਦੂਰੀ ਘਟਣ ਦਾ ਮਤਲਬ ਕਰਮੀ ਆਪੋ ਆਪਣੀ, ਕਿ ਨੇੜਾ ਕਿ ਦੂਰ। ਆਪਣੇ ਮਾੜੇ ਕਰਮਾਂ ਕਰਕੇ ਦੂਰ ਆ, ਚੰਗੇ ਗੁਣ ਕੀਰਤ ਨਿਦ ਮੋਰੀ, ਰੱਬੀ ਚੰਗੀ ਗੁਣਾ ਕਰਕੇ ਨੇੜੇ ਆ। ਨੇੜੇ ਰੱਬ ਜੀ ਨਾਲ ਇੱਕ ਮਿਕਤਾ ਵਨਨੈਸ ਦੀ, ਰੱਬ ਜੀ ਦੇ ਨਾਲ ਸਾਂਝ ਪਾਉਣ ਦੀ ਇੱਕ ਅਵਸਥਾ ਹੈ। ਇੱਕ ਮਿਕਤਾ ਦੀ ਵਨਨੈਸ ਦੀ ਅਵਸਥਾ ਮੀਨਸ ਰੱਬ ਜੀ ਨੇੜੇ ਨੇ। ਜਦੋਂ ਨੇੜੇ ਮਹਿਸੂਸ ਨਹੀਂ ਕਰਦੇ ਆ ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਡਰ ਡਰ मरते जब जानिए दूर। जब भगवान को तू दूर समझता है ना तभी डरता रहता है। दूर समझता है ना तभी शेयरिंग वन छकना नहीं करता है। दूर समझता रहता है इसीलिए लोगों से हेट्रेड जेलसी और ईर्ष्या करता रहता है। यही अग्नि तो तेरे को सताती है। नेड़े समझ ले। इस नेड़े समझण दी ਜਿਹੜੀ ਸੂਝ-ਬੂਝ ਹੈ ਨਾ, ਉਹਨੂੰ ਕਹਿੰਦੇ ਨੇ ਆਪਣਾ ਨਾਮ ਦਿਓ। ਸ਼ਬਦ ਦੇ ਰਾਹ 'ਚ ਆਪਣਾ ਨਾਮ ਦਿਓ। ਤਾਂ ਨਾਮ ਕੀ ਦਿੱਤਾ? ਕਿ ਇਹ ਇਨਸਾਨ ਨਾਨਕ ਜੀ ਕਹਿੰਦੇ ਨੇ ਜਾਨ ਸਮਝ ਲੈ ਸਦਾ ਹਰ ਨੇਰਾ, ਰੱਬ ਜੀ ਹਮੇਸ਼ਾ ਨੇੜੇ ਨੇ। ਇਹ ਨੇੜੇ ਸਮਝਣਾ ਨਾਮ ਦਿਓ ਦਾ ਲਖਾਇਕ ਹੈ। ਨੇੜੇ ਸਮਝਣਾ ਗੁਰੂ ਦੀ ਮੱਤ ਹੈ। ਨੇੜੇ ਸਮਝਣਾ ਇੱਕ ਵਿਜ਼ਡਮ ਹੈ ਜਿਹਦੇ ਨਾਲ ਸਾਨੂੰ ਇਹ ਸਾਰੇ ਨੈਗੇਟਿਵਸ ਦੇ ਪੱਤੇ ਝੜ ਜਾਂਦੇ ਨੇ। ਨੇੜੇ ਜੇਕਰ ਸਮਝ ਲਿਆ, ਇਸੀ ਨੂੰ ਸ਼ਰਨ ਵਿੱਚ ਆ ਜਾਣਾ ਕਹਿੰਦੇ ਨੇ। ਨੇੜੇ ਰੱਖ ਲੈਣ ਨੂੰ, ਨੇੜੇ ਸਮਝ ਲੈਣ ਨੂੰ ਕਹਿੰਦੇ ਨੇ ਸ਼ਰਨ ਵਿੱਚ ਆ ਗਿਆ ਮੇਰੀ ਲਾਜ ਰੱਖ ਲਓ। ਨੇੜੇ ਰੱਖਣ ਨੂੰ ਹੀ ਕਹਿੰਦੇ ਨੇ ਹੁਣ ਰੱਖ ਲਓ, ਰਾਖ ਲਿਓ। ਹਮ ਤੇ ਬਿਗਰੀ ਰਾਖ ਲਿਓ, ਜਿਉਂ ਜਾਨੋ ਤਿਉਂ ਰਾਖ, ਰੱਖ ਲਓ। ਨੇੜੇ ਆ ਗਿਆ। ਆਈ ਐਮ ਵਿਦ ਯੂ, ਯੂ ਆਰ ਵਿਦ ਮੀ। ਮੇਰਾ ਰੱਬ ਮੇਰੇ ਨਾਲ ਹੈ। ਹੁਣ ਰਖਵਾਲਾ ਹੈ ਮੇਰੇ ਨਾਲ, ਜੋ ਹੈ ਰਖਵਾਲਾ ਹੈ। ਜੇ ਨਾਲ ਨਹੀਂ ਹੋਏਗਾ ਤੇ ਰਖਵਾਲਾ ਸਮਝ ਹੀ ਨਹੀਂ ਆਏਗਾ। ਨਾਲ ਹੈ, ਮੇਰੇ ਨਾਲ ਹੈ, ਮੈਨੂੰ ਕਦ ਦਾ ਡਰ ਨਹੀਂ। ਨਿਰਭਉ ਜਪੈ ਸਗਲ ਭਉ ਮਿਟੈ, मेरे सब डर दूर हो गए। क्यों? भगवान मेरे साथ है।